ਸੋ ਬਲਵਿੰਦਰ ਕੌਰ ਨੇ ਪੈਸੇ ਲੈ ਕੇ ਰਿਸ਼ਤਾ ਕੀਤਾ ਤੇ ਕੁੜੀ ਕਿਸੇ ਦੀ ਬਗਾਨੀ ਧੀ ਲੈ ਕੇ ਔਰ ਜ਼ਿੰਦਗੀ ਬਰਬਾਦ ਕਰਨ ਵਾਲੀ ਬਲਵਿੰਦਰ ਕੌਰ ਹੈ ਇਹ। ਹਾਂਜੀ ਆਈ ਸੀ। ਤੁਸੀਂ ਮੰਨਦੇ ਹੋ ਕਿ 17 ਲੱਖ ਰੁਪਏ ਦੇ ਵਿੱਚ ਇਹਨਾਂ ਨੇ ਡੀਲ ਬਣਾਈ ਸੀ? ਨਹੀਂ, ਬਲਵਿੰਦਰ ਕੌਰ ਕੁੜੀ ਕੌਣ ਹੈ? ਮੈਨੂੰ ਨਹੀਂ ਪਤਾ ਕੌਣ ਆਉਗੀ, ਉਹ ਬੁੜੀ ਜੀ ਆ ਕੋਈ, ਮੈਨੂੰ ਬੁੱਟਰ ਜੀ ਤੁਸੀਂ ਸਮਝੋ, ਤੁਸੀਂ ਆਪੇ ਕਹਤੇ ਬੁੜੀ ਗਈ ਆ ਤੇ ਬੁੜੀ ਜਿਹੜੀ ਕੌਣ ਹੈ? ਬੁੜੀ ਕੁੜੀ ਜਿਹੜੀ ਆ ਉਹ ਨਾਲ ਕਿਵੇਂ ਆਈ? ਮੈਨੂੰ ਨਹੀਂ ਪਤਾ ਜੀ ਬਾਈ, ਇੱਥੇ ਆ ਕੇ ਪਤਾ ਲੱਗਿਆ ਵੀ ਕੌਣ ਆ ਕੌਣ ਨਹੀਂ, ਮੈਨੂੰ ਨਹੀਂ ਪਤਾ ਹੈ ਕੌਣ ਆ ਉਹ। ਤੇ ਵਿਚੋਲੇ ਤੁਸੀਂ ਬਣੇ ਹੋ, 30-35 ਲੱਖ ਰੁਪਏ ਤੁਸੀਂ ਘਰੋਂ ਲੈ ਕੇ ਆਏ ਹੋ, ਤੁਹਾਡੇ ਤੇ ਕੇਸ ਦਰਜ ਹੈ। ਕੌਣ ਲੈ ਕੇ ਆਇਆ? ਬੋਲੋ। ਪੈਸੇ ਦਿੱਤੇ ਹੋਏ, ਤੂੰ ਮੇਰੀ ਮਦਦ ਕਿਹੜੀ ਕਰੀ ਜਾਂਦਾ? ਤੂੰ ਮੇਰੇ ਪੈਸੇ ਮੈਨੂੰ ਨਹੀਂ ਦੇ ਰਿਹਾ ਪੂਰੇ, ਤੂੰ ਮਦਦ ਕਿਹੜੀ ਕਰੀ ਜਾਂਦਾ? 40 ਲੱਖ ਤੋਂ ਉੱਪਰ ਤੂੰ ਪੈਸੇ ਦੇ ਰਿਹਾ, ਜਿਹੜੀ ਮਦਦ ਕਰ ਰਿਹਾ ਤੂੰ? ਮੇਰੀ 10 ਸਾਲ ਨੂੰ ਧੱਕਿਆ ਹੋਈ ਤੇ ਤੂੰ ਭੈਣ ਚੋਦਾ। ਓਏ ਐਕਸਕਿਊਜ਼ ਮੀ ਪਲੀਜ਼, ਸਟਾਪ ਇਟ ਨੌਨਸੈਂਸ। ਨਹੀਂ, ਤੁਹਾਨੂੰ ਪਤਾ ਲੱਗਾ ਕਿ ਕਿੰਨੇ ਪੈਸੇ ਵਿੱਚ ਗੱਲ ਹੋਈ? ਤੁਹਾਨੂੰ ਇਹ ਤਾਂ ਪਤਾ ਨਾ ਕਿ ਪੈਸੇ ਵਿਆਹ ਦੇ ਕੇ ਕੀਤੇ ਗਏ, ਪੈਸੇ ਨਹੀਂ ਜੀ, ਮੈਨੂੰ ਇਹਦੇ ਗੱਲ ਦਾ ਦੇਖੋ, ਉਹ ਤਾਂ ਹੁਣ ਪਤਾ ਹੀ ਸੀਗਾ ਵੀ ਵਿਆਹ ਏਦਾਂ ਦੇ ਕਰਦੇ ਆ ਵੀ ਇਹਦੇ ਤੇ ਕੋਈ ਗੱਲ ਹੀ ਹੋਊਗੀ, ਕਿਉਂਕਿ ਅਸੀਂ ਫੋਟੋਗ੍ਰਾਫ ਤੌਰ ਤੇ ਸੀਗੇ ਉੱਥੇ। ਪਰ ਇਹ ਕਿਵੇਂ ਹੋ ਸਕਦਾ ਕਿ ਆਪਣੇ ਜਿਹੜੇ ਲੋਕ ਨੇ, ਪੰਜਾਬੀਆਂ ਦਾ ਸੁਭਾਅ ਹੈ ਉਹ ਤਾਂ ਮੇਰੀ ਗੱਲ ਤਾਂ ਸੁਣ ਤੂੰ ਯਾਰ। ਸਟੋਰੀ ਨੂੰ ਸ਼ੁਰੂ ਕਰੀਏ ਔਰ ਇਹ ਸਾਡੇ ਸਮਾਜ ਦੇ ਕੁਝ ਕ੍ਰਿਤੀਆਂ ਨੇ, ਪਰ ਸਾਡੇ ਅੰਟਾਰੀਓ ਦੇ ਹਾਲਾਤ ਜਿਹੜੇ ਨੇ 625 ਨਵੇਂ ਕੇਸ ਆਏ ਨੇ ਮਿਕਸਚਰ। ਅੱਛਾ, ਮੈਂ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ, ਆਪਣੇ ਗੁਰਦੀਪ ਸਿੰਘ, ਤੁਹਾਡੀ ਸ਼ਾਦੀ ਜਿਹੜੀ ਸੀਗੀ ਕਿਹੜੀ ਉਮਰ ਦੇ ਵਿੱਚ, ਕਿੰਨੇ ਸਾਲ ਹੋ ਗਏ ਸ਼ਾਦੀ ਹੋਈ ਨੂੰ? ਮੇਰੀ ਸ਼ਾਦੀ ਹੋਈ ਨੂੰ ਜੀ 10 ਸਾਲ ਹੋ ਗਏ ਜੀ, 11 ਸਾਲ। ਕਿਹੜੇ ਸਾਲ ਵਿੱਚ ਹੋਈ ਸੀ, ਕਿਹੜਾ ਮਹੀਨਾ ਸੀ? 2009 ਚ ਹੋਈ ਸੀ ਸਰ। 2009 ਦੇ ਵਿੱਚ? 2009 ਚ ਹੀ ਹੋਈ ਸਰ। ਸੋ ਇਹ ਮਤਲਬ ਕਿ 11 ਸਾਲ ਹੋ ਗਏ ਨੇ। ਹਾਂਜੀ ਸਰ ਜੀ। ਸ਼ਾਦੀ ਜਿਹੜੀ ਸੀ ਬੜੀ ਧੂਮਧਾਮ ਨਾਲ ਹੋਈ ਔਰ ਜਾਂ ਸਾਦੀ ਸੈਰੇਮਨੀ ਕੀਤੀ ਸੀਗੀ? ਬਹੁਤ ਸਾਦੀ ਜੀ, ਪੂਰੀ ਧੂਮਧਾਮ ਨਾਲ ਹੋਈ ਸਰ ਜੀ। ਸਾਰਾ ਕੁਝ ਕੀਤਾ ਜਿੰਨਾ ਵੀ ਹੋ ਸਕਦਾ ਜੀ। ਤੁਹਾਡਾ ਰਿਸ਼ਤਾ ਕਿਵੇਂ ਹੋਇਆ? ਵਿਚੋਲਾ ਕੌਣ ਸੀ? ਵਿਚੋਲਾ ਸਰ ਜੀ ਗੁਰਮੇਲ ਸਿੰਘ ਬੁੱਟਰ ਸੀ ਜੀ। ਗੁਰਮੇਲ ਸਿੰਘ ਦਾ ਨਾਮ ਕੀ ਹੈ? ਧੂਰਕੋਟ ਦਾ ਜੀ, ਬੱਸੀਆਂ। ਗੁਰਮੇਲ ਸਿੰਘ ਬੁੱਟਰ, ਧੂਰਕੋਟ ਪਿੰਡ ਜੀ, ਤੇ ਬੱਸੀਆਂ ਉਹਨਾਂ ਦਾ ਸਟੂਡੀਓ ਸੀ, ਸੁੱਖੀ ਸਟੂਡੀਓ। ਇਹ ਗੁਰਮੇਲ ਸਿੰਘ ਦਾ ਸਟੂਡੀਓ ਜਿਹੜਾ ਸੀਗਾ ਉਹ ਆਪਣੇ ਬੱਸੀਆਂ ਸੀਗਾ? ਬੱਸੀਆਂ ਇੱਕ ਕਾਫੀ ਪਿੰਡ ਇੱਥੇ ਉੱਪਰ ਫੈਮ ਰਹਿੰਦੇ, ਮੈਂ ਜਾਣਦਾ ਬੱਸੀਆਂ। ਹਾਂ ਆਈ ਸੀ। ਸੋ ਤੁਹਾਨੂੰ ਗੁਰਮੇਲ ਸਿੰਘ ਕਿਵੇਂ ਮਿਲੇ? ਗੁਰਮੇਲ ਸਿੰਘ ਮੇਰੇ ਡੈਡੀ ਨੂੰ ਇੱਥੋਂ ਪਿੰਡੋਂ ਨਾਲ ਮੁੰਡਾ ਜਾਣਦਾ ਸੀ, ਡੈਡੀ ਦਾ ਮੇਰੇ ਦਾ ਫਰੈਂਡ, ਉਹਨਾਂ ਨੇ ਇਹਨਾਂ ਨੂੰ ਮਿਲਵਾਇਆ ਸੀ ਵੀ ਐਂ ਕਰਕੇ ਵੀ। ਗੁਰਮੇਲ ਸਿੰਘ ਦਾ ਇੱਥੇ ਸਟੂਡੀਓ ਸੀਗਾ, ਫੋਟੋ ਸਟੂਡੀਓ ਸੀਗਾ, ਤਾਂ ਫਿਰ ਇਹ ਕੈਨੇਡਾ ਤੋਂ ਆਏ ਸੀ ਜਾਂ ਫਿਰ ਇਹ ਕੈਨੇਡਾ ਜਾਣਾ ਸੀ ਉਦੋਂ ਇਹਨਾਂ ਨੇ? ਹਾਂ, ਨਹੀਂ ਇਹ ਕੈਨੇਡਾ ਤੋਂ ਆਏ ਸੀ ਸਰ ਜੀ। ਇਹ ਕੈਨੇਡਾ, ਇਹਨਾਂ ਦੀ ਮੈਰਿਜ ਕੈਨੇਡਾ ਹੀ ਹੋਈ ਆ। ਐਸ ਕੈਨੇਡਾ ਤੋਂ ਆਏ ਸੀ? ਕੰਮ ਹੀ ਇਹ ਕਰਦੇ ਆ। ਇਹ ਕੀ ਕੰਮ ਕਰਦੇ ਇਹ? ਹਾਂਜੀ ਹਾਂ, ਮੈਰਿਜ ਦਾ ਹੀ ਕੰਮ ਕਰਦੇ ਸੀ। ਮੈਰਿਜ ਇੱਥੇ ਇਹਨਾਂ ਦਾ ਸਟੂਡੀਓ ਮੁੰਡਾ ਰੱਖਿਆ ਹੋਇਆ ਸੀ। ਹਾਂਜੀ, ਕੀ ਨਾਮ ਸਟੂਡੀਓ ਦਾ ਨਾਮ ਕੀ ਹੈ ਇੱਥੇ? ਹਾਲੇ ਵੀ ਹੈ ਸਟੂਡੀਓ? ਸੁੱਖੀ ਸਟੂਡੀਓ ਜੀ। ਸੁੱਖੀ ਸਟੂਡੀਓ ਹਾਲੇ ਵੀ ਸਟੂਡੀਓ ਚੱਲਦਾ ਹੈ? ਹਾਂਜੀ ਹਾਂਜੀ ਚੱਲ ਰਿਹਾ ਜੀ। ਤਾਂ ਹੋਰ ਲੋਕਾਂ ਦੇ ਵੀ ਰਿਸ਼ਤੇ ਕਰਾਏ ਨੇ? ਹਾਂ, ਇਹਨੇ ਮੇਰੇ ਹਿਸਾਬ ਨਾਲ ਪਹਿਲਾਂ ਵੀ ਕਰਵਾਏ ਆ ਜੀ ਕਈ। ਜਿਹੜੇ ਕਰਾਏ ਨੇ ਉਹ ਠੀਕ ਠਾਕ ਪਹੁੰਚ ਗਏ ਨੇ ਮੁਲਕਾਂ ਵਿੱਚ? ਹਾਂ, ਉਹ ਠੀਕ ਠਾਕ ਪਹੁੰਚ ਗਏ, ਬਸ ਮੇਰੇ ਨਾਲ ਹੀ ਇਹਨਾਂ ਨੇ ਹੀ ਕਰਿਆ ਵਾ ਸਾਰਾ ਕੁਝ। ਸੋ ਤੁਹਾਡੇ ਨਾਲ ਰਿਸ਼ਤਾ ਕੀਤਾ ਔਰ ਕੋਈ ਪੈਸਾ ਲਿਆ ਤੁਹਾਡੇ ਤੋਂ ਰਿਸ਼ਤੇ ਕਰਨ ਦੇ, ਔਰ ਪੁੱਛਿਆ ਸੀ ਕਿ ਮੈਂ ਪੈਸੇ ਲਵਾਂਗਾ ਰਿਸ਼ਤਾ ਕਰਨ ਦੇ? ਹਾਂ, ਇਹਨਾਂ ਨੇ ਵੀ ਪੈਸਿਆਂ ਦੀ, ਇਹਨਾਂ ਨੇ ਹੱਥੋਂ 40 ਲੱਖ ਰੁਪਇਆ 35 ਕੈਸ਼ ਲੈਤਾ ਸੀ, 3-4 ਲੱਖ ਰੁਪਇਆ ਸਾਡਾ ਵਿਆਹ ਤੇ ਖਰਚ ਆ ਗਿਆ। 40 ਲੱਖ ਰੁਪਇਆ ਪੂਰਾ ਸਾਡਾ ਜੀ ਇਹਨਾਂ ਨੇ ਖਰਚਾਇਆ। ਮੈਂ ਪੈਲੀ ਆਪਦੀ 2 ਕਿੱਲੇ ਵੇਚਿਆ ਜੀ, ਖੜੇ ਟਾਈਮ ਵੇਚਿਆ ਜੀ ਪਿੰਡੀ ਇੱਥੇ। 10 ਸਾਲ ਤੋਂ ਉੱਪਰ ਦਾ ਕੇਸ। ਇੰਨਾ ਲੇਟ ਤੁਸੀਂ ਕਿਉਂ ਦੱਸ ਰਹੇ ਹੋ ਮੀਡੀਆ ਨੂੰ? ਇੰਨਾ ਲੇਟ ਕਿਉਂ ਤੁਸੀਂ ਸਾਡੇ ਕੋਲ ਪਹੁੰਚੇ ਹੋ? ਹਾਂਜੀ ਸਰ ਜੀ, ਇੰਨਾ ਲੇਟ ਕਿਉਂ ਪਹੁੰਚੇ ਹੋ ਤੁਸੀਂ? ਇੰਨਾ ਲੇਟ ਸਾਨੂੰ ਕਿਉਂ ਫੋਨ ਕੀਤਾ? ਪਹਿਲਾਂ ਫੋਨ ਕਿਉਂ ਨਹੀਂ ਕੀਤਾ ਇੰਨੇ ਸਾਲਾਂ ਦਾ? ਸਰ ਜੀ, ਮੈਂ ਤਾਂ ਬਹੁਤ ਧੱਕੇ ਖਾਦੇ, ਕਿਤੇ ਦਿੱਲੀ, ਕਿਤੇ ਚੰਡੀਗੜ੍ਹ, ਕਿਤੇ ਅੰਮ੍ਰਿਤਸਰ, ਕਿਤੇ ਲੁਧਿਆਣੇ, ਜਿੱਥੇ ਮੈਨੂੰ ਲੱਗੇ ਵੀ ਮੇਰੀ ਮਦਦ ਹੋ ਸਕਦੀ ਆ। 2014 ਸਾਈ 2009 ਤੋਂ ਲੈ ਕੇ ਇਹ ਸਾਨੂੰ ਝੂਠ ਬੋਲਦਾ ਰਿਹਾ ਵੀ ਕਿੱਡੀ ਅਪੀਲ ਲਾਈ ਹੋਈ ਆ। ਜਦੋਂ ਸਾਨੂੰ ਕਿਸੇ ਨੇ ਦੱਸਿਆ ਵੀ ਅਪੀਲ ਦਾ ਇੰਨਾ ਟਾਈਮ ਨਹੀਂ ਹੁੰਦਾ, ਵੀ ਇਹ ਬੰਦਾ ਤੁਹਾਨੂੰ ਝੂਠ ਬੋਲ ਰਿਹਾ। ਨਹੀਂ, ਮੇਰਾ ਸਵਾਲ ਇਹ ਹੈ ਕਿ ਮੇਰਾ ਸਵਾਲ ਇਹ ਹੈ ਕਿ ਤੁਸੀਂ ਸਾਨੂੰ ਇੰਨਾ ਲੇਟ, ਇੰਨੇ ਸਾਲਾਂ ਬਾਅਦ ਕਿਉਂ ਅਪਰੋਚ ਕੀਤਾ? ਤੁਹਾਨੂੰ ਕਿਹਨੇ ਦੱਸਿਆ ਸਾਡੇ ਬਾਰੇ, ਚੈਨਲ ਬਾਰੇ?
ਸਰ ਜੀ ਸਾਨੂੰ ਪਤਾ ਹੀ ਹੋਣ ਲੱਗਿਆ ਕਿ ਤੁਸੀਂ ਸਾਡੇ ਵੀ ਐਂ ਕਰਕੇ ਤੁਸੀਂ ਚੈਨਲ ਚਲਾ ਰਹੇ ਹੋ ਤੇ ਮਦਦ ਕਰ ਰਹੇ ਹੋ। ਸਾਨੂੰ ਤਾਂ ਪਤਾ ਹੀ ਨਹੀਂ ਸੀ ਸਰ ਜੀ ਤੁਹਾਡੇ ਬਾਰੇ ਜੀ। ਸਾਨੂੰ ਇਹ ਗੱਲ ਤਾਂ ਪਹਿਲਾਂ ਪਤਾ ਹੁੰਦਾ ਸੀ ਤਾਂ ਤੁਹਾਨੂੰ ਪਹਿਲਾਂ ਹੀ ਫੋਨ ਕਰ ਦਿੰਦੇ। ਤੁਹਾਨੂੰ ਕੀ ਦੱਸਿਆ? ਪਿੰਡ ਦੇ ਮੁੰਡੇ ਨੇ ਦੱਸਿਆ ਵੀ ਐਂ ਕਰਕੇ ਵੀ। ਹਾਂਜੀ, ਤੁਹਾਨੂੰ ਮੁੰਡੇ ਨੇ ਕੀ ਦੱਸਿਆ? ਪਿੰਡ ਦੇ ਮੁੰਡੇ ਨੇ, ਮੇਰੇ ਮਿੱਤਰ ਆ ਜੀ, ਉਹ ਵੀ ਕੈਨੇਡਾ ਜੀ ਆ, ਟੋਰਾਂਟੋ 'ਚ। ਉਹ ਕਹਿੰਦਾ ਵੀ ਐਂ ਕਰਕੇ BBC ਰੇਡੀਓ ਚੱਲਦਾ ਵੀ ਬਾਸੀ ਸਰ ਦਾ, ਵੀ ਉਹਨਾਂ ਨੂੰ ਤੂੰ ਆਪਦੀ ਰਿਕੁਐਸਟ ਦੱਸ, ਉਹ ਤੇਰੀ ਮਦਦ ਕਰਨਗੇ। ਆਈ ਸੀ ਵੀ ਉਹ ਸਭ ਦੀ ਸੁਣਦੇ ਆ ਵੀ ਉਹੀ ਤੇਰੀ ਮਦਦ ਕਰਨਗੇ, ਹੋਰ ਕਿਸੇ ਨੇ ਨਹੀਂ ਮਦਦ ਕਰਨੀ ਤੇਰੀ। ਸੋ 35 ਲੱਖ ਤੁਸੀਂ ਪੁਲਿਸ ਨੂੰ ਕੇਸ, ਅੱਛਾ ਤੁਹਾਡੇ ਕੋਲ 35 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ, ਰਿਸ਼ਤਾ ਕਹਿੰਦਾ ਮੈਂ ਕਰ ਦਊਂਗਾ ਤੇ ਮੁੰਡਾ ਤੁਹਾਡਾ ਲੈ ਜਾਊਂਗਾ। ਤੇ ਕੁੜੀ ਜਿਹੜੀ ਸੀ ਕੌਣ ਸੀ, ਕਿਵੇਂ ਲੈ ਕੇ ਆਇਆ ਕੁੜੀ ਇਹ ਇੱਥੋਂ ਆਪਣੇ ਗੁਰਮੇਲ ਸਿੰਘ ਜਿਹੜਾ ਸੀਗਾ ਬੁੱਟਰ? ਗੁਰਮੇਲ ਸਿੰਘ ਬੁੱਟਰ ਜੀ, ਸਾਨੂੰ ਪਤਾ ਲੱਗਿਆ ਵੀ ਕੁੜੀ ਨੂੰ ਘੁਮਾਉਣ ਲਈ ਲੈ ਕੇ ਆਏ ਸੀ। ਉਹਨਾਂ ਦੇ ਮਾਂ ਪਿਓ ਨੂੰ ਨਹੀਂ ਪਤਾ ਹੈਗਾ। ਇਹ ਤੇ ਇਹਦੇ ਨਾਲ ਜਿਹੜੀ ਬਲਵਿੰਦਰ ਕੌਰ ਆ, ਇਹ ਦੋਨੇ ਜਾਣੇ ਲੈ ਕੇ ਆਏ ਸੀ। ਇਹਨਾਂ ਦੀ ਜ਼ਿਆਰਤ ਸੀ ਤੋਂ ਵੀ ਪੈਸਾ ਬਣਾ ਕੇ ਆਪਾਂ ਲੈ ਜਾਾਂਗੇ ਜੀ, ਠੀਕ ਹੈ ਜੀ। ਕੁੜੀ ਵੱਧੂ ਘੁਮਾਉਣ ਲੈ ਕੇ ਆਏ। ਇਹ ਨਹੀਂ ਪਤਾ ਕਿਹਦੀ ਕੁੜੀ ਆ ਇਹ। ਤੇ ਇਹਦੇ ਨਾਲ ਜਿਹੜਾ ਬਲਵਿੰਦਰ ਕੌਰ ਦਾ ਮੁੰਡਾ ਆਇਆ ਸੀ, ਉਹ ਇਹਦਾ ਬॉयਫ੍ਰੈਂਡ ਹੀ ਸੀ ਸਰ ਜੀ। ਤੇ ਬਲਵਿੰਦਰ ਕੌਰ ਕੌਣ ਹੈ, ਕਿੱਥੋਂ ਦੀ ਬਲਵਿੰਦਰ ਕੌਰ, ਕਿੱਥੋਂ ਦੀ ਹੈ? ਇਹ ਗੁੜੇ ਪਿੰਡ ਦੀ ਹੈ ਜੀ, ਜਲੰਧਰ ਇਲਾਕੇ 'ਚ ਗੁੜੇ ਪਿੰਡ ਪੈਂਦਾ, ਉੱਥੇ ਦੀ ਹੈ ਸਰ ਜੀ। ਜਲੰਧਰ ਦੇ ਕੋਲ ਗੁੜੇ ਪਿੰਡ ਹੈ? ਇਹ ਜਲੰਧਰ ਦੇ ਗੁੜੇ ਦੀ ਹੈ ਜਾਂ ਫਿਰ ਗੁੜੇ ਤੁਹਾਡੇ ਇੱਥੇ ਪੈਂਦਾ ਆ, ਲੁਧਿਆਣੇ 'ਚ ਵੀ ਪੈਂਦਾ ਹੈ, ਉੱਥੋਂ ਦੇ ਆ? ਨਹੀਂ, ਜਲੰਧਰ 'ਚ ਪੈਂਦਾ ਸਰ ਜੀ, ਗਰਾਇਆ ਤੋਂ ਪਰੇ ਇਧਰੋਂ ਪੈਂਦਾ। ਹਾਂ, ਸਾਡੇ ਪਿੰਡਾਂ ਲੱਗ ਗਰਾਇਆ ਲੱਗ ਗਿਆ, ਮੈਨੂੰ ਪਤਾ ਹੈ। ਇਹ ਜੜਿਆਲੇ ਦੇ ਕੋਲ ਹੈ, ਜੜਿਆਲਾ ਆਪਣੇ ਸ਼ਾਹ ਆਪਣੇ ਸ੍ਰੀ ਸ਼ੰਕਰ ਦੇ ਕੋਲ ਪੈਂਦਾ ਇਹ ਗੁੜਾ ਪਿੰਡ, ਠੀਕ ਹੈ। ਸੋ ਬਲਵਿੰਦਰ ਕੌਰ ਇਹ ਕਿੰਨੀ ਉਮਰ ਦੀ ਸੀਗੀ? ਇਹ ਬਲਵਿੰਦਰ ਕੌਰ ਘੱਟੋ ਘੱਟ ਦੀ 50-60 ਸਾਲਾਂ ਦੀ ਸੀ। ਇਹਨੇ ਵੀ ਖੁਦ ਸਾਨੂੰ ਬਾਅਦ 'ਚ ਪਤਾ ਲੱਗਿਆ ਜਦੋਂ ਸਾਡਾ ਭੱਜ ਨੱਠ ਅਸੀਂ ਕਰੀ ਵੀ ਐਂ ਕਰਕੇ ਵੀ ਆਪਦਾ ਕੁਝ ਇਹਨੂੰ ਪਤਾ ਕਰੀਏ ਕਿੱਥੇ ਦੀ ਕੁੜੀ ਹੈ ਕਿੱਥੇ ਦੀ ਨਹੀਂ। ਜਦੋਂ ਪਤਾ ਕਰਿਆ ਬਲਵਿੰਦਰ ਕੌਰ ਵੀ ਵਿਆਹ ਕਰਵਾ ਕੇ ਇੱਥੋਂ ਸਮਾਣੇ ਤੋਂ ਵਿਆਹ ਕਰਵਾ ਕੇ ਗਈ ਹੈ 50 ਸਾਲਾਂ ਦੀ ਕਿਸੇ ਨਾਲ ਬੰਦੇ ਨਾਲ, ਤੇ ਉਹਨਾਂ ਨਾਲ ਵੀ ਉਹਨਾਂ ਦਾ ਕੇਸ ਰਿਜੈਕਟ ਹੋ ਗਿਆ। ਉਹਨਾਂ ਨਾਲ ਵੀ ਪੈਸੇ ਪੂਰੇ ਲੈ ਗਈ ਸੀ। ਉਹਨਾਂ ਦੇ ਕੋਈ ਰਿਸ਼ਤੇਦਾਰ ਸੀ, ਉਹਨਾਂ ਨੇ ਤਾਂ ਪੈਸੇ ਪੂਸੇ ਆਪਦੇ ਮੰਗਵਾ ਲਏ। ਅੱਛਾ, 50 ਸਾਲ ਦੀ ਉਮਰ ਵਿੱਚ ਇਹਨੇ ਵੀ ਆਣ ਕੇ ਵਿਆਹ ਕਰਾਇਆ, ਬਲਵਿੰਦਰ ਕੌਰ ਨੇ ਵੀ ਵਿਆਹ ਕਰਾਇਆ। ਸੋ ਇਹ ਵਿਆਹ ਜਿਹੜਾ ਕਰਾਇਆ, ਕਿੰਨੀ ਉਮਰ ਦੇ ਨਾਲ ਵਿਆਹ ਕਰਾਇਆ ਸੀ ਤੁਹਾਨੂੰ ਯਾਦ ਹੈ? ਕੋਈ ਉਹ ਵੀ 25-30 ਸਾਲ ਦਾ ਮੁੰਡਾ ਹੋਊਗਾ। ਇਹ ਹੈਗਾ ਜੀ 30-40 ਸਾਲ ਦਾ ਹੀ ਮੈਨੂੰ ਲੱਗਦਾ ਬੰਦਾ ਉਹ। ਇਹਨਾਂ ਨੇ ਵਿਆਹ ਕਰਵਾਇਆ ਸੀ ਬਲਵਿੰਦਰ ਕੌਰ ਨੇ। ਸੋ ਉਹ ਵੀ ਫਰਾਡ ਸੀਗਾ। ਸੋ ਇਹ ਗੁਰਮੇਲ ਸਿੰਘ ਬੁੱਟਰ ਤੇ ਬਲਵਿੰਦਰ ਕੌਰ ਦਾ ਕੋਈ ਆਪਸ ਵਿੱਚ ਹੀ ਇਹ ਹਸਬੈਂਡ ਵਾਈਫ ਹੈ? ਨਹੀਂ ਸਰ ਜੀ, ਇਹ ਤਾਂ ਮਾਸੜ ਮਾਸੀ ਰੱਖਦੇ ਸੀ। ਮੰਨ ਲਓ ਇਹਨਾਂ ਦੀ ਰਿਸ਼ਤੇਦਾਰੀ ਹੈ ਕਹਿੰਦੇ ਸਾਡੀ। ਅੱਛਾ, ਕਹਿੰਦੇ ਸੀ, ਪਤਾ ਨਹੀਂ ਕਹਿੰਦੇ ਸੀ। ਅੱਛਾ, ਇਹਨਾਂ ਨੇ ਜਿਹੜਾ 35 ਲੱਖ ਰੁਪਏ ਡਿਮਾਂਡ ਕੀਤੀ ਹੈ, ਇਹ ਗੁਰਮੇਲ ਸਿੰਘ ਨੇ ਕਿਹਾ ਸੀ ਕਿ 35 ਲੱਖ ਦਿਓ ਤੁਹਾਡਾ ਮੈਂ ਵਿਆਹ ਕਰ ਦਿੰਦਾ ਕੁੜੀ ਦੇ ਨਾਲ। ਔਰ ਕੁੜੀ ਜਿਹੜੀ ਆ ਉਹ ਕਿੰਨੀ ਉਮਰ ਦੀ ਸੀ ਜਦੋਂ ਲੈ ਕੇ ਆਏ ਨੇ ਆਪਣੇ ਕੈਨੇਡਾ ਤੋਂ? ਇਹ ਕੁੜੀ ਦੀ ਉਮਰ ਸੀ 21 ਸਾਲ ਉਸ ਟਾਈਮ ਜੀ। ਮੇਰੀ ਸੀ 23 ਸਾਲ ਉਮਰ। ਕੁੜੀ ਪੰਜਾਬੀ ਬੋਲਦੀ ਸੀ ਜਾਂ ਅੰਗਰੇਜ਼ੀ ਵਿੱਚ ਹੀ ਗੱਲ ਕਰਦੀ ਸੀ? ਹਾਂਜੀ ਹਾਂ, ਪੰਜਾਬੀ ਬੋਲਦੀ ਸੀ, ਥੋੜੀ ਜਿਹੀ ਇੰਗਲਿਸ਼ ਵੀ ਬੋਲਦੀ, ਪੰਜਾਬੀ ਵੀ ਬੋਲਦੀ ਸੀ, ਵਧੀਆ ਪੰਜਾਬੀ ਬੋਲਦੀ ਸੀ। ਮਤਲਬ ਉਹ ਕੈਨੇਡਾ ਦੀ ਬੌਰਨ ਹੈ ਜਾਂ ਫਿਰ ਉਹ ਇੰਡੀਆ ਦੀ ਬੌਰਨ ਹੈ? ਹਾਂਜੀ, ਕੈਨੇਡਾ ਦੀ ਸਰ ਜੀ, ਬੌਰਨ ਕੈਨੇਡਾ ਦੀ ਹੋਈ ਆ। ਕੈਨੇਡਾ ਦੀ ਬੌਰਨ ਹੈ। ਸੋ ਮੇਰਾ ਖਿਆਲ ਕੈਨੇਡੀਅਨ ਬੌਰਨ, ਜੋ ਕੈਨੇਡੀਅਨ ਬੌਰਨ ਬੱਚੇ ਹੁੰਦੇ ਮੋਸਟਲੀ ਜ਼ਿਆਦਾਤਰ ਅੰਗਰੇਜ਼ੀ ਬੋਲਦੇ ਆ। ਤੁਹਾਨੂੰ ਲੱਗਦਾ ਸੀ ਕਿ ਅੰਗਰੇਜ਼ੀ ਕੈਨੇਡੀਅਨ ਹੈ? ਔਰ ਗੱਲਬਾਤ ਤੋਂ ਤੁਹਾਨੂੰ ਲੱਗਦਾ ਸੀ ਕਿ ਕੈਨੇਡਾ ਦੀ ਬੌਰਨ ਤੋਂ ਪੁੱਛਿਆ ਸੀਗਾ? ਹਾਂਜੀ ਸਰ ਜੀ, ਇਹਨਾਂ ਸਾਨੂੰ ਪੁੱਛਿਆ ਵੀ ਸੀ। ਬਾਕੀ ਆਏ ਸੀ ਚਲੋ ਮੈਂ ਕਿਹਾ ਬਾਹਰੋਂ ਆਈ ਹੋਈ ਆ, ਚਲੋ ਇੰਗਲਿਸ਼ ਤਾਂ ਬੋਲਣੀ ਇਹਨਾਂ ਨੇ। ਤੁਹਾਡੇ ਕੋਲ ਉਸ ਪਾਸਪੋਰਟ ਦੀ ਕਾਪੀ ਵੀ ਹੈਗੀ ਨਾ? ਹਾਂਜੀ ਹਾਂ, ਪਾਸਪੋਰਟ ਦੀ ਫੋਟੋ ਕਾਪੀ ਹੈ ਜੀ। ਉਹਦੇ ਵਿੱਚ ਲਿਖਿਆ ਹੋਊਗਾ ਕਿ ਕੈਨੇਡੀਅਨ ਬੌਰਨ ਹੈ ਪਾਸਪੋਰਟ ਦੀ? ਹਾਂਜੀ, ਬੌਰਨ ਆ ਜੀ, ਬੌਰਨ ਆ ਸਰ ਜੀ, ਉੱਥੋਂ ਵੀ ਪਤਾ ਲੱਗ ਗਿਆ ਜੀ। ਆਈ ਸੀ, ਕੋਰਟ ਮੈਰਿਜ ਹੋਈ ਹੈ। ਸੋ ਉਹ ਆਪਣੇ ਮਾਪਿਆਂ ਨੂੰ ਦੱਸ ਕੇ ਨਹੀਂ ਆਈ, ਕਿਸੇ ਤਰ੍ਹਾਂ ਫਿਰ ਕਿਸੇ ਭੁਲੇਖੇ ਦੇ ਵਿੱਚ ਕੁੜੀ ਨੂੰ ਇੱਥੇ ਲੈ ਆਏ? ਨਹੀਂ ਜੀ, ਉਹਨਾਂ ਦੇ ਮਾਪਿਓ ਨੂੰ ਹਾਂਜੀ ਨਹੀਂ ਦੱਸ ਕੇ ਨਹੀਂ ਆਏ। ਇਹਨਾਂ ਨੇ ਆਪਦਾ ਕੋਈ ਪਲਾਨ ਬਣਾ ਕੇ ਲਿਆਂਦਾ ਸੀ। ਬਾਅਦ ਚ ਇਹ ਪਤਾ ਲੱਗਾ ਕਹਿੰਦਾ ਕੁੜੀ ਭੱਜ ਗਈ, ਗੁਰਮੇਲ ਸਿੰਘ ਬੁੱਟਰ ਕਹਿੰਦਾ, ਤੇ ਕਹਿੰਦੇ ਪੈਸੇ ਨਹੀਂ ਉਹਨੂੰ ਦਿੱਤੇ ਕੁੜੀ ਨੂੰ ਇਹਨਾਂ ਨੇ। ਸਾਨੂੰ ਪਤਾ ਲੱਗਿਆ ਸਰ ਜੀ ਵੀ ਕੁੜੀ ਨੂੰ ਪੈਸੇ ਨਹੀਂ ਇਹਨਾਂ ਨੇ ਦਿੱਤੇ ਹੈਗੇ। ਪੈਸੇ ਦਾ ਇਹਨਾਂ ਨੇ ਸਿਸਟਮ ਕਰਕੇ ਲਿਆਂਦਾ ਵੀ ਚੱਲ ਤੈਨੂੰ ਘੁਮਾ ਵੀ ਲਿਆਵਾਂਗੇ ਤੇ ਪੈਸੇ ਵੀ ਕਮਾ ਲਿਆਉਂਦੇ ਆ ਚਲੋ। ਤੇ ਇਹਨਾਂ ਨੇ ਇਹਦਾ ਇਹ ਪਲਾਨ ਬਣਾਇਆ ਹੋਇਆ ਸੀ ਇਹਨਾਂ ਦਾ, ਤੇ ਕੁੜੀ ਨੂੰ ਪੈਸੇ ਨਹੀਂ ਦਿੱਤੇ। ਪਤਾ ਨਹੀਂ ਕੁੜੀ ਭੱਜ ਗਈ, ਪਤਾ ਨਹੀਂ ਇਹਨਾਂ ਦੇ ਕੋਲ ਆ। ਇੱਕ ਕਹੀ ਜਾਂਦਾ ਸੀ ਸਾਰਾ ਕੁਝ, ਇੱਥੋਂ ਕਿੱਥੋਂ ਭੱਜੂਗੀ ਇਹਨਾਂ ਦੇ ਕੋਲ। ਕਿੰਨਾ ਸਮਾਂ ਰਹੀ ਤੁਹਾਡੇ ਕੋਲ ਕੁੜੀ ਵਿਆਹ ਕਰਾ ਕੇ? 1 ਮਹੀਨਾ ਰਹੀ ਸੀ। ਆਈ ਸੀ। ਤੁਸੀਂ ਆਪਸ ਵਿੱਚ ਹੀ ਹਸਬੈਂਡ ਵਾਈਫ ਵਾਂਗੂ ਆਪਣੇ ਘਰ ਦੇ ਵਿੱਚ ਰਹੇ? ਹਾਂਜੀ ਆਈ ਸੀ। ਹਾਂਜੀ ਬਿਲਕੁਲ ਜੀ। ਇੱਕ ਮੇਰਾ ਹੋਰ ਸਵਾਲ ਹੈ ਕਿ 35 ਲੱਖ ਰੁਪਈਆ ਦੀ ਡਿਮਾਂਡ ਹੋਈ, ਤੁਹਾਡੀ ਡੀਲ ਬਣੀ ਸੀ ਕਿ 35 ਲੱਖ ਰੁਪਈਆ ਲਵਾਂਗੇ ਤੁਹਾਡੀ ਸ਼ਾਦੀ ਕਰ ਦੇਣ ਮੁੰਡੇ ਨੂੰ, ਤੁਹਾਡਾ ਮੁੰਡਾ ਕੈਨੇਡਾ ਚਲ ਜਾਓ। ਤੁਸੀਂ ਕੈਨੇਡਾ ਆਉਣ ਦੀ ਖਾਤਰ 35 ਲੱਖ ਰੁਪਈਆ ਜਿਹੜਾ ਆ ਮਤਲਬ ਦਿੱਤਾ ਉਹਨਾਂ ਨੂੰ, ਇਹ ਟਰੂ ਹੈ?
ਨਹੀਂ ਸਰ ਜੀ, ਇਹਨਾਂ ਨੇ ਤਾਂ ਇਹਨਾਂ ਨੂੰ ਆਏ ਸੀ ਜੀ, ਇਹ ਕਹਿੰਦੇ ਸਾਨੂੰ ਪੈਸੇ ਦੀ ਲੋੜ ਆ, ਬਾਅਦ ਤੇ ਗਰਮੀਲ ਆ ਗਈ ਕਹਿੰਦਾ ਹਾਂਜੀ ਤੁਸੀਂ ਕੋਈ ਗੱਲ ਨਹੀਂ, ਕੁੜੀ ਆਈ ਹੈ ਤੁਸੀਂ ਵਿਆਹ ਕਰਾਓ। ਤੇ ਸਾਨੂੰ ਨਹੀਂ ਸੀ ਪਤਾ, ਇਹ ਤਾਂ ਜ਼ਮੀਨ ਅਸੀਂ ਫਿਰ ਟਾਈਮ ਤੇ ਵੀ ਦਿੱਤੀ, ਇਹ ਕਹਿੰਦਾ ਲੋੜ ਆ ਪੈਸੇ ਦੀ ਸਾਨੂੰ, ਵੀ ਉੱਥੇ ਲੋੜ ਪੈਣੀ ਆ ਤੁਹਾਨੂੰ ਵੀ ਪੈਸੇ ਦੀ। ਅਸੀਂ ਕਿਹਾ ਚਲੋ ਠੀਕ ਆ ਕੋਈ ਗੱਲ ਨਹੀਂ, ਜਦ ਵਿਆਹ ਹੀ ਹੋ ਗਿਆ ਸਰ ਜੀ। 35 ਲੱਖ ਰੁਪਏ ਤੁਸੀਂ ਸ਼ਾਦੀ ਤੋਂ ਪਹਿਲਾਂ ਦਿੱਤਾ ਜਾਂ ਸ਼ਾਦੀ ਕਰਨ ਤੋਂ ਬਾਅਦ ਲਿਆ ਇਹਨਾਂ ਨੇ? ਸ਼ਾਦੀ ਤੋਂ ਬਾਅਦ ਲੈਤਾ ਜੀ, ਜਦੋਂ ਸ਼ਾਦੀ ਹੋ ਗਈ। ਸ਼ਾਦੀ ਹੋ ਗਈ ਬਾਅਦ ਵਿੱਚ ਪੈਸੇ ਲਏ ਆ, ਔਰ ਪਹਿਲਾਂ ਸ਼ਾਦੀ ਤੋਂ ਗੱਲ ਕੀਤੀ ਸੀ ਕਿ ਮੈਂ ਹਾਂਜੀ ਹਾਂ। ਪੈਸੇ ਲੈਣੇ ਆ ਤੁਹਾਡੇ ਤੋਂ ਸ਼ਾਦੀ ਕਰਨ ਦੇ? ਨਹੀਂ ਆਏ ਨੇ, ਕੋਈ ਨਹੀਂ ਸੀ, ਪਹਿਲਾਂ ਬਾਹਲੀ ਗੱਲ ਕੀਤੀ ਇਹਨਾਂ ਨੇ ਜੀ। ਤੇ ਫਿਰ ਤੁਸੀਂ ਮਤਲਬ 35 ਲੱਖ ਰੁਪਏ ਜਿਹੜਾ ਦਿੱਤਾ ਉਹ ਕਿਉਂ ਦਿੱਤਾ? ਤੁਹਾਡੇ ਤੋਂ ਸ਼ਾਦੀ ਹੋ ਗਈ ਸੀ? ਉਹ ਇਹ ਕਹਿੰਦੇ ਹਾਂਜੀ ਹਾਂ ਸ਼ਾਦੀ ਹੋ ਗਈ ਜੀ, ਕਹਿੰਦੇ ਸਾਨੂੰ ਲੋੜ ਆ ਵੀ ਉੱਥੇ ਸਾਨੂੰ ਚਾਹੀਦੇ ਪੈਸੇ, ਬਈ ਚਲੋ ਮੈਂ ਕਿਹਾ ਜੀ ਕੋਈ ਗੱਲ ਨਹੀਂ, ਵੀ ਲੋੜ ਆ ਤਾਂ ਡੈਡੀ ਨੂੰ ਕਿਹਾ ਵੀ ਕੋਈ ਗੱਲ ਨਹੀਂ ਵੀ ਦੇ ਦਿਓ ਹਨਾ। ਪਰ ਇਹ ਗੱਲ ਮੈਨੂੰ ਸਮਝ ਨਹੀਂ ਆ ਗਈ, ਪੈਸੇ ਜਿਹੜੇ ਆ ਤੁਹਾਡੀਆਂ ਲਾਵਾਂ ਹੋ ਚੁੱਕੀਆਂ ਸੀਗੀਆਂ, ਵਿਆਹ ਹੋ ਚੁੱਕਾ, ਉਤੋਂ ਕਿੰਨੇ ਦਿਨਾਂ ਬਾਅਦ ਪੈਸੇ ਦੀ ਡਿਮਾਂਡ ਕੀਤੀ ਔਰ ਕਿੰਨੇ ਦਿਨਾਂ ਬਾਅਦ ਪਹਿਲਾਂ ਪੈਸੇ ਮੰਗ ਰਹੇ ਸੀਗੇ, ਔਰ ਸਾਨੂੰ ਚਾਹੀਦੇ ਆ ਤੁਸੀਂ ਤਿੰਨਾਂ ਚਾਰਾਂ ਦਿਨਾਂ ਬਾਅਦੋਂ ਜੀ, ਤਿੰਨਾਂ ਚਾਰਾਂ ਦਿਨਾਂ ਬਾਅਦੋਂ ਤੇ 10 ਦਿਨਾਂ ਬਾਅਦੋਂ ਮੈਨੂੰ ਲੱਗਦਾ ਕੋਰਟ ਫਾਈਲ ਕਰੀ ਹੈ ਇਹਨਾਂ ਨੇ ਜੀ, ਤੇ ਇਹਦੇ ਵਿੱਚ ਇਹਨਾਂ ਨੇ ਪੈਸੇ ਲੈ ਲਏ ਸਾਤੋਂ। ਮਤਲਬ ਜਿਹੜੀ ਰਜਿਸਟ੍ਰੇਸ਼ਨ ਕੀ ਕਹਿੰਦੇ ਉਹਨੂੰ ਕਰਾਈ ਆ ਮੈਰਿਜ ਦੀ, ਉਹ ਤੋਂ ਪਹਿਲਾਂ ਲਏ ਇਹਨਾਂ ਨੇ ਪੈਸੇ? ਹਾਂਜੀ ਹਾਂਜੀ ਹਾਂ, ਤੋਂ ਪਹਿਲਾਂ ਲੈ ਲਏ। ਆਈ ਸੀ। ਸੋ ਉਸ ਤੋਂ ਬਾਅਦ ਇਹਦਾ ਮਤਲਬ ਹੈ ਕਿ ਉਹਨਾਂ ਨੇ ਪ੍ਰੈਸ਼ਰ ਪਾਇਆ ਕਿ ਅਸੀਂ ਰਜਿਸਟ੍ਰੇਸ਼ਨ ਤੁਹਾਨੂੰ ਕਰਾਉਣੀ ਹੈ ਔਰ ਤੁਸੀਂ ਕੁਝ ਲੁਕੋ ਰਹੇ ਹੋ ਮੇਰੇ ਕੋਲੋਂ ਆਪਣੇ ਗੁਰਦੀਪ, ਤਾਂ ਜਿਸ ਕਰਕੇ 35 ਲੱਖ ਰੁਪਏ ਦਿਓ ਤੇ ਫਿਰ ਅਸੀਂ ਆਪਣੇ ਕਚਹਿਰੀਆਂ ਵਿੱਚ ਰਜਿਸਟ੍ਰੇਸ਼ਨ ਹੋਵੇਗੀ ਮੈਰਿਜ ਦੀ। ਸੋ ਉਸ ਤੋਂ ਬਾਅਦ ਲੜਕੀ ਨੇ ਇੰਡੀਆ ਨੂੰ ਜਦੋਂ ਅਲਵਿਦਾ ਕੀਤਾ, ਵੈਨਕੂਵਰ ਗਈ ਹੈ, ਔਰ ਉਸ ਤੋਂ ਬਾਅਦ ਲੜਕੀ ਨੇ ਤੁਹਾਡੇ ਨਾਲ ਫੋਨ ਕੀਤਾ ਤੁਸੀਂ ਉਹਨੂੰ? ਹਾਂਜੀ ਹਾਂ, ਇਹਨੇ ਫੋਨ ਜੀ ਸਾਨੂੰ 2-4 ਵਾਰ ਕਰਾ ਕੇ ਉਸ ਤੋਂ ਬਾਅਦ ਇਹ ਜਿਹੜੀ ਬਲਵਿੰਦਰ ਕੌਰ ਸੀ, ਇਹ ਕਹਿੰਦੀ ਮੈਂ ਹੀ ਗੱਲ ਕਰਦੀ ਆ, ਤੇ ਮੈਨੂੰ ਲੱਗੀ ਸ਼ੱਕ, ਮੈਂ ਚਲ ਕੋਈ ਗੱਲ ਨਹੀਂ, ਚਲੋ ਠੀਕ ਆ ਕੋਈ ਗੱਲ ਤੁਸੀਂ ਕਰ ਲਓ ਕੋਈ ਗੱਲ ਨਹੀਂ। ਤੇ ਮੈਨੂੰ ਅਜੀਬ ਜਿਹਾ ਲੱਗਿਆ ਸੀ ਉਸ ਟਾਈਮ। ਫਿਰ ਮੈਨੂੰ ਇਹ ਜਦੋਂ ਕਰਦੇ ਉਸ ਤੋਂ ਬਾਅਦ ਵੀ ਇਹਨਾਂ ਨੇ ਬੰਦ ਕਰਤਾ, ਬਸ ਫੋਨ ਮਹੀਨਾ ਕੀ ਚੱਲਿਆ ਉਸ ਤੋਂ ਬਾਅਦ ਤਾਂ ਨਹੀਂ। ਪਰ ਮੇਰੇ ਕਹਿੰਦਾ ਭਾਵ ਹੈ ਕਿ ਤੁਸੀਂ ਆਪਣੀ ਵਾਈਫ ਦਾ ਨੰਬਰ ਨਹੀਂ ਲਿਆ ਕਿ ਤੇਰੀ ਵਾਈਫ ਦਾ ਨੰਬਰ ਕੀ ਹੈ, ਟੈਲੀਫੋਨ ਕੀ ਆ? ਨਹੀਂ ਇਹਨਾਂ ਨੇ ਆਪਦਾ ਨੰਬਰ ਹੀ ਦਿੱਤਾ ਕਿ ਨਹੀਂ ਮੈਂ ਹੀ ਕਰਾਇਆ ਕਰੂੰਗੀ ਤੇਰੀ ਗੱਲ। ਤੁਸੀਂ ਪਾਗਲ ਹੋ? ਜਦੋਂ 에ਅਰਪੋਰਟ ਤੇ ਚਾੜੇ ਆ ਅਸੀਂ। ਨਹੀਂ ਤੁਸੀਂ ਪਾਗਲ ਹੋ, ਤੁਸੀਂ ਵਾਈਫ ਸੀ, ਮਹੀਨਾ ਰਹੀ ਆ, ਤੇ ਤੁਸੀਂ ਆਪਣੇ ਟੈਲੀਫੋਨ ਐਕਸਚੇਂਜ ਨਹੀਂ ਕੀਤੇ? ਤੁਸੀਂ ਉਹਨਾਂ ਨੂੰ ਪੁੱਛਿਆ ਤੇਰਾ ਨੰਬਰ ਕੀ ਹੈ, ਮੈਂ ਤੈਨੂੰ ਕਾਲ ਕਰਿਆ ਕਰੂੰਗੀ, ਉਹਨੇ ਨਹੀਂ ਨੰਬਰ ਦਿੱਤਾ ਤੈਨੂੰ? ਸਰ ਜੀ ਬਸ ਤੁਸੀਂ ਮੰਨ ਲਓ ਵੀ ਪਾਗਲ ਹੀ ਸੀ, ਅਸੀਂ ਪਾਗਲ ਸੀ ਜਿਹੜੇ, ਅਸੀਂ ਇਹਨਾਂ ਦੀ ਝਾਸੇ ਜਾ ਗਏ। ਉਹ ਕਹਿੰਦੀ ਵੀ ਮੈਂ ਕਰਾਉਂਗੀ ਕੋਈ ਗੱਲ ਨਹੀਂ, ਤੁਸੀਂ ਮੇਰੇ ਵਾਲੇ ਫੋਨ ਤੋਂ ਫੋਨ ਕਰਿਆ ਕਰੂ ਤੈਨੂੰ। ਮੈਂ ਚਲੋ ਕੋਈ ਗੱਲ ਨਹੀਂ, ਫੋਨ ਦਾ ਕੋਈ ਚੱਕਰ। ਇਹ 35 ਲੱਖ ਰੁਪਏ ਕੈਸ਼ ਤੁਹਾਡੇ ਘਰੋਂ ਕੌਣ ਲੈ ਕੇ ਗਿਆ? 35 ਲੱਖ ਰੁਪਏ ਤੁਸੀਂ ਲਿਆਂਦਾ ਕਿੱਥੋਂ ਆ? ਇਹ ਗਰਮੇਲ ਸਿੰਘ ਤੇ ਬਲਵਿੰਦਰ ਕੌਰ, ਗਰਮੇਲ ਸਿੰਘ ਜੀ, ਇਹ ਗਰਮੇਲ ਸਿੰਘ ਖੁਦ ਲੈ ਕੇ ਗਿਆ। ਇਹੀ ਪੈਸੇ ਦਾ ਸਾਰਾ ਮੁੱਢਲਾ ਗਰਮੇਲ ਸਿੰਘ। ਤੁਸੀਂ ਪੁਲਿਸ ਨੂੰ ਰਿਪੋਰਟ ਕੀਤੀ ਹੈ? ਹਾਂਜੀ ਹਾਂ, ਪੂਰਾ ਕੇਸ, ਪ੍ਰੋਪਰ ਕੇਸ ਇਹਨਾਂ ਦੇ ਇਸ ਟਾਈਮ ਇੰਡੀਆ ਦੇ ਵਿੱਚ ਪੀਓ ਹੋ ਚੁੱਕਿਆ। ਮੈਂ ਪੂਰੀ ਜੀ ਸਭ ਕੁਝ ਆਪਦੀ ਕਾਰਵਾਈ ਕਰਾਈ ਆ। ਮੇਰੇ ਕੋਲ 2 ਕਿੱਲੇ ਸੀ, 2 ਦੇ 2 ਹੀ ਵੇਚ ਕੇ ਇਹਨਾਂ ਨੂੰ ਦੇਤੇ। ਇਸ ਟਾਈਮ ਮੇਰੇ ਕੋਲ ਕੋਈ ਪੈਲੀ ਦਾ ਕੋਈ ਕੁਛ ਨਹੀਂ ਹੈਗਾ। ਇਹਨਾਂ ਨੂੰ ਪਤਾ ਕਿ ਇਹਨਾਂ ਤੇ ਤੁਸੀਂ ਭਗੌੜਾ ਕਰਾਰ ਹੋ ਚੁੱਕੇ ਹੋ ਔਰ ਇਹਨਾਂ ਦਾ ਕੇਸ ਪੈ ਚੁੱਕਾ ਹੈ? ਹਾਂਜੀ, ਇਹਨਾਂ ਨੂੰ ਪਤਾ ਹੈ ਕਿ ਇਹਨਾਂ ਤੇ ਕੇਸ ਚੱਲਦਾ ਸੀ ਤੇ ਕੇਸ ਵਿੱਚ ਲੂਜ਼ ਕਰ ਗਿਆ ਤਾਂ ਕਿ? ਹਾਂਜੀ ਇਹਨਾਂ ਨੂੰ ਬਿਲਕੁਲ ਹਾਂਜੀ ਸਰ ਜੀ ਪ੍ਰੋਪਰ ਪਤਾ। ਗਰਮੇਲ ਸਿੰਘ ਸਾਡੇ ਨਾਲ ਬਹੁਤ ਵਾਰ ਗੱਲ ਕਰੀ ਆ, ਕਿਤੇ ਡੈਡੀ ਨੂੰ ਕਰੀ ਜਾਂਦਾ 10 ਦਿਨਾਂ ਮੈਂ ਤੈਨੂੰ 15 ਲੱਖ ਦੇ ਦਿੰਦਾ ਵਾ, ਤੇ ਮੈਂ ਕਿਹਾ ਮੇਰੀ 10 ਸਾਲ ਤੋਂ ਜ਼ਿੰਦਗੀ ਕੱਢਤੀ ਤੇ ਮੈਨੂੰ ਇਹ ਪੈਸੇ ਮੇਰੇ ਕੰਮ ਆਉਣਗੇ? ਨਾ ਮੇਰੀ ਪੈਲੀ ਮਿਲਣੀ ਹੈ, ਨਾ ਮੇਰੀ ਉਮਰ ਦਾ ਕੋਈ ਲਿਹਾਜ਼ ਦਾ, ਨਾ ਮੈਂ ਕੀ ਕਰੂੰਗਾ। ਮੈਨੂੰ ਤਾਂ ਸਮਝ ਨਹੀਂ ਆਉਂਦੀ, ਮੇਰੇ ਤੋਂ ਪ੍ਰੋਪਰ ਪੈਸੇ ਨਹੀਂ ਦੇ ਰਿਹਾ। ਠੀਕ ਹੈ ਜੀ, ਤੇ ਹਾਰ ਕੇ ਅਸੀਂ ਤਾਂ ਜਵਾਬ ਦਿੱਤਾ, ਮੇਰੇ ਡੈਡੀ ਨੂੰ ਝਾਸੇ 'ਚ ਲੈ ਰਿਹਾ ਸੀ। ਤੁਹਾਡੀ ਵਾਈਫ ਦਾ ਨਾਮ ਕੀ ਸੀਗਾ? ਬਲਜੀਤ ਕੌਰ ਸੁੰਡ। ਬਲਜੀਤ ਸੁੰਡ। ਬਲਜੀਤ ਸੁੰਡ। ਸੁੰਡ। ਬਲਜੀਤ ਸੁੰਡ। ਹਾਂਜੀ ਹਾਂ, ਸੁੰਡ ਤਾਂ ਸੁਣੇ, ਸੁੰਡ ਪਹਿਲੀ ਵਾਰ ਸੁਣਿਆ। ਆਈ ਡੋਂਟ ਨੋ। ਐਨੀਵੇ, ਸੋ ਬੜੇ ਅਜੀਬ ਨਾਮ ਮੇਰੀ ਜ਼ਿੰਦਗੀ ਵਿੱਚ ਆ ਰਹੇ ਨੇ, ਔਰ ਅਜੀਬ ਨਾਂ ਹੀ ਨਹੀਂ ਆ ਰਹੇ, ਅਜੀਬ ਸਟੋਰੀਆਂ ਵੀ ਆ ਰਹੀਆਂ ਨੇ, ਔਰ 35 ਲੱਖ ਰੁਪਏ ਲੈ ਲਿਆ ਕੁਝ। ਅੱਛਾ, ਤੁਸੀਂ ਇਹਨਾਂ ਨੇ ਕਿੰਨੇ ਤੇ ਲਿਟੀਗੇਸ਼ਨ ਦਾ ਕੇਸ ਜਿੱਤਿਆ? ਤੁਸੀਂ ਕਿੰਨੇ ਜੱਜ ਨੇ ਕੀ ਜੱਜਮੈਂਟ ਦਿੱਤੀ ਹੈ ਹੁਣ ਇਹਨਾਂ ਨੇ ਅਗੇਂਸਟ? ਜੱਜ ਸਾਹਿਬ ਇਹਨੂੰ ਪੀਓ ਕਰਕੇ ਸਾਨੂੰ ਫੜਾਤੇ ਵੀ ਜਦੋਂ ਇਹ ਉਤਰਨਗੇ ਉਦੋਂ ਇਹ ਫੜੇ ਜਾਣਗੇ। ਆਈ ਨੋ, ਪਰ ਕਿੰਨੀ ਜੱਜਮੈਂਟ ਹੋਵੇ ਜੀ? ਇਹ ਮੁੜੇ ਤਾਂ ਹੈ ਨਹੀਂ। ਕਿੰਨੀ ਜੱਜਮੈਂਟ ਇਹਨਾਂ ਨੇ ਅਗੇਂਸਟ ਆਈ ਹੈ? ਕਿੰਨੇ ਲੱਖ ਰੁਪਏ ਇਹਨਾਂ ਨੂੰ ਦੇਣਾ ਪੈਣਾ ਆ?
ਇਹਨਾਂ ਨੂੰ ਇਸ ਟਾਈਮ ਜੀ ਸਰ ਜੀ ਮੇਰਾ ਇਹ 70 ਲੱਖ ਰੁਪਈਆ ਹੁਣ ਇਸ ਟਾਈਮ ਪਰਚਾ ਚੱਲ ਰਿਹਾ ਇਹਨਾਂ ਤੇ ਜੀ। 10 ਸਾਲ ਦਾ ਮੇਰਾ ਕੋਰਟ ਨੇ ਇਹਨਾਂ ਤੇ 10 ਸਾਲ ਦਾ ਉੱਪਰ ਪਾਇਆ ਮੇਰਾ। ਇਸ ਟਾਈਮ 70-80 ਲੱਖ ਰੁਪਈਏ ਦਾ ਇਹਨਾਂ ਦਾ ਪਰਚਾ ਚੱਲ ਰਿਹਾ। 40 ਲੱਖ ਮੇਰਾ ਕੈਸ਼ ਆ ਜੀ, 40 ਲੱਖ ਰੁਪਈਆ ਜੀ। ਐਸੇ ਵਿਆਜ ਪਾ ਕੇ 70 ਲੱਖ ਦਾ ਚੱਲਦਾ, ਔਰ ਜਦੋਂ ਵੀ ਆਉਣਗੇ ਫਿਰ ਕੋਰਟ ਵਿੱਚ ਪ੍ਰੋਸੀਡ ਹੋਣਗੇ। ਹਲੇ ਜੱਜ ਦੀ ਜੱਜਮੈਂਟ ਜਿਹੜੀ ਆ ਉਹ ਨਹੀਂ ਆਈ ਕਿ ਇੰਨੇ ਇਹਨਾਂ ਨੂੰ ਪੈਸੇ ਦੇਣੇ ਪੈਣੇ ਆ, ਔਰ ਇਹ ਤੁਹਾਡੇ ਵਕੀਲਾਂ ਤੱਕ ਸੀਮਤ। ਮਤਲਬ ਤੁਹਾਡੇ ਕੋਰਟ ਦੇ ਵਿੱਚ ਫੈਸਲਾ ਜਿਹੜਾ ਪੈਂਡਿੰਗ ਹੈ ਹਲੇ, ਔਰ ਭਗੌੜੇ ਕਰਾਰ ਦੇ ਦਿੱਤੇ ਨੇ, ਔਰ ਜਿਸ ਕਰਕੇ ਜਦੋਂ ਆਉਣਗੇ ਤਾਂ ਇਹਨਾਂ ਨੂੰ ਕੋਰਟ ਵਿੱਚ ਪੇਸ਼ੀ ਹੋਵੇਗੀ। ਸੋ ਗੱਲ ਪੰਜਾਬ 'ਚ ਤੁਸੀਂ ਲਾਈਨ ਨੂੰ ਹੋਲਡ ਰੱਖੋ, ਔਰ ਤੁਸੀਂ ਇੱਕ ਵਾਰ ਫਿਰ ਮੈਨੂੰ ਦੱਸੋਗੇ ਤੁਹਾਡਾ ਪਿੰਡ ਬਰਮੀ ਹੈ, ਅਤੇ ਜਿਹੜਾ ਆਪਣੇ ਤੁਹਾਡਾ ਜਿਸ ਨੇ 35 ਲੱਖ ਰੁਪਈਆ ਲਿਆ ਗੁਰਮੇਲ ਸਿੰਘ ਬੁੱਟਰ, ਇਹਦਾ ਪਿੰਡ ਜਿਹੜਾ ਆ ਉਹ ਬੱਸੀਆਂ ਆ। ਹਾਂਜੀ ਇਹਦਾ ਪਿੰਡ ਜੀ ਧੂਰਕੋਟ ਆ, ਬੱਸੀਆਂ ਦਾ ਸਟੂਡੀਓ ਆ। ਅੱਛਾ, ਬੱਸੀਆਂ ਸਟੂਡੀਓ ਆ। ਗੁਰਮੇਲ ਸਿੰਘ ਬੁੱਟਰ ਦਾ ਜਿਹੜਾ ਪਿੰਡ ਆ ਉਹ ਧੂਰਕੋਟ ਹੈ। ਧੂਰਕੋਟ ਕਿਹੜੇ ਜ਼ਿਲ੍ਹੇ ਵਿੱਚ ਹੈ? ਇਹ ਪੈਂਦਾ ਜੀ ਆ ਬੱਸੀਆਂ ਦੇ ਲਾਗੇ ਆ ਧੂਰਕੋਟ। ਆਈ ਸੀ। ਸੋ ਜਿਹੜੀ ਬਲਵਿੰਦਰ ਕੌਰ ਹੈ ਇਹਦਾ ਪਿੰਡ ਗੁੜੇ ਆ, ਜਿਹੜਾ ਕਿ ਨਕੋਦਰ ਦੇ ਵਿੱਚ ਗਰਾਇਆ ਜਲੰਧਰ ਦੇ ਵਿੱਚ ਪੈਂਦਾ ਆ। ਔਰ ਬਲਵਿੰਦਰ ਕੌਰ ਸ਼ਾਦੀशुदा ਸੀਗੀ, ਔਰ ਸ਼ਾਦੀ ਉਹਨੇ ਸੱਚ ਆਣ ਕੇ ਕਰਾਈ ਹੈ। ਉਹ ਕਿਹੜੇ ਪਿੰਡ ਕਰਾਈ ਹੈ ਉਹਨੇ ਆਣ ਕੇ? ਉਹ ਵੀ ਪੈਸੇ ਲੈ ਕੇ ਕਰਾਈ ਹੈ। ਕੀ ਪਿੰਡ ਦੱਸਿਆ ਤੁਸੀਂ? ਇਹ ਸਮਾਣਾ ਜੀ, ਇੱਧਰ ਪਟਿਆਲੇ। ਹਾਂਜੀ, ਅਗਰ ਜੇ ਅਸੀਂ ਟੈਲੀਫੋਨ ਜੋ ਸਾਨੂੰ ਦਿੱਤੇ ਅਸੀਂ ਡਾਇਲ ਕਰਗੇ ਤਾਂ ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ? ਸਿੱਧੂ ਸਾਹਿਬ ਪਲੀਜ਼ ਟੇਕ ਐਕਸ਼ਨ। ਜਿਹੜੇ ਗੁਰਮੇਲ ਸਿੰਘ ਦਾ ਨੰਬਰ ਤੇ ਡਾਇਲ ਕਰੋ, ਇੱਕ ਸੈਕਿੰਡ ਹੋਲਡ ਰੱਖੋ ਜੀ, ਪਲੀਜ਼ ਸਟੈਂਡ ਬਾਈ। ਔਰ ਇਹ ਲੜਕੀ ਦੀ ਉਮਰ ਤੁਸੀਂ ਕਹਿੰਦੇ ਆ ਕਿ ਇਹ 21 ਸਾਲ ਸੀ। ਤੁਹਾਡੀ ਕਿੰਨੀ ਸੀ ਉਮਰ ਉਸ ਵੇਲੇ ਸ਼ਾਦੀ ਵੇਲੇ? ਮੇਰੀ 23 ਸਾਲ ਸੀ। ਇਹਨਾਂ ਨੇ ਪਿੰਡ ਕੁੜੀ ਦਾ ਵਿੱਚ ਮੁਖਨ ਬੋਲਿਆ ਜੀ, ਉਹ ਕੁੜੀ ਦਾ ਪਿੰਡ ਹੀ ਹੈ ਨਹੀਂਗਾ। ਹਾਂਜੀ ਰਾਈਟ ਮੈਂ, ਹਾਂਜੀ ਹੋਲਡ ਔਨ ਪਲੀਜ਼। The customer you are calling is unavailable at the moment. Please try again later. L'abonné que vous désirez joindre. I see. ਹਾਂਜੀ, ਨੰਬਰ ਜਿਹੜਾ ਹੈ ਸੋ ਸਰ ਯੂ ਕੈਨ ਸਪੀਕ ਦੈਟ ਅਪ ਪਲੀਜ਼। ਹਾਂਜੀ, ਇਹਨਾਂ ਦੇ ਕਿਉਂਕਿ ਉਹਨਾਂ ਕੇਸ ਚੱਲਦਾ, ਆਲਰੇਡੀ ਚਾਰਜ ਨੇ, ਸੋ ਵੀ ਹੈਵ ਰਾਈਟਸ ਟੂ ਬੀ ਪ੍ਰੋਸੀਡ। ਲੀਗਲ ਪੈਨਲ ਵੱਲੋਂ ਪ੍ਰੋਸੀਡ ਕਰਨ ਦੀ ਸਾਨੂੰ ਆਗਿਆ ਹੈ। ਬਲਵਿੰਦਰ ਕੌਰ ਨੂੰ ਤੁਸੀਂ ਟਰਾਈ ਕਰੋ ਪਲੀਜ਼। ਹਾਂਜੀ, ਤੁਹਾਡੇ ਕੋਲ ਇਹ ਨੰਬਰ ਜਿਹੜੇ ਆ ਨਹੀਂ ਚੱਲ ਰਹੇ, ਔਰ ਨੰਬਰ ਜਿਹੜਾ ਹੈ ਅਸੀਂ ਜਿਹੜਾ ਬਲਵਿੰਦਰ ਕੌਰ ਦਾ ਨੰਬਰ ਹੈ, ਤੁਹਾਡੇ ਨਾਲ ਬਲਵਿੰਦਰ ਕੌਰ ਦੀ ਗੱਲਬਾਤ ਕਦੋਂ ਲਾਸਟ ਹੋਈ ਹੈ? ਇਹਦੇ ਨਾਲ ਜੀ ਇਹਦਾ ਕਾਫੀ ਟਾਈਮ ਪਹਿਲਾਂ ਹੀ ਬੰਦ ਕਰ ਗਈ। ਤਾਂ ਇਹ ਗੁਰਮੇਲ ਸਿੰਘ ਹੀ ਕਰਦਾ ਹੁਣ ਸਾਡੇ ਨਾਲ। ਤਾਂ ਬਲਵਿੰਦਰ ਕੌਰ ਦਾ ਨੰਬਰ ਕੋਈ ਹੈ ਨਹੀਂਗਾ? ਜਿਹੜਾ 10 ਨੰਬਰ ਆ ਇਹ ਬਲਵਿੰਦਰ ਕੌਰ ਦਾ ਹੀ, ਇੱਕ 2 ਨੰਬਰ ਆ, ਇੱਕ ਗੁਰਮੇਲ ਸਿੰਘ ਬੁੱਟਰ ਦਾ, ਇੱਕ ਬਲਵਿੰਦਰ ਕੌਰ ਦਾ। ਜਿਹਦੇ ਸਾਡੀ ਬਲਵਿੰਦਰ ਕੌਰ ਗੱਲ ਕਰਦੀ ਹੁੰਦੀ ਉਹ ਨੰਬਰ ਤੇ ਗੱਲ ਕਰਦੀ ਹੁੰਦੀ ਜਿਹੜਾ ਤੁਹਾਨੂੰ ਜੀ ਭੇਜਿਆ ਇੱਥੇ। ਤੇ ਜਿਹੜਾ ਤੁਸੀਂ ਨੰਬਰ ਦਿੱਤਾ ਆ ਇਹ ਨੰਬਰ ਦੋਨੇ ਚੱਲਦੇ ਆ? ਇਹ ਹਾਂਜੀ ਚੱਲਦੇ ਆ। ਮੈਨੂੰ ਦੋਨੇ ਗੁਰਮੇਲ ਸਿੰਘ ਨਾਲ ਹੀ ਅਸੀਂ ਗੱਲ ਕਰਦੇ ਹਾਂ, ਉਹ ਤਾਂ ਸਾਡਾ ਫੋਨ ਹੀ ਨਹੀਂ ਚੱਕਦੀ। ਆਈ ਸੀ। ਉਹ ਬਲਵਿੰਦਰ ਕੌਰ ਆ। ਹੋਲਡ ਔਨ 1 ਸੈਕਿੰਡ, ਅਸੀਂ ਟਰਾਈ ਕਰ ਰਹੇ ਹਾਂ, ਉਸ ਤੋਂ ਬਾਅਦ ਅਸੀਂ ਪ੍ਰੋਸੀਡ ਕਰਾਂਗੇ। ਸੋ ਸਰ ਦੇਖੋ, ਟਰਾਈ ਕਰਕੇ ਤੁਸੀਂ ਆਪਣੇ ਮੋਬਾਈਲ ਤੋਂ ਕਰੋ ਫੋਨ ਉਹਨਾਂ ਨੂੰ, ਇਸ ਵਿਅਕਤੀ ਨੂੰ। ਸੋ ਤੁਸੀਂ ਹੁਣ ਫਿਰ ਤੁਹਾਡੀ ਲਾਸਟ ਕਰੋ ਗੱਲਬਾਤ ਹੋਈ, ਇਹ ਪੈਸੇ ਦੇਣ ਨੂੰ ਤਿਆਰ ਹੈ? ਇਹ ਨਹੀਂ ਪੈਸੇ ਨਹੀਂ ਦਿੰਦਾ, ਨਹੀਂ ਥੋੜੇ ਦਿੰਦਾ ਸਾਨੂੰ, 10-15 ਕਹਿੰਦਾ ਮੈਂ ਤਾਂ ਦਿੰਦਾ ਵਾ। ਮੇਰੇ ਕੋਲ ਤਾਂ ਇੰਨੇ ਹੀ ਆ। ਕੁੜੀ ਲੈ ਕੇ ਭੱਜ ਗਈ, ਉਹ ਕੁੜੀ ਲੈ ਕੇ ਭੱਜ ਗਈ। ਕਹਿੰਦਾ ਮੇਰੇ ਕੋਲ ਤਾਂ ਮੈਂ ਤਾਂ ਇਕੱਲਾ ਫਸ ਗਿਆ, ਮੈਂ ਤਾਂ ਇੰਨੇ ਹੀ ਆ ਮੇਰੇ ਕੋਲ। ਤੁਹਾਡੇ ਪਿੰਡ ਦਾ ਇੱਕ ਇੱਥੇ ਬਹੁਤ ਵੱਡੀ ਸਕਰੀਨ ਰੂਮਾ ਉੱਪਲ ਇਜ਼ ਵੈਰੀ ਵੈਲ ਨੋਨ, ਔਰ ਇੱਥੇ MP ਵੀ ਨਹੀਂ ਇੰਨੇ ਹਾਂਜੀ ਪਪੂਲਰ ਜਿੰਨਾ ਰੂਮਾ ਉੱਪਲ ਪਪੂਲਰ ਹੈ। ਸੋ ਉਹਦੇ ਨਾਲ ਮੈਂ ਗੱਲਬਾਤ ਕਰਾਂਗਾ ਕਿ ਇਹ ਜਿਹੜਾ ਗੁਰਮੇਲ ਸਿੰਘ ਬੁੱਟਰ ਇਹ ਹੈ ਕਿਸ ਸ਼ਖਸੀਅਤ। ਹਾਂਜੀ, ਸੋ ਅਸੀਂ ਇਹ ਜਿਹੜਾ ਫਰਾਡ ਹੈ ਇਸ ਨੂੰ ਅਸੀਂ ਰੋਕਣਾ ਚਾਹੁੰਦੇ ਹਾਂ, ਕਿਉਂਕਿ ਬਹੁਤ ਵੱਡਾ ਫਰਾਡ ਹੈ। ਸਾਡੇ ਪਾਸ ਸਟੋਰੀ ਕਵਰ ਕੀਤੀ ਹੈ। ਲੈਟ ਮੀ ਟਾਕ ਟੂ them ਅਗੇਨ ਕਿ ਇਹਨਾਂ ਦਾ ਨੰਬਰ ਜਿਹੜੇ ਨੇ ਜਾਰੀ ਨੇ ਸਿੱਧੂ ਸਾਹਿਬ ਦੋਰੇ ਨੰਬਰ ਨਹੀਂ, ਇੱਕ ਨੰਬਰ ਜਿਹੜਾ ਗੁਰਮੇਲ ਸਿੰਘ ਵਾਲਾ ਨੰਬਰ ਆ ਜੀ ਉਹ ਲੱਗ ਰਿਹਾਗਾ, ਬਟ ਉਹ ਪਿਕ ਨਹੀਂ ਕਰ ਰਹੇ। ਦੂਸਰਾ ਨੰਬਰ ਉਹ ਲੱਗ ਹੀ ਨਹੀਂ ਰਿਹਾ ਜੀ। ਟਰਾਈ ਕਰੋ ਇੱਕ ਵਾਰ ਫਿਰ ਗੁਰਮੇਲ ਸਿੰਘ ਦੇ ਨਾਲ ਪ੍ਰੋਸੀਡ ਕਰਕੇ ਕੰਟੀਨਿਊਲੀ ਟਰਾਈ ਕਰ। ਹਾਂਜੀ, ਇੱਕ ਵਾਰ ਫਿਰ ਟਰਾਈ ਕਰ ਲਓ ਸਿੱਧੂ ਸਾਹਿਬ। 17 ਨੰਬਰ ਅਸੀਂ ਅਨਾਉਂਸ ਨਹੀਂ ਕਰਾਂਗੇ, ਪਰ ਅਸੀਂ ਜੇ ਕੋਈ ਵਿਅਕਤੀ ਜਾਣਦਾ ਹੈ ਬਲਵਿੰਦਰ ਸਿੰਘ ਨੂੰ ਵੈਨਕੂਵਰ ਦੇ ਵਿੱਚ ਜਾਂ ਦੁਨੀਆ ਵਿੱਚ ਕਿਤੇ ਵੀ ਸਾਨੂੰ ਕਾਲ ਕਰੋ, ਤਾਂ ਕਿ ਅਸੀਂ ਸਟੋਰੀ ਕਵਰ ਕਰਨਾ ਚਾਹੁੰਦੇ ਹਾਂ। ਇਹ ਇਹਨਾਂ ਵੱਲੋਂ ਲਾਏ ਜਾ ਰਹੇ ਦੋਸ਼ ਨੇ। ਅੱਛੀ ਗੱਲ ਹੈ ਗੁਰਦੀਪ ਸਿੰਘ, ਤੁਸੀਂ ਜੋ ਕਹੋਗੇ ਗੁਰਮੇਲ ਸਿੰਘ ਤੇ ਬਲਵਿੰਦਰ ਕੌਰ ਇਹਨਾਂ ਦੀਆਂ ਤਸਵੀਰਾਂ ਟੀਵੀ ਤੇ ਦਿਖਾ ਦਿਓ। ਹਾਂ, ਜਸ ਇਹਨਾਂ ਦੀਆਂ ਤਸਵੀਰਾਂ ਅਸੀਂ ਟੈਲੀਕਾਸਟ ਕਰਨੇ ਸਾਡੇ ਕੋਲ ਪੂਰੇ ਹੱਕ ਨੇ ਜੀ, ਔਰ ਇਹਨਾਂ ਦੀਆਂ ਤਸਵੀਰਾਂ ਨੂੰ ਫੌਰਨ ਦਿਖਾਇਆ ਜਾਵੇ, ਬਟ ਇਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਹਲੇ ਆ ਰਹੀਆਂ ਨੇ। ਐਨੀਵੇ ਕੁਝ ਸਮਾਂ ਲੱਗੇਗਾ ਟੈਲੀਕਾਸਟ ਕਰਨ ਨੂੰ।
ਔਰ ਇਹ ਗੁਰਮੇਲ ਸਿੰਘ ਨੇ ਇਹਨਾਂ ਨੂੰ ਟੈਲੀਫੋਨ ਡਾਇਲ ਕਰੋ ਇੱਕ ਮਿੰਟ ਸੇਮ ਟਾਈਮ ਤੇ ਜੀ। ਸੋ ਆਈ ਕੈਨ ਡਾਇਲ ਆਊਟ ਫਰਮ ਹੇਅਰ। ਸੋ ਮੇਰਾ ਖਿਆਲ ਨਹੀਂ ਕਿ ਮੇਰਾ ਨੰਬਰ ਇਹ ਬਿਲਕੁਲ ਉਹ ਪਿਕ ਨਹੀਂ ਕਰ ਰਹੇ ਜੀ, ਮੈਂ ਵਾਰੀ-ਵਾਰੀ ਜਸਟ ਰਿੰਗ ਕਰ ਦਿਓ ਇਹ ਤੇ ਤਾਂ ਕਿ ਪਤਾ ਲੱਗ ਸਕੇ ਇਹ ਰਿੰਗ ਕਰ ਦੇਣਾ ਜੀ। ਹਾਂਜੀ ਪਲੀਜ਼ ਹੋਲਡ ਕਰੋ। ਸੋ ਅਸੀਂ ਦੇਖਦੇ ਹਾਂ ਕਿ ਉਸ ਤੋਂ ਬਾਅਦ ਪ੍ਰੋਸੀਡ ਕਰਾਂਗੇ। ਸੋ ਇਹ ਤੂਰਕੋਟ ਦਾ ਆ ਔਰ ਜਿਸ ਸਟੇਟ ਇਹ ਤੁਸੀਂ ਐਲੀਗੇਸ਼ਨ ਲਾ ਰਹੇ ਹੋ ਔਰ ਵਨ ਸਾਈਡਡ ਸਟੋਰੀ ਆ ਔਰ ਗੁਰਮੇਲ ਸਿੰਘ ਬੁੱਟਰ ਸਾਹਿਬ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ ਨੇ ਔਰ ਵੀ ਡੋਂਟ ਨੋ। ਸੋ ਇਹ 40 ਲੱਖ ਰੁਪਈਆ ਆ, ਇਹ ਤੁਹਾਡੇ ਪਾਸ ਪ੍ਰੂਫ ਹੈ? ਤੁਸੀਂ ਕਿਵੇਂ ਪੈਸੇ ਦਿੱਤੇ ਆ? ਤੁਸੀਂ ਕਿਵੇਂ ਕੋਰਟ ਨੂੰ ਇਹ ਪ੍ਰੂਫ ਦਿਓਗੇ? ਪ੍ਰੂਫ ਕੀ ਤੁਹਾਡੇ ਕੋਲ ਚੈੱਕ ਦਿੱਤਾ ਆ ਜਾਂ ਫੋਟੋ ਖਿੱਚੀ ਹੈ? ਤੁਹਾਡੇ ਕੋਲ ਕੀ ਪ੍ਰੂਫ ਕੀ ਆ? ਨਹੀਂ ਸਾਡੇ ਕੋਲ ਪ੍ਰੂਫ, ਸਾਡੀ ਜੀ ਪੈਲੀ ਵੇਚੀ ਦਾ ਘਰੋਂ ਇਹ ਲੈ ਗਏ। ਸਾਡੇ ਕੋਲ 8 ਲੱਖ ਰੁਪਈਆ ਅਸੀਂ ਬੈਂਕ ਦਾ ਹਜੇ ਵੀ ਦੇਣਾ ਜੀ ਉਹ ਟਾਈਮ ਦਾ। ਨਹੀਂ ਤੁਸੀਂ ਪੈਸੇ ਦੇਣੇ ਹੋ ਸਕਦੇ ਆ। 32 ਲੱਖ ਦੀ ਅਸੀਂ ਪੈਲੀ ਵੇਚੀ ਆ ਜੀ। ਨਹੀਂ ਤੁਸੀਂ ਪੈਲੀ ਜਿਹੜੀ 2 ਕਿੱਲੇ ਮੈਂ ਵੇਚੀ ਆ ਜੀ ਆਪਦੀ। ਹੋਲਡ ਔਨ ਪਲੀਜ਼ 1 second। The customer you are calling is He's not picking up unavailable our at the phone. moment. Anyway. Please try. ਸੋ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਗੁਰਮੇਲ ਸਿੰਘ ਬੁੱਟਰ ਨੂੰ ਹੀ ਔਰ ਤੁਸੀਂ 7 ਦਿਨਾਂ ਦੇ ਵਿੱਚ ਵਿਆਹ ਤੋਂ ਬਾਅਦ ਉਹਨਾਂ ਨੂੰ ਪੈਸੇ ਮੰਗੇ ਆ, 7 ਦਿਨਾਂ ਦੇ ਵਿੱਚ ਇੰਨੀ ਜਲਦੀ ਕਿਵੇਂ ਰਜਿਸਟਰੀ ਹੋ ਗਈ ਜ਼ਮੀਨ ਦੀ? ਜ਼ਮੀਨ ਵਿਕ ਗਈ, ਫਿਰ ਬਿਆਨਾ ਹੋਇਆ ਔਰ ਰਾਈਟ ਵੀ ਜ਼ਮੀਨ ਖਰੀਦ ਲਈ। ਇਹ ਕਿਹਨੇ ਜ਼ਮੀਨ ਖਰੀਦੀ ਤੁਹਾਡੀ ਇੰਨੀ? ਜ਼ਮੀਨ ਸਰ ਜੀ ਇੱਥੇ ਪਿੰਡ ਸਾਡੇ ਲੈਣ ਨੂੰ ਹੁਣ ਚਾਹੇ ਅੱਜ ਤੋਂ 5 ਦਿਨਾਂ ਵਿੱਚ ਜ਼ਮੀਨ ਦੇ ਦਿਓ, ਲੈਣ ਨੂੰ ਤਾਂ ਤੁਹਾਨੂੰ ਪਤਾ ਹੀ ਹੈ। ਜਿਹੜੇ ਸਾਹੂਕਾਰ ਆ ਉਹ ਤਾਂ ਲੈਣ ਨੂੰ ਤਿਆਰ ਹੀ ਬੈਠੇ ਰਹਿੰਦੇ ਵੀ ਉਹ ਵੀ ਪੈਲੀ ਮਿਲ ਜਾਵੇ। ਸਾਡੀ ਪੈਲੀ ਲੈਣ ਨੂੰ ਪਹਿਲਾਂ ਹੀ ਤਿਆਰ ਬੈਠੇ ਸੀ ਬੰਦੇ। ਅਸੀਂ ਸੋ ਤੁਹਾਡੀ ਪੈਲੀ ਜਿਹੜੀ ਪਿੰਡ ਦੇ ਤੁਹਾਡੀ ਪੈਲੀ ਕਿਸ ਨੇ ਖਰੀਦੀ ਆ? ਉਹ ਹੈਗੇ ਜੀ ਪਖਤ ਡੈਰੀ ਵਾਲੇ। ਨਾ ਕੀ ਉਹਨਾਂ ਦਾ ਡੈਰੀ ਵਾਲੇ ਕੀ ਨਾਮ ਕੀ ਹੈ? ਭਗਤ ਸਿੰਘ ਜੀ। ਠੀਕ ਹੈ ਜੀ। ਅਸੀਂ ਜੇ ਇਨਕੁਆਇਰੀ ਕਰੀਏ ਤੇ ਜੇ ਕੋਈ ਗਲਤ ਨਿਕਲਿਆ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਉਸ ਤੇ? ਹਾਂਜੀ ਹਾਂਜੀ ਬਿਲਕੁਲ ਸਰ ਜੀ। ਇੱਕੋ ਮੈਂ ਪਿੰਡ ਪੂਰਾ ਵਸਦਾ, ਜਦੋਂ ਮਰਜ਼ੀ ਆ ਕੇ ਪੁੱਛ ਲਓ ਜੀ। ਪੂਰਾ ਤੁਹਾਡਾ ਕੇਸ ਹੈ ਕਿਸ ਥਾਣੇ ਵਿੱਚ ਤੁਸੀਂ ਕਿਸ ਥਾਣੇ ਵਿੱਚ ਰਜਿਸਟਰ ਕੀਤਾ? ਤਹਿਸੀਲ ਰਾਏਕੋਟ ਵਿੱਚ ਗਏ ਹੋ? ਤੁਹਾਡਾ ਪੁਲਿਸ ਸਟੇਸ਼ਨ ਕਿਹੜਾ ਹੈ? ਨਹੀਂ ਅਸੀਂ ਸਾਡਾ ਰਾਏਕੋਟ ਹੈ ਜੀ। ਪੁਲਿਸ ਸਟੇਸ਼ਨ ਤਾਂ ਪੁਲਿਸ ਸਟੇਸ਼ਨ ਤਾਂ ਰਾਏਕੋਟ ਆ ਤੇ ਮੈਂ ਮੋਹਾਲੀ ਚੰਡੀਗੜ੍ਹ NRI ਬੈਂਕ ਚ ਜਾ ਕੇ ਕੇਸ ਲਾ ਕੇ ਆਇਆ ਤੇ ਮੇਰਾ ਜਗਰਾਉਂ ਕੇਸ ਆ ਗਿਆ ਜੀ NRI ਬੈਂਕ ਚ। NRI ਬੈਂਕ ਦੇ ਵਿੱਚ ਤੁਹਾਡਾ ਕੇਸ ਜਿਹੜਾ ਆ ਉਹ ਠੀਕ ਹੈ। ਵੀ ਵਿਲ ਚੈੱਕ ਦੈਟ। ਸਿੱਧੂ ਸਾਹਿਬ NRI ਪੁਲਿਸ ਡਿਪਾਰਟਮੈਂਟ ਨੂੰ ਕਾਲ ਕਰਕੇ ਇਹ ਅਸੀਂ ਵੀ ਗੋਇੰਗ ਟੂ ਵੈਰੀਫਾਈ ਜਿਹੜਾ ਸਾਨੂੰ ਪਹਿਲਾਂ ਕਰਨਾ ਚਾਹੀਦਾ ਸੀ। ਵੀ ਅਪੋਲੋਜਾਈਜ਼ ਬਟ ਆਈ ਐਮ ਗੋਇੰਗ ਟੂ ਫਾਈਂਡ ਆਊਟ। ਔਰ ਜੋ ਤੁਸੀਂ ਕਹੋਗੇ ਸੱਚ ਕਹੋਗੇ। ਹੁਣ ਇਸ ਵਾਸਤੇ ਤੁਸੀਂ ਲਾਈਨ ਨੂੰ ਹੋਲਡ ਰੱਖੋ ਔਰ ਇਹਦੇ ਵਿੱਚ ਤੁਸੀਂ ਵੇਖ ਲਓ ਕਿ ਇਹ 2009 ਦੇ ਵਿੱਚ ਸ਼ਾਦੀ ਹੋਈ ਆ ਔਰ 40 ਲੱਖ ਰੁਪਈਆ ਇਹ ਕਹਿੰਦੇ ਕਿ 35 ਲੱਖ ਕੈਸ਼ ਲਿਆ, ਬਾਕੀ ਉੱਪਰ ਇਹਨਾਂ ਨੇ ਵਿਆਹ ਤੇ ਲੱਗਾ ਆ। ਔਰ 5 ਲੱਖ ਕਿੱਥੇ ਖਰਚੇ ਤੁਸੀਂ? ਹਾਂਜੀ ਸਰ ਜੀ 35 ਲੱਖ ਕੈਸ਼ ਲੈ ਗਏ ਨੇ, 5 ਲੱਖ ਕਿਹੜਾ ਹੋਰ ਤੁਸੀਂ ਐਡ ਕਰ ਰਹੇ ਹੋ? 5 ਲੱਖ ਜੀ 3 ਲੱਖ ਰੁਪਈਆ ਮੇਰਾ ਵਿਆਹ ਤੇ ਲੱਗਿਆ ਜੀ। 2 ਲੱਖ ਰੁਪਏ ਦਾ ਗਹਿਣੇ ਗੁਣੇ ਪਾਏ ਇਹਨਾਂ ਨੇ, ਸੋਨਾ ਪਾਇਆ ਕੁੜੀ ਨੂੰ। ਆਈ ਸੀ। ਸੋ ਤੁਹਾਡੇ ਕਹਿਣ ਭਾਵੇਂ ਟੋਟਲ 40 ਲੱਖ ਦਾ ਲੱਗਾ ਹੈ। ਇਹ ਤਾਂ ਨਹੀਂ ਕਿ ਤੁਸੀਂ ਤੁਹਾਡੀ 40 ਲੱਖ ਤੁਹਾਨੂੰ ਸਪਾਂਸਰ ਨਹੀਂ ਕੀਤੇ, ਮਤਲਬ ਕਿ ਕੁੜੀ ਇੱਕ ਹੋਰ ਹੀ ਲੈ ਆਏ, ਉਹਨਾਂ ਦੀ ਕੁੜੀ ਨਹੀਂ ਸੀਗੀ। ਸੋ ਕੁੜੀ ਦਿਖਾ ਕੇ ਵਿਆਹ ਤੇ ਕਰ ਦਿੱਤਾ। ਹਾਂਜੀ ਪਰ ਤੂੰ ਪੁੱਛਿਆ ਨਹੀਂ ਕਿ ਕੁੜੀ ਦਾ ਪਿੰਡ ਕਿਹੜਾ ਹੈ, ਕੁੜੀ ਦੇ ਮਾਂ-ਬਾਪ ਕੌਣ ਨੇ ਔਰ ਤੁਹਾਨੂੰ ਪਤਾ ਕੁਛ ਕਿ ਕੁੜੀ ਜਿਹੜੀ ਆ ਉਹ ਕਿੱਥੋਂ ਦੀ ਆ ਔਰ ਪੇਰੈਂਟਸ ਕਿੱਥੋਂ ਦੇ ਨੇ? ਇਹ ਕੁਛ ਨਹੀਂ ਪਤਾ ਤੈਨੂੰ? ਨਹੀਂ ਸਰ ਜੀ ਕੁਛ ਨਹੀਂ ਇਹਨਾਂ ਨੇ ਪਤਾ ਲੱਗਣ ਦਾ। ਨੇੜਾ ਪਾਤਾ ਸੀ ਮੂਰੇ, ਬਸ ਮੰਨ ਲਓ ਐਂ ਹੋ ਗਿਆ ਸੀ ਵੀ ਕੈਨੇਡਾ ਵਾਲੀ ਕੁੜੀ ਆ, ਬਸ ਠੀਕ ਆ ਵਿਆਹ ਹੋ ਗਿਆ, ਬਾਹਰ ਹੀ ਕਰਤਾ ਨਾ। ਅੱਜ ਦੇ ਪ੍ਰੋਗਰਾਮ ਵਿੱਚ ਸਵਾਲ ਮੇਰਾ ਇਹ ਆ ਸੁਣਨ ਵਾਲੇ ਸੋਚਿਆਂ ਨੂੰ ਕਿ ਇਹਦੇ ਵਿੱਚ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ। ਮੈਂ ਹੈਰਾਨ ਹੈ ਕਿ ਜਿਹੜਾ ਪਰਿਵਾਰ ਸ਼ਾਦੀ ਕਰਦਾ ਲੜਕੀ ਦੇ ਨਾਲ, ਜੇ ਲੜਕੀ ਇਕੱਲੀ ਵੀ ਆਈ ਰਿਸ਼ਤੇਦਾਰ ਦੇ ਨਾਲ, ਪੁੱਛਦੇ ਕਿ ਰਿਸ਼ਤੇਦਾਰ ਤੁਸੀਂ ਕੌਣ ਹੈ, ਤੁਸੀਂ ਕਿਵੇਂ ਤੁਸੀਂ ਲੜਕੀ ਦੇ ਮਾਂ-ਬਾਪ ਨਾਲ ਵੀ ਨਹੀਂ ਗੱਲ ਕੀਤੀ ਔਰ ਲੜਕੀ ਫਿਰ ਇਹਨਾਂ ਨਾਲ ਕਿਵੇਂ ਆ ਗਈ? ਲੜਕੀ ਕਿਵੇਂ ਆਈ ਇਹਨਾਂ ਨਾਲ? ਇਹ ਜੀ ਮਾਂ ਬਣ ਕੇ ਇਹ ਹੋਟਲ ਚ ਆਏ ਹੋਏ ਸੀ, ਸਨੀਮੋਨ ਹੋਟਲ ਜਗਰਾਉਂ ਚ। ਇਹ ਮਾਂ ਬਣ ਕੇ ਹੀ ਆਈ ਸੀ, ਉਹਦੀ ਮਾਸੀ ਆ ਕਹਿੰਦੀ ਮੈਂ। ਤੇ ਅਸੀਂ ਕਿਹਾ ਚਲੋ ਠੀਕ ਆ, ਸਾਨੂੰ ਤਾਂ ਇੰਨਾ ਪਤਾ ਨਹੀਂ ਸੀ ਸਰ ਜੀ ਉਸ ਟਾਈਮ, ਅੱਜ ਤੋਂ 10 ਸਾਲ ਪਹਿਲਾਂ। ਸਾਨੂੰ ਤੁਹਾਡੇ ਮਾਪੇ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਲੜਕੀ ਤੁਸੀਂ ਪੁੱਛਿਆ ਨਹੀਂ ਮਹੀਨੇ ਵਿੱਚ ਤੇਰੇ ਮੰਮੀ ਡੈਡੀ ਨੂੰ ਮੇਰੀ ਗੱਲ ਕਰਾਓ? ਹਾਂਜੀ ਔਰ ਅਸੀਂ ਦਿਖਾ ਰਹੇ ਹਾਂ ਇਹ ਹੈ ਵਿਚੋਲਣ ਅਤੇ ਵਿਚੋ ਜੀ। ਹਾਂਜੀ ਤੇ ਜਦੋਂ ਮੈਂ ਜੀ ਮਹੀਨਾ ਰਹਿ ਕੇ ਗਈ ਇਹ ਜੇ ਇੱਥੋਂ ਮੇਰੇ ਕੋਲੋਂ ਬਾਹਰ ਗਏ ਇੱਥੋਂ ਚੜ੍ਹਨ ਲੱਗੇ, ਮੈਂ ਨਾ ਸਾਰੀ ਗੱਲਬਾਤ ਇਹਨੂੰ ਐਂ ਪੁੱਛਿਆ ਵੀ ਐਂ ਕਰਕੇ ਮੰਮੀ ਡੈਡੀ ਤੇਰੇ, ਤੇ ਕਹਿੰਦੀ ਕੋਈ ਨਾ ਮੈਂ ਗੱਲ ਕਰਾਉਣੀ ਆ। ਤੇ ਬੰਦ ਤਾਂ ਫੋਨ ਬੰਦ ਕਰ ਦੇਣੇ ਸੀ ਜਾ ਕੇ। ਨਹੀਂ ਤੈਨੂੰ ਤਾਂ ਤੁਸੀਂ ਤਾਂ ਮੈਨੂੰ ਕਿਹਾ ਕਿ ਤੁਸੀਂ ਤਾਂ ਮੈਨੂੰ ਕਿਹਾ ਕਿ ਨੰਬਰ ਦਿੱਤਾ ਹੀ ਨਹੀਂ ਕਿ ਤੁਹਾਡੀ ਘਰ ਵਾਲੀ ਨੇ। ਮੈਨੂੰ ਨੰਬਰ ਨਹੀਂ ਦਿੱਤਾ ਹੈਗਾ, ਬਲਵਿੰਦਰ
ਕਰਾ ਰਹੀ ਸੀ ਸਾਡੀ ਆ ਦੇਖ ਲਓ ਕਿ ਬਲਵਿੰਦਰ ਕੌਰ ਹੈ ਤੇ ਨਾਲ ਇਸ ਤੇ ਜਿਹੜਾ ਆ ਗੁਰਮੇਲ ਸਿੰਘ ਬੁੱਟਰ ਹੈ। ਹੁਣ ਅਸੀਂ ਪਬਲਿਕ opinion ਲੈਣੀ ਚਾਹਾਂਗੇ, ਤੁਸੀਂ ਲਾਈਨ ਹੋਲਡ ਰੱਖਣਾ। ਅੱਜ ਤੁਸੀਂ ਇੱਕ ਸਾਈਡ ਸਟੋਰੀ ਹੈ ਔਰ ਜੇ ਤੁਸੀਂ ਕੋਈ ਵੀ ਐਲੀਗੇਸ਼ਨ ਲਾਓਗੇ ਤੁਸੀਂ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਔਰ ਸਾਡੀ ਕੰਪਨੀ ਬਿਲਕੁਲ ਰਿਸਪੌਂਸਿਬਿਲਟੀ ਨਹੀਂ ਹੈ, ਵਨ ਸਾਈਡਡ ਸਟੋਰੀ ਅਸੀਂ ਲੈ ਰਹੇ ਹਾਂ। ਸੋ ਇਸ ਵੇਲੇ ਬਲਵਿੰਦਰ ਕੌਰ ਆਪ ਪ੍ਰੋਗਰਾਮ ਨੂੰ ਵੇਖਦੀ ਹੋਵੇ ਜਾਂ ਫਿਰ ਗੁਰਮੇਲ ਸਿੰਘ ਬੁੱਟਰ ਆਪ ਪ੍ਰੋਗਰਾਮ ਨੂੰ ਸੁਣਦੇ ਹੋਣ, ਤੁਸੀਂ ਸਾਡੇ ਸਤਿਕਾਰਯੋਗ ਹੋ, ਤੁਸੀਂ ਸਾਨੂੰ ਕਾਲ ਕਰੋ ਤਾਂ ਕਿ ਦੱਸੋ ਕਿ ਇਸ ਵਿੱਚ ਸੱਚ ਕੀ ਹੈ ਤੇ ਝੂਠ ਕੀ ਹੈ। ਪਰ ਇਹਨਾਂ ਦੇ ਉੱਪਰ ਫਰਾਡ ਦਾ ਪਰਚਾ ਹੋ ਚੁੱਕਾ। ਆਓ ਅਸੀਂ ਪ੍ਰੋਸੀਡ ਕਰਦੇ ਹਾਂ ਸਟੋਰੀ ਨੂੰ। ਪਬਲਿਕ opinion ਲੈਣੀ ਚਾਹਾਂਗੇ ਪਲੀਜ਼। ਸੋ ਸਭ ਪਬਲਿਕ opinion ਲਈ ਕਾਲ ਕਰੋ ਜੀ। Very sad story. ਅਸੀਂ ਇਸ ਵੇਲੇ ਪਬਲਿਕ opinion ਵਿੱਚ ਸਾਰਿਆਂ ਦਾ ਵੈਲਕਮ ਕਰਦੇ ਹਾਂ। ਅਤੇ ਤੁਸੀਂ ਸਵਾਲ ਕਰੋ ਇਸ ਲੜਕੀ ਨੂੰ, ਤੁਹਾਡੇ ਮੁਤਾਬਕ 35 ਲੱਖ ਰੁਪਈਆ ਦਿੱਤਾ, 2009 ਦੇ ਵਿੱਚ ਸ਼ਾਦੀ ਹੋਈ, ਕੈਨੇਡਾ ਦੀ ਪਹੁੰਚਿਆ, ਗੁਰਮੇਲ ਸਿੰਘ ਬੁੱਟਰ ਨੇ ਪੈਸੇ ਲਏ ਨੇ ਅਤੇ ਲੜਕੀ ਕੋਈ ਹੋਰ ਲੈ ਕੇ ਗਏ ਆ, ਲੜਕੀ ਦੇ ਮਾਂ-ਬਾਪ ਦਾ ਪਤਾ ਨਹੀਂ ਹੈ ਔਰ ਅਸੀਂ ਅੰਡਰਸਟੈਂਡਿੰਗ ਕਰ ਰਹੇ ਕਿ ਕੀ ਹੋ ਰਿਹਾ ਹੈ ਹਾਂਜੀ ਦੁਨੀਆ 'ਚ। ਆਓ ਅਸੀਂ ਸਟੋਰੀ ਪ੍ਰੋਸੀਡ ਕਰਦੇ ਹਾਂ। ਕਾਲ ਕਰੋ ਔਰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਸਾਡੇ ਸੋਤੇ ਕਰਨਗੇ। ਜੱਜਮੈਂਟ ਤੁਹਾਡੀ ਕੀ ਹੈ? ਸੁਣਨ ਵਾਲੇ ਸੋਤਿਆਂ ਦੀ, ਦੇਖਣ ਵਾਲੇ ਦਰਸ਼ਕਾਂ ਜੱਜਮੈਂਟ ਦਿਓ ਆਪਣੀ। ਹਾਂਜੀ ਕਾਲਰ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਤੁਹਾਡੀ ਕੀ ਜੱਜਮੈਂਟ ਭੈਣ ਜੀ ਇਸ ਕੇਸ ਬਾਰੇ? ਕੀ ਕਹਿਣਾ? ਸਤਿ ਸ਼੍ਰੀ ਅਕਾਲ ਭਾਜੀ। ਮੈਨੂੰ ਏਦਾਂ ਲੱਗ ਰਿਹਾ ਜਿੱਦਾਂ ਕਿ ਇਹ ਇੱਕ ਕੰਟਰੈਕਟ ਮੈਰਿਜ ਸੀ, ਪੈਸੇ ਦੇ ਕੇ ਵਿਆਹ ਹੋਇਆ ਸੀ ਔਰ ਕੁੜੀ ਨੇ ਸਪਾਂਸਰ ਨਹੀਂ ਕੀਤਾ। ਲਾਈਕ ਜੋ ਇਹ ਲੱਗ ਰਿਹਾ ਸੁਣ ਕੇ, ਮਤਲਬ ਪੈਸੇ ਲੈ ਕੇ ਵਿਚੋਲੇ ਤੇ ਕੁੜੀ ਨੂੰ ਵੀ ਪਤਾ ਸੀ ਕਿ ਇਹ ਵਿਆਹ ਇੱਕ ਕੰਟਰੈਕਟ ਆ। ਕਿਉਂਕਿ ਦੇਖੋ ਸਰ, ਸਿੱਧੀ ਜੀ ਗੱਲ ਆ, ਕੌਣ ਬਿਨਾਂ ਕੁੜੀ ਦੇ ਘਰ ਦੇ ਦੇਖ ਕੇ ਅਸਲੀ ਵਿਆਹ ਕਰਦਾ? ਇਹ ਸਿਰਫ ਇੱਕ ਕੰਟਰੈਕਟ ਸੀ। ਤੇ ਕੁੜੀ ਕਿਵੇਂ ਚਲੇ ਗਈ? 21 ਸਾਲ ਦੀ ਕੁੜੀ ਨੂੰ ਕੌਣ ਲੈ ਕਿਵੇਂ ਲੈ ਗਏ? ਚਾਹੇ ਕੁੜੀ ਘਰੋਂ ਜਿਹੜੀ ਆ, ਉਹ ਜਿਹੜਾ ਟਾਈਮ ਸੀ 2009 ਦਾ, ਉਦੋਂ ਇਹ ਟ੍ਰੈਂਡ ਸੀ ਪੰਜਾਬ ਦੇ ਵਿੱਚ, ਉਦੋਂ ਏਦਾਂ ਹੁੰਦਾ ਸੀ। ਆਈ ਸੀ। ਇਹ ਮੈਨੂੰ ਸਵਾਲ ਇਹ ਪੈਦਾ ਹੁੰਦਾ ਤੁਹਾਡੇ ਜਿਹਨੇ ਸੁਣਨ ਵਾਲੇ ਨੇ ਕਿ ਇਹ ਲੜਕੀ ਫਿਰ ਕਿਵੇਂ ਕਿਸ ਤਰ੍ਹਾਂ 18 ਸਾਲ ਦੀ ਲੜਕੀ ਸੀ ਇਹ ਕਹਿੰਦਾ, ਤੇ 18 ਸਾਲ ਦੀ ਸਰ ਉਹਦੇ ਕੋਈ ਰਿਲੇਟਿਵ ਹੋਣ ਜਾਂ ਉਹਨੂੰ ਕੁਝ ਦੱਸਿਆ ਹੀ ਨਾ ਹੋਵੇ। ਆਈ ਡੋਨਟ ਨੋ ਕਿ ਮਤਲਬ ਸੁਣ ਕੇ ਹੀ ਲੱਗ ਰਿਹਾ ਕਿ ਇਹ ਰੀਅਲ ਮੈਰਿਜ ਨਹੀਂ ਸੀ, ਇਹ ਫੇਕ ਸੀ। ਆਈ ਸੀ। ਅਗਲੀ ਕਾਲ ਤੇ ਜਾਂਦੇ ਆ, ਨੈਕਸਟ ਕਾਲ ਜੀ। ਆਓ ਸਾਨੂੰ ਜੱਜਮੈਂਟ ਦਿਓ ਆਪਣੀ। ਕਾਲਰ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੁੰਦੇ ਇਸ ਜਿਹੜੇ? ਮੈਨੂੰ ਲੱਗਦਾ ਜੀ ਇਹ ਭਾਜੀ ਥੋੜਾ ਝੂਠ ਬੋਲਦੇ ਆ। ਏਦਾਂ ਤਾਂ ਕਦੀ ਵੀ ਨਹੀਂ ਹੁੰਦਾ ਕਿ ਕੋਈ 3 ਦਿਨ ਵਿਆਹ ਤੋਂ ਬਾਅਦ ਕਹਿ ਦੇਵੇ ਜੀ 35 ਲੱਖ ਰੁਪਇਆ ਚਾਹੀਦਾ ਤੇ ਮੁੰਡਾ ਦੇ ਦਿੰਦਾ। ਇਹ ਭਾਜੀ ਪ੍ਰੋਪਰ ਗੱਲ ਨਹੀਂ ਦੱਸ ਰਹੇ ਕਿ ਗੱਲ ਕੀ ਹੋਈ ਜੀ। ਗੁਰਦੀਪ ਤੁਸੀਂ ਸੱਚੀ ਗੱਲ ਦੱਸੋ ਕਿ ਗੱਲ ਕੀ ਹੋਈ ਵਿੱਚੋਂ, ਬੋਲੋ। ਸਰ ਜੀ ਮੇਰੇ ਆ ਕੇ ਨਾ, ਮੈਂ ਇਹ ਭਾਈ ਜੀ ਜਦੋਂ ਕਹਿ ਰਹੇ ਆਪਦੀ ਜੱਜਮੈਂਟ ਦੇ ਰਿਹਾ, ਪਰ ਮੈਂ ਰੱਬ ਨੂੰ ਜਾਨ ਦੇਣੀ ਹੈ ਜੀ ਜੇ ਮੈਂ ਇੱਕ ਪੈਸੇ ਦਾ ਵੀ ਝੂਠ ਬੋਲਾਂ। ਨਹੀਂ ਰੱਬ ਨੂੰ ਜਾਨ ਤਾਂ ਦੇਣੀ ਆ, ਪਰ ਰੱਬ ਨੂੰ ਜਾਨ ਤਾਂ ਦੇਣੀ ਆ, ਪਰ ਤੁਸੀਂ ਕਹਿੰਦੇ ਆ ਕਿ ਪਹਿਲਾਂ ਤਾਂ ਪੈਸੇ ਦੀ ਗੱਲ ਹੀ ਨਹੀਂ ਹੋਈ, ਕੋਈ ਵਿਆਹ ਤੋਂ ਬਾਅਦ ਪੈਸੇ ਮੰਗੇ ਆ। ਇਹ ਕਿਵੇਂ ਹੋ ਸਕਦਾ? ਲੋਕੀ ਪਹਿਲਾਂ ਪੈਸੇ ਮੰਗਦੇ ਆ ਤੇ ਫਿਰ ਵਿਆਹ ਵਿੱਚ ਕਰਦੇ ਆ। ਇਹਦੇ ਵਿੱਚ ਕੋਈ ਤੁਸੀਂ ਝੂਠ ਲੁਕੋ ਰਹੇ ਹੋ। ਜੇ ਤੁਸੀਂ ਝੂਠ ਲੁਕਾਵੋਗੇ ਤਾਂ ਤੁਹਾਡੇ ਚਾਰਜ ਲਾ ਸਕਦੇ ਨੇ ਭਾਜੀ। ਜੇ ਸਾਡਾ ਕਿਸੇ ਨਾਲ ਵਿਆਹ ਹੁੰਦਾ, ਇਹਨਾਂ ਨੇ ਗੁਰਮੇਲ ਸਿੰਘ ਬੁੱਟਰਾ ਇਹਦੀ ਪਹਿਲਾਂ ਹੀ ਮੰਨ ਲਓ ਇਹਦਾ ਹੀ ਰਾਜਨੀਤੀ ਬਣਾਈ ਹੋਈ ਸੀ ਵੀ ਪੈਸੇ ਲੈਣੇ ਆ ਸੀ ਭਾਜੀ। ਉਹ ਭਾਜੀ ਮੇਰੀ ਗੱਲ ਸੁਣਿਓ, ਉਹਨਾਂ ਨੇ ਜਦੋਂ ਵਿਆਹ ਹੋਇਆ ਦੂਏ ਦਿਨ ਹੀ ਇਹਨੇ ਪੈਸੇ ਨੂੰ ਸਾਨੂੰ ਕਹਿਤਾ ਸੀ। ਫਿਰ ਤੁਹਾਨੂੰ ਦੇਣੇ ਨਹੀਂ ਚਾਹੀਦੇ ਸੀ। ਇਦਾਂ ਥੋੜਾ ਹੁੰਦਾ ਕਿ ਜੇ ਰੀਅਲ ਮੈਰਿਜ ਹੋਈ ਆ ਤਾਂ ਤੁਸੀਂ ਤੀਜੇ ਦਿਨ ਪੈਲੀ ਵੇਚ ਕੇ ਪੈਸੇ ਦੇ ਦਿੱਤੇ। ਇਹ ਤਾਂ ਕੋਈ ਵੀ ਨਹੀਂ ਮੰਨੂਗਾ। ਤੁਸੀਂ ਪੁੱਛਿਆ ਨਹੀਂ ਤੁਹਾਨੂੰ ਪੈਸੇ ਕਾਹਦੇ ਚਾਹੀਦੇ, ਤੁਸੀਂ ਪਹਿਲਾਂ ਗੱਲ ਨਹੀਂ ਕੀਤੀ। ਇਹਦਾ ਸਾਫ਼ ਹੀ ਪਤਾ ਲੱਗਦਾ ਵਾ। ਜੇ ਤੁਸੀਂ ਗੱਲ ਰੁਕਾਵੋਗੇ ਤਾਂ ਇਹਦਾ ਫਾਇਦਾ ਨਹੀਂ। ਜੇ ਤੁਸੀਂ ਸੱਚ ਦੱਸੋ ਤਾਂ ਮੈਂ ਤੁਹਾਨੂੰ ਵਾਅਦਾ ਕਰਦਾ ਕਿ ਤੁਹਾਨੂੰ ਅਸੀਂ ਪੈਸੇ ਦਿਵਾਉਣ ਦੇ ਵਿੱਚ ਪੂਰੀ ਮਦਦ ਕਾਨੂੰਨ ਦੇ ਮੁਤਾਬਕ ਕਰ ਸਕਦੇ ਹਾਂ। ਔਰ ਤੁਸੀਂ ਮੈਨੂੰ ਦੱਸ ਦਿਓ ਕਿ ਤੁਹਾਡੀ ਪਹਿਲਾਂ ਹੀ ਗੱਲ ਬਣੀ ਆ, ਪਹਿਲਾਂ ਡੀਲ ਬਣੀ ਹੈ ਕਿ ਇੰਨੇ ਪੈਸੇ ਲੈਣੇ ਤੇ ਇੰਨੇ ਅਸੀਂ ਦੇਵਾਂਗੇ, ਤਾਂ ਠੀਕ ਹੈ ਕਿ ਸਾਡਾ ਤੁਸੀਂ ਮੁੰਡਾ ਚਲੇ ਜਾਊਗਾ। ਜੇ ਤੁਸੀਂ ਮੈਨੂੰ ਸੱਚ ਦੱਸੋਗੇ। ਸਰ ਜੀ ਜਿੱਦਣ ਮੇਰਾ ਡੈਡੀ, ਮੇਰੀ ਗੱਲ ਸੁਣੋ, ਜਿੱਦਣ ਇਹ ਸਾਨੂੰ ਮਿਲੇ ਆ ਨਾ ਜੀ, ਮੇਰਾ ਡੈਡੀ ਜਾ ਕੇ ਆਇਆ ਵਾ, ਇਹਨਾਂ ਗੱਲਬਾਤ ਹੋਈ ਤੋਂ ਆ ਗਿਆ। ਦੂਏ ਦਿਨ ਮੈਨੂੰ ਇਹਨਾਂ ਨੇ ਅੰਗੇਜਮੈਂਟ, ਤੀਏ ਦਿਨ ਮੇਰੀ ਅੰਗੇਜਮੈਂਟ ਹੋਈ ਆ। ਉਦੋਂ 30 ਦਿਨ ਬਾਅਦ 3 ਦਿਨਾਂ 4 ਦਿਨਾਂ ਇਹਨਾਂ ਨੇ ਵਿਆਹ ਰੱਖਿਆ। ਮੈਂ ਝੂਠ ਨਹੀਂ ਬੋਲਦਾ ਹੈਗਾ। ਵਿਆਹ ਤੋਂ ਬਾਅਦ ਸਾਰੇ ਪੈਸੇ ਪਿੰਡੋਂ ਲੈ ਕੇ ਦਿੱਤੇ ਆ, ਮੇਰੀ ਪੈਲੀ ਵੇਚੀ, ਮੇਰੇ ਕੋਲ ਸਬੂਤ ਆ। ਮੇਰੇ ਕੋਲ ਇੱਕੋ ਇੱਕ ਸਬੂਤ ਆ ਮੇਰੇ ਕੋਲ। ਨਹੀਂ ਇਹ FRI ਕਰ ਨਹੀਂ ਰਹੇ ਸੀ, ਇੱਕੋ ਇੱਕ ਸਬੂਤ ਦੇ ਕਾਰਨ ਹੀ ਇਹਨਾਂ ਤੇ FRI ਹੋਈ ਨਹੀਂ। FRI ਨਹੀਂ ਕਰਦੇ ਕੋਈ ਵੀ, ਥਾਣਾ ਆ ਕੇ ਜਾਂਚ ਕਰਦਾ ਵਾ ਕੇ ਪਿੰਡ 'ਚ ਇਹ ਬਾਕੀ ਗੱਲ ਹੋਈ ਹੈ ਜਾਂ ਨਹੀਂ ਹੋਈ ਹੈਗੀ। ਮੈਂ ਝੂਠ ਕਿਉਂ ਬੋਲੂੰਗਾ ਸਰ? ਤੁਹਾਡੇ ਫਾਦਰ ਸਾਹਿਬ ਕੌਣ ਨੇ? ਨਹੀਂ ਮੇਰੇ ਫਾਦਰ ਸਾਹਿਬ ਥੱਲੇ ਆ ਜੀ, ਮੈਂ ਕੋਠੇ ਤੇ ਜਿਹੜਾ ਰੇਂਜ ਟੁੱਟ ਰਹੀ ਸੀ। ਐਸੇ ਆਪਣੇ ਫਾਦਰ ਨੂੰ ਤੁਸੀਂ ਬੁਲਾਓ, ਉੱਪਰ ਬੁਲਾਓ, ਥੱਲੇ ਨਹੀਂ ਜਾਣਾ, ਤੁਸੀਂ ਉੱਪਰ ਬੁਲਾਓ ਏਦਾਂ ਹੀ।
ਹਾਂਜੀ ਇਸ ਹੋਰ ਤਰ੍ਹਾਂ ਕਰਕੇ। ਥੱਲੇ ਨਹੀਂ ਜਾਣਾ, ਤੁਸੀਂ ਥੱਲੇ ਨਹੀਂ ਜਾਣਾ, ਉੱਪਰ ਹੀ ਰਹਿਣਾ ਪਲੀਜ਼। ਇੱਥੋਂ ਉੱਪਰੋਂ ਆਵਾਜ਼ ਦਿਓ, ਮੈਨੂੰ ਸੁਣਨੀ ਚਾਹੀਦੀ ਆਵਾਜ਼ ਤੁਹਾਡੀ। ਓਕੇ ਜੀ ਓਕੇ। ਇੱਥੋਂ ਆਵਾਜ਼ ਦਿਓ, ਉੱਚੀ ਉੱਚੀ ਆਵਾਜ਼ ਦਿਓ, ਆਪਣੇ ਫਾਦਰ ਸਾਹਿਬ ਨੂੰ ਬੁਲਾਓ। ਹਰੀ ਅਪ ਪਾਪਾ ਆ ਗੱਲ ਕਰੀ ਬਸ ਗੱਲ ਕਰਨੀ ਸਟੂਡੀਓ ਤੇ ਆਇਆ ਗੱਲਾਂ ਇੱਥੇ ਆ ਗੱਲ ਦੱਸੀ ਨਾ ਮਾਰੇ ਵੀ ਕੀ ਗੱਲ ਹੋਈ ਹੈ, ਵੀ ਪੈਸੇ ਦੀ ਕੀ ਗੱਲ ਬਸ ਕਿੰਨੀ। ਹੈਲੋ 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 ਹਾਂਜੀ ਹਰਦਿਆਲ ਸਿੰਘ, ਤੁਸੀਂ ਇਸ ਲੜਕੇ ਦੇ ਬਾਪ ਬੋਲਦੇ ਹੋ? ਹਾਂਜੀ ਹਾਂਜੀ ਮੁੰਡੇ ਦਾ ਬਾਪ ਹਾਂ ਜੀ। ਅਸੀਂ, ਤੁਸੀਂ ਸੱਚ ਬੋਲਣਾ ਝੂਠੀ ਬੋਲਣਾ, ਅਸੀਂ ਕਾਨੂੰਨ ਦੇ ਮੁਤਾਬਕ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ ਤੇ ਮਦਦ ਕਰਾਂਗੇ। ਲੋਕਾਂ ਦੀ, ਹਜ਼ਾਰਾਂ ਲੋਕਾਂ ਦੀ ਮਦਦ ਕੀਤੀ ਹੈ ਇਸ BBC ਟੋਰਾਂਟੋ ਚੈਨਲ ਨੇ। ਅਸੀਂ ਜਾਣਨਾ ਚਾਹੁੰਦੇ ਤੁਹਾਡੇ ਦੇ ਕੋਲੋਂ ਕਿ ਗੁਰਮੇਲ ਸਿੰਘ ਬੁੱਟਰ ਜੋ ਲੜਕੀ ਨੂੰ ਲੈ ਕੇ ਆਇਆ ਸੀ, ਤਾਂ ਲੜਕੀ ਜਿਹੜੀ ਸੀਗੀ ਉਹ ਉਹਨਾਂ ਦੀ ਨਹੀਂ ਸੀ, ਕੋਈ ਪਰਾਈ ਲੜਕੀ ਨੂੰ ਲੈ ਕੇ ਆਇਆ, ਨਾਲ ਉਹਦੇ ਬਲਵਿੰਦਰ ਕੌਰ ਗੁੜਿਆ ਤੋਂ ਸੀ। ਇਹ ਇੱਕ ਸੱਚ ਹੈ। ਅਤੇ ਜਿਹੜਾ 35 ਲੱਖ ਰੁਪਏ ਤੁਸੀਂ ਦੇਣਾ ਸੀਗਾ, ਇਹ ਵਿਆਹ ਤੋਂ ਪਹਿਲਾਂ ਹੀ ਤੁਹਾਡੀ ਡੀਲ ਬਣ ਗਈ ਸੀ ਕਿ ਅਸੀਂ ਵਿਆਹ ਕਰਦੇ ਹੋ ਤਾਂ ਤੁਹਾਨੂੰ 35 ਲੱਖ ਦੇਵਾਂਗੇ, ਇਹ ਇਸ ਤਰ੍ਹਾਂ ਡੀਲ ਹੋਈ ਸੀ? ਇਹ ਜੀ ਵਿਆਹ ਤੋਂ ਬਾਅਦ ਦਿੱਤਾ ਵਾ 3 ਦਿਨਾਂ ਬਾਅਦ। ਨਹੀਂ, ਦਿੱਤੇ ਪੈਸੇ ਬਾਅਦ ਵਿੱਚ ਮੰਗ ਕਰੀ ਆ। ਨਹੀਂ, ਪਹਿਲਾਂ ਇਹਨਾਂ ਨੇ ਗੱਲ ਕੀਤੀ ਸੀ ਕਿ 35 ਲੱਖ ਲਾਵਾਂਗੇ ਅਸੀਂ। ਜੀ ਬਸ ਕਲੀਅਰ ਤਸਵੀਰ ਆ ਲੜਕੀ ਦੀ, ਉਹ ਵੀ ਆ ਰਹੀ ਹੈ ਟੀਵੀ ਤੇ ਹੁਣ। ਹਾਂਜੀ, ਪਹਿਲਾਂ ਵਾਲੀ ਤਸਵੀਰ ਕੁਝ ਕਲੀਅਰ ਨਹੀਂ ਸੀਗੀ, ਆ ਇਹਨਾਂ ਨੇ ਸਾਫ਼ 2 ਤਸਵੀਰ ਵੀ ਲਾ ਰਹੀ। ਇਹਨਾਂ ਨੇ 2 ਦਿਨ ਪਹਿਲਾਂ ਹੀ ਦੱਸਿਆ ਸੀਗਾ। 2 ਦਿਨ ਪਹਿਲਾਂ ਦੱਸਿਆ ਸੀ, 2 ਦਿਨ ਵਿਆਹ ਤੋਂ ਜਦੋਂ ਪਹਿਲਾਂ ਮੰਗਣਾ ਹੋਇਆ। ਹਾਂ ਹਾਂ, ਹਾਂਜੀ ਹਾਂਜੀ 2 ਦਿਨ ਪਹਿਲਾਂ ਹੀ ਦੱਸਿਆ ਸੀਗਾ ਇਹਨਾਂ ਨੇ। ਮਤਲਬ 2 ਦਿਨ ਪਹਿਲਾਂ ਮੰਗੜੇ ਤੋਂ ਕਿਹਾ ਸੀ ਕਿ ਅਸੀਂ 35 ਲੱਖ ਲਵਾਂਗੇ। ਹਾਂਜੀ ਹਾਂਜੀ ਆਈ ਸੀ। ਸੋ 35 ਲੱਖ ਰੁਪਏ ਤੁਸੀਂ ਦਿੱਤਾ ਕਿਵੇਂ ਆ? ਕੈਸ਼ ਦਿੱਤਾ ਹੈ ਜਾਂ ਫਿਰ ਬੈਂਕ ਰਾਹੀਂ ਦਿੱਤਾ ਹੈ? ਹਾਂਜੀ ਇਹੀ ਕੈਸ਼ ਇਹਨਾਂ ਨੇ ਦਿੱਤਾ ਵਾ। ਇਹ 35 ਲੱਖ ਰੁਪਏ ਤੁਸੀਂ ਕਿੱਥੋਂ ਉਧਾਰਾ ਫੜਿਆ? ਨੋ ਹੋਲਡ ਔਨ। ਨਾ ਜੀ ਇਹੀ ਜ਼ਮੀਨ ਵੇਚੀ ਸੀਗੀ। ਜ਼ਮੀਨ ਤੁਹਾਡੀ ਕਿਹਨ ਖਰੀਦੀ ਆ? ਹਾਂਜੀ ਜ਼ਮੀਨ ਤੁਹਾਡੀ ਕਿਹਨ ਖਰੀਦੀ ਹੈ? ਤੁਹਾਡੇ ਲਾਗ ਜ਼ਮੀਨ ਖਰੀਦੀ ਸੀ ਭਗਤ ਸਿੰਘ ਨੇ ਖਰੀਦੀ ਹੈ ਜੀ ਸਾਡੀ ਜ਼ਮੀਨ। ਭਗਤ ਸਿੰਘ ਕੌਣ ਹੈ? ਡੈਰੀ ਵਾਲੇ। ਆਈ ਸੀ। ਨੋ ਹੀ ਟੈਲਿੰਗ ਡੈਰੀ ਵਾਲਾ ਜੀ ਉਹ। ਯਾ ਸੋ ਮੁੰਡਾ ਤੁਹਾਨੂੰ ਪਿੱਛੋਂ ਗਾਈਡ ਕਰ ਵਿਚ ਇਜ਼ ਨਾਟ ਅਸੈਪਟੇਬਲ। ਐਨੀਵੇ ਲੈਟ ਮੀ ਸਪੀਕ ਟੂ ਯਰ। ਅੱਛਾ, ਮੈਨੂੰ ਗੱਲ ਕਰਨ ਦੇ ਬੱਚੇ ਨਾਲ। ਦਿਸ ਇਜ਼ ਵੈਰੀ ਰੂਟ। ਹਾਂਜੀ ਹਾਂਜੀ, ਆਪਣੇ ਗੁਰਦੀਪ ਕਰ ਲਓ ਜੀ। ਹਾਂਜੀ ਸਰ ਜੀ। ਗੁਰਦੀਪ, ਤੁਸੀਂ ਆਪਣੇ ਡੈਡੀ ਨੂੰ ਗਾਈਡ ਕਿਉਂ ਕਰ ਰਹੇ ਹੋ? ਭਗਤ ਨੇ ਵੇਚੀ ਹੈ, ਡੈਡੀ ਵਾਲੇ ਵੇਚੀ। ਤੁਹਾਨੂੰ ਮੈਂ ਕਿਹਾ ਤੁਸੀਂ ਗੱਲ ਨਹੀਂ ਕਰਨੀ। ਆਈ ਹੈਵ ਟੂ ਟਾਕ ਟੂ ਡੈਡ ਨਾਓ। ਇਹ ਸਾਬਤ ਹੋਇਆ ਕਿ ਤੁਸੀਂ ਮੈਨੂੰ ਕਿਹਾ ਕਿ ਇਹ ਜਿਹੜੇ ਪੈਸੇ ਜਿਹੜੇ ਉਹਨਾਂ ਨੇ ਬਾਅਦ ਚ ਮੰਗੇ। ਤੁਹਾਡੇ ਡੈਡੀ ਨੇ ਕਿਹਾ ਕਿ ਜਦੋਂ ਸਾਡੀ ਮੰਗਣੀ ਹੋਈ, ਮੰਗਣੀ ਤੋਂ 2 ਦਿਨ ਬਾਅਦ ਕਹਿੰਦੇ ਕਿ ਅਸੀਂ ਪੈਸੇ ਲੈਣੇ, ਵਿਆਹ ਤੋਂ ਪਹਿਲਾਂ ਤੁਹਾਡੇ ਤੋਂ ਪੈਸੇ ਚਾਰਜ ਕੀਤੇ ਆ। ਐਨੀਵੇ ਵੀ ਹੈਵ ਟੂ ਪ੍ਰੋਸੀਡ ਦੀ ਸਟੋਰੀ। ਸਾਡੇ ਪਾਸ ਕਾਲਰ ਨੇ। ਨੈਕਸਟ ਕਾਲ ਜੀ। ਕਾਲਰ ਗੋ ਹੈਡ ਜੀ, ਵੈਨਕੂਵਰ ਤੋਂ ਕਾਲਰ ਗੋ ਹੈਡ। ਹੈਲੋ ਸਤਿ ਸ਼੍ਰੀ ਅਕਾਲ ਜੀ, ਟਾਂਡੀ ਮੰਗਤਾ ਬੋਲਦਾ ਜੀ। ਜੀ ਮੰਗਤਾ ਜੀ, ਤੁਹਾਡਾ ਮੈਂ ਡਾਂਸ ਦੇਖਿਆ, ਤੁਸੀਂ ਡਾਂਸ ਕਰਦੇ ਇੱਕ ਜਗ੍ਹਾ। ਡਾਂਸ ਨਹੀਂ, ਉਹ ਪਤਾ ਨਹੀਂ ਕਿਹਦਾ ਕਈ ਕੁਛ ਹੀ ਚੱਲਦਾ ਸੋਸ਼ਲ ਮੀਡੀਆ ਤੇ। ਬਾਸੀ ਸਾਹਿਬ ਤੁਸੀਂ ਦਸਤਾਰ ਸਜਾਈ ਹੋਈ ਹੈ? ਨਹੀਂ 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 ਜੀ। ਤੁਹਾਡੀ ਤੁਸੀਂ ਦਸਤਾਰ ਬੰਨਦੇ ਹੋ? ਉਹ ਨਹੀਂ ਬੰਨਦੇ ਜੀ ਬਾਸੀ ਸਾਹਿਬ। ਪਤਾ ਨਹੀਂ ਲੋਕ ਕੀ ਊੜ ਪਤੰਗ ਚਮਕੀਲੇ ਅੰਗ ਪਤਾ ਨਹੀਂ ਕੀ ਕਰੀ ਜਾਂਦੇ। ਚਲੋ ਐਨੀਵੇ ਊਟ ਪਟਾਂਗ ਤੁਸੀਂ ਵੀ ਕਰ ਦਿੰਦੇ ਕਈ ਵਾਰੀ। ਚਲੋ ਐਨੀਵੇ ਤੁਸੀਂ ਪ੍ਰੋਸੀਡ ਕਰੋ। ਅੱਜ ਮੈਂ ਤਾਂ ਇਹ ਕਹਿਣਾ ਬਈ ਇਹ 1 ਮਹੀਨਾ ਇਹਨਾਂ ਦੇ ਕੋਲ ਰਹੀ ਆ, ਬਈ ਸਬੂਤ ਇਹ ਆ ਵੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਆ। ਤੇ ਦੂਜਾ ਸਵਾਲ ਇਹ ਆ ਵੀ ਉਹ ਵਾਂਝਿਤ ਸੀਗੀ, ਜਿੱਦਾਂ ਕਹ ਲਓ ਬਈ ਉਹ ਕੁੜੀ 18 ਸਾਲਾਂ ਦੀ ਸੀਗੀ। ਤਾਂ ਇਹ ਮੇਰੇ 2 ਸਵਾਲ। ਜੇ ਸਰੀਰਕ ਸੰਬੰਧ ਸੀਗੇ ਤਾਂ ਫਿਰ ਇਹਨਾਂ ਦਾ ਵਿਆਹ ਹੋਇਆ। ਜੀ ਬੁੱਟਰ ਇਹ ਆ ਸਾਹਿਬ ਜੀ ਨੂੰ ਫੋਨ ਆ ਰਿਹਾ ਮੇਰੇ ਫੋਨ ਤੇ, ਮੈਂ ਡਾਇਰੈਕਟ 에ਅਰ ਤੇ ਪਾ ਦਵਾਂ? ਜੀ ਹਾਂ ਹਾਂ ਜੀ। ਆਈ ਸੀ, ਮਿਹਰਬਾਨੀ ਜੀ। ਸੋ ਡਾਇਲ ਕਰ ਲਓ, ਡਾਇਲ ਆਊਟ ਕਰ ਲਓ। ਹਾਂਜੀ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਅਗਲੀ ਕਾਲ ਜੀ। ਜੀ ਹਾਂ, ਹੋਲਡ ਔਨ ਪਲੀਜ਼। ਅਗਲੀ ਕਾਲ ਤੇ। ਹਾਂਜੀ ਕਾਲਰ ਸਤਿ ਸ਼੍ਰੀ ਅਕਾਲ ਜੀ। ਨੈਕਸਟ ਕਾਲ, ਕਾਲਰ ਗੋ ਹੈਡ ਜੀ। ਟਾਂਡੀ ਮੰਗ ਦੀ ਲਾਈਨ ਨੂੰ। ਹਾਂਜੀ ਬੋਲੋ ਕਾਲਰ, ਕੀ ਕਹਿਣਾ ਚਾਹੁੰਦੇ? ਕੀ ਸਵਾਲ ਕੀ ਹੈ ਗੁਰਦੀਪ ਨੂੰ? ਕਾਲਰ ਤੁਸੀਂ ਲਾਈਨ ਤੇ ਹੋ ਜੀ। ਸਿੱਧੂ ਸਾਹਿਬ ਵੀ ਹੈਵ ਟੂ ਟੇਕ। ਹਾਂਜੀ ਹਾਂਜੀ ਇੱਕ ਮਿੰਟ ਹੋਲਡ ਔਨ ਪਲੀਜ਼। ਹਾਂਜੀ ਕਾਲਰ ਗੋ ਹੈਡ ਜੀ। ਟੋਰਾਂਟੋ ਕਾਲਰ ਗੋ ਹੈਡ। ਹਾਂਜੀ ਕਾਲਰ ਗੋ ਹੈਡ 647 504 ਬੋਲੋ ਜੀ। ਬਾਸੀ ਸਾਹਿਬ, ਇਹ ਸਾਡੇ ਪਿੰਡ ਦਾ ਵਾ, ਬਹੁਤ ਚਿਰ ਦਾ ਇੱਥੇ ਹੀ ਕੰਮ ਸਿੱਖਿਆ ਨੇ, ਦੁਕਾਨ ਖੋਲੀ ਸੀ ਜੀ, ਪਰ ਹੈਗਾ ਠੱਗੀ ਆ। ਹੁਣ ਤਾਂ ਹੁਣ ਇਹਨੂੰ ਪੈਸੇ ਕਿਵੇਂ ਮਿਲ ਜਾਣਗੇ? ਬਸ ਜਾਵੇ, ਇਹ ਤਾਂ ਸਰੀ ਚਲਿਆ ਗਿਆ ਹੈ। ਠੱਗਿਆਂ ਨੇ ਹੋਰ ਵੀ ਠੱਗੀਆਂ ਮਾਰੀਆਂ ਜੀ ਇਹਨੇ। ਇਸ ਬੰਦੇ ਨੇ ਤੁਹਾਡਾ ਪਿੰਡ ਧੂਰਕੋਟ ਹੈ? ਬੱਸੀਆਂ ਜੀ ਸਾਡਾ ਪਿੰਡ ਦੀ ਦੁਕਾਨ ਇੱਥੇ ਚਿਰ ਦੇ ਇੱਥੇ ਹੀ ਸਿੱਖਿਆ ਸੀ, ਇੱਥੇ ਹੀ ਖੋਲੀ ਹੋਈ ਆ ਜੀ। ਇਹ ਪਹਿਲਾਂ ਵੀ ਠੱਗੀਆਂ ਮਾਰਦਾ ਇਹ? ਹਾਂਜੀ ਸਿੱਧੂ ਸਾਹਿਬ, ਕੀ ਹੋ ਰਿਹਾ ਇਹ?
ਬਸ ਜੀ ਡਾਇਰੈਕਟਲੀ ਉਹਨਾਂ ਦੀ ਆਪਣੇ ਸਟੂਡੀਓ ਲਾਈਨ ਤੋਂ ਮਿਲ ਰਹੀ, ਮੈਂ ਉਹਨਾਂ ਨੂੰ ਕਾਨਫਰੰਸ ਤੇ ਲਿਆਉਣ ਦੀ ਟਰਾਈ ਕਰ ਰਿਹਾ ਜੀ। ਪਲੀਜ਼ ਉਹ ਫੋਨ ਟੱਚ ਨਾ ਕਰੋ ਜੀ, ਜਿਹੜਾ ਤੁਹਾਡੇ ਸਾਹਮਣੇ ਸਟੂਡੀਓ ਦੇ ਵਿੱਚ ਪਿਆ ਜੀ। ਜਸਟ ਗਿਵ ਮੀ 5 ਸੈਕਿੰਡ ਪਲੀਜ਼ ਜੀ ਜਸਟ ਅਸੀਂ ਸਰਦਾਰ ਗੁਰਦੇਵ ਸਿੰਘ ਬੁੱਟਰ ਸਾਹਮਣੇ ਆ ਚੁੱਕੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬੁੱਟਰ ਸਾਹਿਬ ਬੋਲ ਰਹੇ ਹੋ? ਹਾਂਜੀ ਬੁੱਟਰ ਸਾਹਿਬ ਗੁਰਮੇਲ ਸਿੰਘ ਬੁੱਟਰ ਜੀ ਬੋਲ ਰਹੇ ਹੋ ਆਪ ਜੀ ਨਾ? ਹਾਂਜੀ। ਅੱਛਾ ਜੀ, ਆਰਾਮ ਕਰ ਰਹੇ ਸੀ? ਤੁਹਾਨੂੰ ਅਰਲੀ ਫੋਨ ਕਰ ਲਿਆ, ਮੈਂ ਕਿ ਸੁੱਤੇ ਪਏ ਹੋਣੇ ਤੁਸੀਂ? ਨਹੀਂ ਜੀ ਨਹੀਂ, ਕੰਮ ਕਰਦੇ। ਕੀ ਕੰਮ ਕੀ ਕਰਦੇ ਹੋ? ਹਾਂਜੀ ਕੀ ਮੈਂ ਕੰਮ ਪਾਠ ਕਰਦਾ ਸੀਗਾ ਜੀ। ਕੀ ਕਰਦੇ ਹੋ ਤੁਸੀਂ? ਮੈਂ ਪਾਠ ਕਰਦਾ ਸੀਗਾ ਤੜਕੇ। ਅੱਛਾ ਪਾਠ ਕਰਦੇ ਸੀਗੇ, ਆਈ ਸੀ। ਹੁਣ ਪਾਠ ਕਰ ਹਾਂਜੀ। ਚੁੱਕੇ ਹੋ ਆਪ ਜੀ? ਹਾਂਜੀ ਹਾਂਜੀ। ਅੱਛਾ ਜੀ, ਬੜੀ ਕਿਰਪਾ ਵਾਹਿਗੁਰੂ ਦੀ। ਔਰ ਬੜੇ ਤੁਸੀਂ ਤੁਹਾਡਾ ਸੁੱਖੀ ਸਟੂਡੀਓ ਜਿਹੜਾ ਹੈ ਆਪਣੇ ਬੱਸੀਆਂ ਸ਼ਹਿਰ ਦੇ ਵਿੱਚ ਖੋਲਿਆ ਹੋ ਕਾਫੀ ਲੰਬੇ ਸਮੇਂ ਤੋਂ? ਹਾਂਜੀ ਉਹ ਚੱਲਦਾ ਜੀ ਹਾਲੇ? ਹਾਂਜੀ। ਤੁਸੀਂ ਕਿਸੇ ਵਿਅਕਤੀ ਨੂੰ ਪੰਜਾਬ ਵਿੱਚ ਜਾਣਦੇ ਹੋ? ਔਰ ਗੁਰਦੀਪ ਸਿੰਘ ਨੂੰ, ਕੋਈ ਹਰਦਿਆਲ ਸਿੰਘ ਨੂੰ, ਜਿਨ੍ਹਾਂ ਦਾ ਪਿੰਡ ਬਰਮੀ ਹੈ, ਤੁਹਾਨੂੰ ਜਾਣਦੇ ਨੇ ਲੋਕ ਉਹ? ਹਾਂਜੀ। ਤੁਸੀਂ ਕਿਵੇਂ ਜਾਣਦੇ ਹੋ ਉਹਨਾਂ ਨੂੰ? ਹਾਂਜੀ ਤੁਸੀਂ ਕਿਵੇਂ ਜਾਣਦੇ ਹੋ ਉਸ ਪਰਿਵਾਰ ਨੂੰ? ਉਹ ਪਰਿਵਾਰ ਦੇ ਨਾਲ ਹੈਗੇ ਸਾਡੇ ਰਿਲੇਸ਼ਨ ਜੀ। ਹਾਂਜੀ ਦੱਸੋ ਜੀ। ਤੁਸੀਂ ਕਿਵੇਂ ਜਾਣਦੇ ਹੋ ਉਸ ਪਰਿਵਾਰ ਨੂੰ ਆਪਣੇ ਬੁੱਟਰ ਸਾਹਿਬ? ਹਾਂਜੀ ਤੁਸੀਂ ਉਸ ਪਰਿਵਾਰ ਨੂੰ ਕਿਵੇਂ ਜਾਣਦੇ ਹੋ? ਸਾਡੇ ਰਿਲੇਸ਼ਨ ਹੈਗੇ ਉਹਨਾਂ ਨਾਲ ਜੀ। ਤੁਹਾਡੇ ਰਿਲੇਸ਼ਨ? ਹਾਂ ਰਿਲੇਸ਼ਨ ਹੈ, ਬਿਲਕੁਲ ਠੀਕ ਹੈ। ਤੁਸੀਂ ਉਹਨਾਂ ਬੱਚੇ ਦੀ ਸ਼ਾਦੀ ਕੀਤੀ ਸੀਗੀ, ਲੜਕੀ ਇੱਥੋਂ ਕੈਨੇਡਾ ਤੋਂ ਲਿਜਾ ਕੇ? ਮੈਂ ਤਾਂ ਇੱਥੇ ਉਦੋਂ ਹੈ ਹੀ ਨਹੀਂ ਸੀਗਾ ਜੀ, ਕੈਨੇਡਾ ਹੀ ਨਹੀਂ ਸੀ, ਮੈਂ ਤਾਂ ਇੰਡੀਆ ਸੀਗਾ। ਇੰਡੀਆ ਸੇ ਜਦੋਂ ਸ਼ਾਦੀ ਕੀਤੀ ਹੈ ਉਹਦੀ? ਹਾਂਜੀ। ਸੋ ਤੁਸੀਂ ਉਹ ਲੜਕੀ ਜਿਹੜੀ ਸੀ ਕੈਨੇਡਾ ਤੋਂ ਆਈ, ਉਹ ਕਿਵੇਂ ਆਈ ਸੀ ਤੁਹਾਡੇ ਕੋਲ? ਹਾਂਜੀ ਜਿਹੜੀ ਲੜਕੀ ਦੀ ਤੁਸੀਂ ਸ਼ਾਦੀ ਕਰਾਈ ਆ ਹਰਦਿਆਲ ਸਿੰਘ ਦੇ ਲੜਕੇ ਗੁਰਦੀਪ ਦੀਪੇ ਦੇ ਨਾਲ, ਜਿਹੜਾ ਪਿੰਡ ਬਰਮੀ ਤੋਂ ਆ, ਉਹ ਤੁਸੀਂ ਫਿਰ ਵਿਚੋਲੇ ਕਿਵੇਂ ਬਣੇ? ਉਹ ਲੜਕੀ ਤੁਹਾਨੂੰ ਕਿਵੇਂ ਮਿਲੀ? ਉਹ ਲੜਕੀ ਤਾਂ ਇੱਥੇ ਸੀ ਕੋਈ ਸਾਡੇ ਜਾਣ ਪਛਾਣ ਵਾਲਾ। ਹਾਂ ਹਾਂ। ਉਹ ਲੈ ਗਿਆ ਸੀ ਉੱਥੇ ਮੇਰੇ। ਉਹ ਤਾਂ ਮੇਰੇ ਨਾਲ ਤਾਂ ਉਹਨਾਂ ਦੇ ਕੋਈ ਲਿੰਕ ਹੀ ਨਹੀਂ ਹੈਗੇ। ਲੜਕੀ ਨਾਲ ਲਿੰਕ ਨਹੀਂ ਤੁਹਾਡਾ? ਮੇਰੇ ਨਾਲ ਤਾਂ ਕੋਈ ਲਿੰਕ ਨਹੀਂ ਉਹਨਾਂ ਦੇ। ਤੁਸੀਂ ਮੇਰੇ ਖਿਆਲ ਵਿਆਹ ਤੇ ਵੀ ਨਹੀਂ ਗਏ ਮੈਨੂੰ ਲੱਗਦਾ ਨਾ? ਵਿਆਹ ਤੇ ਗਏ ਆ। ਵਿਆਹ ਤੇ ਗਏ ਆ? ਤੁਸੀਂ ਵਿਆਹ ਤੇ ਗਏ ਸੀ? ਬੋਲਦੇ ਕੌਣ ਜੀ? ਤੁਸੀਂ ਵਿਆਹ ਤੇ ਗਏ ਸੀਗੇ? ਨਹੀਂ ਤੁਸੀਂ ਬੋਲਦੇ ਕੌਣ ਹੋ? ਮੈਂ ਜੋਗਿੰਦਰ ਬਾਸੀ ਬੋਲ ਰਿਹਾ, BBC ਟੋਰਾਂਟੋ ਤੋਂ। ਅੱਛਾ 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 ਅੱਛਾ। ਤੁਸੀਂ ਜਾਣਦੇ ਹੋ ਮੈਨੂੰ? ਹਾਂਜੀ ਠੀਕ ਹੈ ਜੀ, ਬਹੁਤ ਚੰਗੀ ਤਰ੍ਹਾਂ ਜੀ। ਸੋ ਬੁੱਟਰ ਸਾਹਿਬ ਤੁਹਾਡਾ ਬੜਾ ਸਤਿਕਾਰ ਹੈ ਇਲਾਕੇ ਦੇ ਵਿੱਚ, ਕਾਫੀ ਸਟੂਡੀਓ ਤੁਸੀਂ ਕੀਤਾ ਆ, ਔਰ ਤੁਸੀਂ ਉਹ ਜਿਹੜੀ ਸ਼ਾਦੀ ਕੀਤੀ ਹੈ ਤੁਸੀਂ ਵਿਚੋਲੇ ਦਾ ਰੂਪ ਵਿਚੋਲੇ ਬਣੇ ਹੋ, ਨਾਲ ਇੱਕ ਬਲਵਿੰਦਰ ਕੌਰ ਹੈ। ਤੁਸੀਂ ਕੈਨੇਡਾ ਤੋਂ ਗਏ ਸੀਗੇ ਉਦੋਂ? ਤੁਸੀਂ ਕੈਨੇਡਾ ਤੋਂ ਲੜਕੀ ਨੂੰ ਲੈ ਕੇ ਗਏ ਸੀਗੇ। ਸੋ ਉਹ ਲੜਕੀ ਜਿਹੜੀ ਆ ਬਲਜੀਤ ਕੌਰ ਸੁੰਡ, ਉਹ 18 ਸਾਲ ਦੀ ਬੱਚੀ, ਉਹ ਤੁਹਾਡੀ ਕੀ ਲੱਗਦੀ ਸੀ? ਮੇਰੇ ਕੋਲ ਕੋਈ ਲੱਗਦੀ ਸੀ। ਤੁਸੀਂ ਕਿਵੇਂ ਲੈ ਕੇ ਗਏ ਬੱਚੇ ਨੂੰ? ਮੈਂ ਥੋੜੀ ਲੈ ਗਿਆ ਜੀ, ਮੈਂ ਤਾਂ ਇੰਡੀਆ ਸੀਗਾ। ਤੁਸੀਂ ਇੰਡੀਆ ਕੈਨੇਡਾ ਤੋਂ ਗਏ ਹੋਏ ਸੀਗੇ ਨਾ? ਅੱਛਾ, ਉਹ ਫਿਰ ਲੜਕੀ ਇੰਡੀਆ ਸੀ ਉਦੋਂ। ਤੇ ਤੁਸੀਂ ਕਿਵੇਂ ਉਸ ਲੜਕੀ ਦੀ ਸ਼ਾਦੀ ਫਿਰ ਗੁਰਦੀਪ ਸਿੰਘ ਨਾਲ ਕਿਵੇਂ ਕਰਾਤੀ? ਜੇ ਜਾਣਦੇ? ਮੈਂ ਨਹੀਂ ਕਹਾਂ, ਤੂੰ ਪਹਿਲਾਂ ਉਹਨਾਂ ਨੂੰ ਪੁੱਛੋ ਕੀ ਗੱਲ ਆ, ਕੀ ਨਾ ਵਾ, ਤਾਂ ਫਿਰ ਮੇਰੇ ਨਾਲ ਗੱਲ ਕਰਿਓ ਯਾਰ। ਨਹੀਂ ਪਹਿਲਾਂ ਉਹਨੂੰ ਪੁੱਛੋ ਕੌਣ ਆ ਉਹ। ਓਕੇ, ਤੁਸੀਂ ਤੁਹਾਡੇ ਤੇ ਇੱਕ ਪਰਚਾ ਪਿਆ ਹੈ ਔਰ ਤੁਹਾਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ ਔਰ 35 ਲੱਖ ਰੁਪਏ ਤੁਹਾਡੇ ਤੇ ਦੋਸ਼ ਲਾ ਰਹੇ ਨੇ। ਕੀ ਕਹਿਣਾ ਚਾਹੁੰਦੇ ਹੋ ਪਰਿਵਾਰ? ਉਹ ਯਾਰ ਮੈਂ ਤਾਂ ਉਹਨਾਂ ਦੀ ਬਹੁਤ ਹੈਲਪ ਕਰੀ ਜਾਂਦਾ, ਹੋਰ ਤੇ ਤੂੰ ਜਰਾ ਕੀ ਕਰੂੰਗਾ। ਮੈਂ ਅੰਡਰਸਟੈਂਡ ਗੱਲ ਕਰਦਾ, ਉਹਨਾਂ ਨਾਲ ਗੱਲ ਕਰਦਾ, ਫਿਰ ਤੁਹਾਡੇ ਨਾਲ ਬਾਅਦ ਚ ਕੱਲ। ਨਹੀਂ ਹੋਲਡ ਔਨ ਗੁਰਦੀਪ ਸਿੰਘ ਜੀ, ਆਪਣੇ ਬੁੱਟਰ ਸਾਹਿਬ ਤੁਸੀਂ ਵਾਟ ਹੈਪਨ? ਸੋ ਸਭ ਕੀ ਕਰ ਰਹੇ ਤੁਸੀਂ? ਨਹੀਂ ਕੁਝ ਵੀ ਨਹੀਂ ਜੀ, ਮੈਂ ਤਾਂ ਜਸਟ ਇੰਡੀਕੇਟ ਕਰ ਰਿਹਾ ਸੀ ਕਿ ਐਵਰੀਥਿੰਗ ਇਜ਼ ਗੁੱਡ। ਬੁੱਟਰ ਸਾਹਿਬ ਤੁਹਾਡਾ ਬਹੁਤ ਸਤਿਕਾਰ ਹੈ ਇਲਾਕੇ ਦੇ ਵਿੱਚ, ਔਰ ਕਈ ਵਾਰੀ ਜਾਣ ਕੇ ਵੀ ਲੋਕ ਦੋਸ਼ ਲਾਉਂਦੇ ਨੇ। ਇਹ ਕਹਿੰਦੇ ਨੇ ਕਿ ਤੁਹਾਡੇ ਨਾਲ ਇੱਕ ਬਲਵਿੰਦਰ ਕੌਰ ਦੀ ਗੁੜੀਆਂ ਤੋਂ ਲੇਡੀ ਆਈ ਸੀ, ਤੁਸੀਂ ਸਾਡੇ ਇਸ ਮੁੰਡੇ ਦਾ ਸ਼ਾਦੀ ਕੀਤੀ, ਤਾਂ 2 ਦਿਨ ਮੰਗਣੀ ਤੋਂ ਬਾਅਦ 35 ਲੱਖ ਰੁਪਏ ਇਹਨਾਂ ਤੁਸੀਂ ਲਿਆ। ਇਹ ਗੱਲ ਸੱਚੀ ਹੈ? ਜਮੇ ਨਹੀਂ ਜੀ, ਮੇਰੇ ਕੋਲ ਇੱਕ ਮੈਂ ਤੁਹਾਨੂੰ ਸਾਰੀ ਗੱਲ ਸਮਝਾ ਦੂੰਗਾ, ਪਰ ਮੇਰੇ ਕੋਲ ਹੁਣ ਟਾਈਮ ਨਹੀਂ ਹੈਗਾ, ਮੈਂ ਤੁਹਾਨੂੰ ਸਾਰਾ ਬਤਾ ਦੂੰਗਾ। ਨਹੀਂ ਤੁਸੀਂ ਇੱਕ ਮਿੰਟ ਦਾ ਹੀ ਕੰਮ ਹੈ। ਤੁਸੀਂ ਇਸ ਪਰਿਵਾਰ ਤੁਹਾਡੇ ਤੇ ਪਰਚਾ ਦਰਜ ਹੋਇਆ ਔਰ ਤੁਸੀਂ ਇਹਨਾਂ ਨੂੰ ਹੁਣ ਪੈਸੇ ਦੇ ਰਹੇ? ਲਿਆ ਜੀ ਇਹਨਾਂ ਤੋਂ ਮੈਂ ਕੁਝ ਨਹੀਂ ਲਿਆ ਜੀ। ਤੇ ਤੁਸੀਂ ਵੀ ਪੈਸੇ ਇਹਨਾਂ ਨੂੰ ਵਾਪਸ ਕਿਉਂ ਦੇ ਰਹੇ ਹੋ? ਤੁਸੀਂ 7 ਲੱਖ ਰੁਪਏ ਕਿਉਂ ਵਾਪਸ ਦਿੱਤਾ ਇਹਨਾਂ ਨੂੰ? ਜੇ ਲਿਆ ਨਹੀਂ ਤਾਂ ਪੈਸੇ ਕਿਉਂ ਵਾਪਸ ਦਿੱਤੇ ਆ? ਮੇਰੀ ਪਹਿਲਾਂ ਉਹਨਾਂ ਨਾਲ ਗੱਲ ਤਾਂ ਕਰੋ ਜਿਹਨਾਂ ਨੇ ਕਰਾਇਆ ਨਾ। ਅੱਜ ਗੱਲ ਕਰੋ ਫੇਰ। ਗੁਰਦੀਪ ਬੋਲ ਬਈ, ਗੱਲ ਕਰ ਆਪਣੇ ਬੁੱਟਰ ਸਾਹਿਬ ਨਾਲ। ਗੁਰਦੀਪ ਬੋਲ। ਹਾਂਜੀ ਬੋਲੋ ਜੀ। ਗੁਰਮੇਲ ਸਿੰਘ ਜੀ। ਹਾਂਜੀ ਗੁਰਦੀਪ ਸਿੰਘ ਪਤਾ ਲੱਗ ਗਿਆ ਕੌਣ ਜੀ? ਹਾਂਜੀ
ਗੁਰਦੀਪ ਮੈਂ ਗੁਰਦੀਪ ਸਿੰਘ ਬੋਲ ਰਿਹਾ ਜੀ 2009 ਹਾਂਜੀ ਮੈਰਿਜ ਹੋਈ ਸੀ, ਤੁਹਾਨੂੰ ਪਤਾ ਹੀ ਹੈ ਸਰ ਜੀ। ਗੁਰਦੀਪ ਹਾਂਜੀ। ਗੁਰਦੀਪ ਗੱਲ ਕਰ। 2,35 ਲੱਖ ਰੁਪਈਆ ਲਿਆ, ਉਹ ਬੁੱਟਰ ਸਾਹਿਬ ਕਹਿੰਦੇ ਨਹੀਂ ਲਿਆ। 10 ਬੋਲ ਕਰ, ਛੇਤੀ ਕਰ ਗੁਰਦੀਪ। ਹਾਂ 35 ਮੇਰਾ ਜੀ 35 ਲੱਖ ਰੁਪਇਆ ਪੂਰਾ ਗਿਆ ਜੀ। ਮੇਰੀ ਜ਼ਮੀਨ ਵੇਚੀ ਹੈ, ਮੇਰੇ ਕੋਲ ਪ੍ਰੋਪਰ ਪ੍ਰੂਫ ਆ। ਇਹ ਜੇ ਸੱਚੇ ਹੁੰਦੇ ਐ ਤਾਂ ਇਹਨਾਂ ਦਾ 70 ਲੱਖ ਰੁਪਏ ਦਾ ਪਰਚਾ। ਜੇ ਸੱਚੇ ਆ ਨਾ 10 ਸਾਲ ਦੇ ਇਹ ਬੈਠੇ ਇੱਥੇ ਇੰਡੀਆ ਆਉਣ ਇਹ, ਠੀਕ ਆ ਜੀ। ਤੇ ਇਹ ਸੱਚੇ ਤਾਂ ਇੰਡੀਆ ਆ ਕੇ ਨਾ ਇਹਨਾਂ ਨੂੰ 에어ਪੋਰਟ ਤੇ ਪਤਾ ਲੱਗੂਗਾ ਵੀ ਕੀ Anyways, stop this nonsense. I'm ਮੇਰੀ asking. ਜ਼ਿੰਦਗੀ ਖਰਾਬ ਕਰਦੀ ਜੀ। 10 ਸਾਲ ਹੋ ਗਏ ਮੈਨੂੰ ਧੱਕੇ ਖਾਂਦੇ Hold on. ਨੂੰ। ਤੁਹਾਨੂੰ ਇਹਨਾਂ ਨੇ 10 ਸਾਲ ਹੋ ਗਏ ਧੱਕੇ ਖਾਂਦੇ ਨੂੰ। ਮੇਰੇ ਜ਼ਿੰਦਗੀ ਦਾ ਕੀ ਪ੍ਰੂਫ ਦੇਦਾ ਇਹਨਾਂ ਨੂੰ ਮੈਂ? ਗੁਰਦੀਪ ਤੁਸੀਂ ਮੈਨੂੰ ਦੱਸੋ ਕਿ ਤੁਹਾਨੂੰ ਪੈਸੇ ਕਿੰਨੇ ਵਾਪਸ ਕੀਤੇ ਬੁੱਟਰ ਸਾਹਿਬ ਨੇ ਹੁਣ ਤੱਕ? ਇਹਨਾਂ ਨੇ ਜੀ ਸਾਨੂੰ ਕਿਸੇ ਪਾਪੇ ਨੂੰ 50,000 ਰੁਪਏ ਤਾਂ, ਕਿਤੇ 2 ਲੱਖ ਰੁਪਏ ਤਾਂ, ਕਿਤੇ ਲੱਖ ਹੈ, ਕਿਤੇ 6 ਲੱਖ ਰੁਪਏ ਨੇ 7 ਬਣਾਤਾ। ਤੇ ਪਾਪੇ ਨੂੰ ਕਹਿੰਦਾ 7 ਲੱਖ ਹੋ ਗਿਆ ਤੇ 10 ਲੱਖ ਰੁਪਇਆ ਹੋਰ ਲੈ ਲਾ। I see. ਮੈਂ ਕਿਹਾ ਵੀ ਇਹ ਕੀ ਗੱਲ ਹੋਈ? ਕਹਿੰਦਾ ਬਸ ਵੀ ਪੂਰੇ ਹੋ ਗਏ ਇਹ ਪੈਸੇ ਮੇਰੇ ਕੰਨਿਓ, ਬਾਕੀ ਕੁੜੀ ਤਾਂ ਭੱਜ ਗਈ, ਮੇਰੇ ਕੋਲ ਤਾਂ ਇੰਨੇ ਹੀ ਪੈਸੇ ਆ। ਬੁੱਟਰ ਸਾਹਿਬ ਜੇ ਤੁਸੀਂ ਪੈਸੇ ਲੈ ਹੋਲਡ ਬੇਟਾ ਹੋਲਡ ਔਨ, ਜੇ ਬੁੱਟਰ ਸਾਹਿਬ ਤੁਸੀਂ ਪੈਸੇ ਨਹੀਂ ਲੈ ਸਕੇ ਤਾਂ ਤੁਸੀਂ ਇਹਨਾਂ ਨੂੰ ਪੈਸੇ 50 ਲੱਖ 2 ਲੱਖ ਕਿਉਂ ਦਿੱਤਾ ਵਾਪਸ? ਤੁਸੀਂ ਵਾਪਸ ਪੈਸੇ ਕਿਉਂ ਦੇ ਰਹੇ ਹੋ ਉਹਨਾਂ ਨੂੰ? ਹਲੋ ਬੁੱਟਰ ਸਾਹਿਬ ਮੈਂ ਤੁਹਾਨੂੰ ਪੁੱਛ ਰਿਹਾ, ਜੇ ਤੁਸੀਂ ਪੈਸੇ ਲੈ ਹੀ ਨਹੀਂ ਗਏ 35 ਲੱਖ। ਭਾਈ ਜੀ ਮੈਂ ਤੁਹਾਨੂੰ, ਜੇ ਤਾਂ ਤੁਸੀਂ ਮੇਰੇ ਤੋਂ ਪੁੱਛਣਾ ਸਾਰਾ ਕੁਝ ਹੀ, ਫੇਰ ਤਾਂ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸ ਦੂੰਗਾ। ਬੋਲੋ ਜੀ। ਮੈਂ ਕੀ ਸੀ, ਮੈਂ ਕੌਣ ਸੀ, ਮੈਂ ਕੀ ਗੱਲਬਾਤ ਸੀਗੀ ਜੀ, ਠੀਕ ਹੈ ਨਾ ਜੀ। ਤੇ ਮੇਰੀ ਇਹਨਾਂ ਨਾਲ ਕੀ ਗੱਲ ਸੀ, ਕੀ ਨਾ ਸੀ, ਕਿ ਜਾਂ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਹੋਵੇ ਕੋਈ ਵੀ, ਠੀਕ ਹੈ। ਮੈਂ ਤਾਂ ਐਵੇਂ ਵਿੱਚ ਵਿਚਾਲੇ ਵਿਛਾਇਆ ਗਿਆ। ਤੁਹਾਨੂੰ ਵਿੱਚ ਵਿਚਾਲੇ ਮੈਂ ਤਾਂ ਇੱਕ ਬੰਦਾ ਮਦਦ ਕਰਦਾ ਤਾਂ ਵੀ ਬੰਦਾ ਮਾਰਿਆ ਜਾਂਦਾ। ਤੁਸੀਂ ਮਦਦ ਕੀ ਕੀਤੀ ਇਹਨਾਂ ਦੀ ਦੱਸੋ? ਹੈ ਮੈਂ ਤਾਂ ਇਹਨਾਂ ਨੂੰ ਕਿਹਾ ਬਈ ਕੋਈ ਗੱਲ ਨਹੀਂ, ਉਹ ਸਾਰਾ ਮੈਂ ਨਾ ਕੁਝ ਮੈਂ ਲੈ ਕੇ ਗਿਆ, ਨਾ ਕੋਈ ਮੇਰੇ ਨਾਲ ਗੱਲ ਹੋਈ। ਪਹਿਲੇ ਜਿਹਨਾਂ ਨਾਲ ਇਹਦੀ ਗੱਲ ਹੋਈ ਸੀ ਉਹਨਾਂ ਨਾਲ ਆਪਦਾ ਰਾਜੀਨਾਮਾ ਕਰ ਲਿਆ। ਜਿਹਨਾਂ ਨੂੰ ਬੰਦਿਆਂ ਨਾਲ ਗੱਲ ਹੋਈ ਸੀਗੀ। ਕਿਹੜੇ ਨਾਲ ਹੋਈ ਸੀ ਗੱਲ ਇਹਨਾਂ ਦੀ ਦੱਸੋ? ਉਹ ਇਹਨਾਂ ਨੂੰ ਪੁੱਛੋ ਕਿਹਨਾਂ ਨਾਲ ਹੋਈ ਸੀ ਇਹਨਾਂ ਦੀ ਗੱਲ। ਆਪਣੇ ਗੁਰਦੀਪ ਤੁਹਾਡੀ ਕਿਹਦੇ ਨਾਲ ਗੱਲ ਹੋਈ ਸੀਗੀ? ਕਿਸੇ ਨਾਲ ਨਹੀਂ। ਇਹ ਵੀ ਬੰਦੇ 2-3 ਛੱਡੇ ਸੀ, ਸਾਨੂੰ ਤਾਂ ਉਹਨਾਂ ਨੇ ਕੁਛ ਨਹੀਂ, ਕੋਈ ਰਾਜੀਨਾਮਾ ਨਹੀਂ ਕੀਤਾ। ਜੇ ਰਾਜੀਨਾਮਾ ਤਾਂ ਉੱਤਰਿਆ ਇੱਥੇ ਆ ਕੇ ਉੱਤਰ, ਇਹ ਰਾਜੀਨਾਮਾ 3 ਸਾਲ ਇਹ ਸਾਨੂੰ ਝੂਠ ਬੋਲਦਾ ਰਿਹਾ। ਕੁੜੀ ਦਾ ਇਹਨੇ ਕੋਈ ਸੱਚ ਨਹੀਂ ਦੱਸਿਆ ਜੀ, ਠੀਕ ਹੈ ਜੀ। ਇਹ ਕਿੱਥੋਂ ਕਿਹੜੇ ਰਾਜੀਨਾਮੇ ਦੀ ਗੱਲ ਕਰਦੇ? ਜੇ ਰਾਜੀਨਾਮਾ ਛੇਤੀ ਵਾਰ ਦਾ 10 ਸਾਲ ਦਾ ਬੈਠਾ ਸੀ, ਫਿਰ 10 ਸਾਲ ਦਾ ਕੀ ਕਰਦਾ ਇੱਥੇ ਬੈਠਾ ਜੇ ਰਾਜੀਨਾਮਾ ਹੋਇਆ? ਮੇਰੀ ਜ਼ਿੰਦਗੀ ਖਰਾਬ ਕਰਤੀ। ਮੈਂ ਤੁਹਾਨੂੰ ਸੱਚ ਗੱਲ ਦੱਸ ਦਵਾਂ, ਮੇਰਾ ਇਹੋ ਜਿਹਾ ਮਨ ਹੋਇਆ ਵੀ ਜੇ ਕਿਤੇ ਉੱਤੇ ਆਇਆ, ਇਹ ਤਾਂ ਫੈਸਲਾ ਹੋ ਗਿਆ ਨਹੀਂ ਮੈਂ ਮਾਰਨੀ। ਐਕਸਕਿਊਜ਼ ਮੀ, ਸਟਾਪ ਇਟ, ਨੌਨਸੈਂਸ, ਸਟਾਪ ਇਟ। ਮੇਰੀ ਗੱਲ ਇਹਨੂੰ ਕਹਿੰਦੇ ਹੁਣ ਸੁਣ ਲੈ ਮੇਰੀ ਗੱਲ। ਮੈਂ ਹੋਲਡ ਔਨ ਯੂ ਮਸਟ ਮਾਰਨੇ ਆ ਜਾਨੂੰ। ਓਕੇ ਹੋਲਡ ਔਨ, ਸਟਾਪ ਇਟ। ਅਸੀਂ ਵਾਇਲੈਂਸ ਤੇ ਅਗੇਂਸਟ ਆ। ਗੁਰਦੀਪ ਵਿਦ ਮੈਨਰਸ ਗੱਲ ਕਰ ਬੇਟਾ, ਮੈਂ ਤਾਂ ਲਾਈਨ ਜਿਹੜੀ ਕੱਟ ਕਰ ਦੂੰਗਾ। ਓਕੇ, ਯੂ ਮਸਟ ਹੈਵ ਮੈਨਰਸ, ਅਕਲ ਦੇ ਨਾਲ ਗੱਲ ਕਰਨੀ ਪਵੇਗੀ। ਹਲੋ ਹਾਂਜੀ, ਸੋ ਹਲੋ ਬਾਸ ਸਾਹਿਬ ਜੀ। ਗੁਰਦੀਪ ਸਿੰਘ ਜੀ, ਬੁੱਟਰ ਸਾਹਿਬ ਤੁਹਾਡਾ ਸਤਿਕਾਰ ਹੈ। ਤੁਸੀਂ 2 ਗੱਲਾਂ ਤੈਨੂੰ ਸਾਫ਼ ਕਹਿ ਦਿਓ। ਇਹ ਕਹਿੰਦੇ ਪੈਸੇ ਲਏ ਤੁਸੀਂ ਘਰੋਂ ਜਾ ਕੇ, ਤੁਸੀਂ ਪੈਸੇ ਵਾਪਸ ਕੀਤੇ। ਆਈ ਹੈਵ ਨੀਡ ਵੋਲਿਊਮ ਸਰ ਪਲੀਜ਼। ਨੋ ਜੀ, ਨੋ ਮੈਂ ਨਾ ਕਿਤੋਂ ਲੈ ਆ ਨਾ ਕਿਤੋਂ ਤੇ ਆ। ਔਰ ਮੈਂ ਤੁਹਾਨੂੰ ਫੋਨ ਤੇ ਸਾਰਾ, ਤੁਸੀਂ ਮੈਨੂੰ ਲੋਕਲ ਫੋਨ ਲਾ ਲਿਓ, ਮੈਂ ਤੁਹਾਨੂੰ ਸਾਰੀ ਕਹਾਣੀ ਦੱਸ ਦੂੰਗਾ। ਪਰ ਤੁਹਾਡੇ ਤੇ ਕੇਸ ਦਰਜ ਹੈ, ਤੁਹਾਨੂੰ ਭਗੌੜਾ ਕਰਾ ਦਿੱਤਾ ਹੋਇਆ। ਔਰ ਤੁਸੀਂ ਇਹਨਾਂ ਨੇ ਜੇ ਨਹੀਂ ਲਏ ਤਾਂ ਤੁਸੀਂ ਇਹਨਾਂ ਨੂੰ 6-7 ਲੱਖ ਰੁਪਏ ਵਾਪਸ ਕਿਉਂ ਕੀਤਾ? ਸਵਾਲ ਇਹ ਪੈਦਾ ਹੁੰਦਾ। ਮੈਂ ਤੁਹਾਨੂੰ ਤਾਂ ਉਹ ਵੀ ਕਹਾਣੀ ਦੱਸ ਦੂੰ। ਮੈਨੂੰ ਵਿੱਚ ਲਿਆ ਗਿਆ ਜੀ ਇਹਨਾਂ ਨੇ, ਹਾਂਜੀ ਬੰਦਾ ਇਹ ਸਾਊ ਜਿਹਾ, ਇਹਨੂੰ ਲੈ ਲਓ। ਨਹੀਂ ਤੁਸੀਂ ਇਹਨਾਂ ਨੂੰ ਪੈਸੇ ਵਾਪਸ ਕਿਉਂ ਦਿੱਤੇ? 50,000 ਲੱਖ 2 ਲੱਖ ਰੁਪਏ ਇਹਨਾਂ ਨੇ ਜਿੰਨਾ ਵੀ ਵਾਪਸ ਕੀਤਾ, ਉਹ ਕਿਉਂ ਕੀਤਾ? ਫਿਰ ਯਾਰ ਜਿੰਨੇ ਲਿਆ ਉਹਨੂੰ ਤਾਂ ਫੜਦੇ ਨਹੀਂ ਐ। ਮੇਰਾ ਜੇ ਕਿਸੇ ਦੀ ਮਦਦ, ਜੇ ਇਹਦਾ ਮਤਲਬ ਜੇ ਮੈਂ ਮਦਦ ਕਰਤੀ ਤਾਂ ਮੈਂ ਮਾੜਾ ਹੋ ਗਿਆ ਹਾਂ? ਨਹੀਂ, ਮਦਦ ਬੰਦੇ ਜਿਹੜੇ ਤੁਸੀਂ ਇੰਨੇ ਪੈਸੇ ਇਹਨਾਂ ਨੂੰ ਭੇਜੇ ਆ, ਪੈਸੇ ਦਿੱਤੇ ਵਾਪਸ, ਉਹ ਕਿਉਂ ਦਿੱਤੇ ਆ? ਗਿਵ ਮੀ ਵੋਲਿਊਮ ਪਲੀਜ਼ ਜੀ। ਮੈਂ ਇੱਕ ਜਾਂ ਭਾਈਵਾਲੀ ਲੈ ਕਰਕੇ ਜਾਂ ਕਿਤੇ ਕਰਕੇ ਮੈਂ ਮਦਦ ਕਰਤੀ ਇਹਨਾਂ ਦੀ। ਤੁਸੀਂ ਮਦਦ ਕੀਤੀ ਹੈ? ਇਹਦਾ ਮਤਲਬ ਇਹ ਥੋੜੀ ਆ ਵੀ ਮੈਂ ਇਹਨਾਂ ਨੂੰ ਹੁਣ ਕਰਦਾ ਫਿਰਦਾ। ਕੁੜੀ ਜਿਹੜੀ ਹੈ ਕੈਨੇਡਾ ਵਿੱਚੋਂ ਆਪਣੇ ਗੁਰਦੀਪ, ਮੈਂ ਕੁਛ ਨਹੀਂ ਕਿਸੇ ਨੂੰ ਜਾਣਦਾ ਨਹੀਂ ਗਾ ਜੀ। ਮੈਂ ਤਾਂ ਸਹੀ ਦੱਸਾਂ, ਮੈਂ ਉਦੋਂ ਵੈਸੇ ਹੀ ਮੈਂ ਇੰਡੀਆ ਸੀਗਾ। ਤੁਸੀਂ ਵੈਸੇ ਹੀ ਇੰਡੀਆ ਸੀਗਾ ਉਦੋਂ, ਮੈਂ ਇੱਥੇ ਨਹੀਂ ਆਇਆ ਸੀਗਾ। ਤੁਸੀਂ ਕੈਨੇਡਾ ਆਇਆ ਸੀ ਉਦੋਂ। ਤੁਸੀਂ ਕੈਨੇਡਾ ਚ ਕਦੋਂ ਆਏ? ਕਿਹੜੇ ਸਾਲ ਚ ਆਏ ਹੋ? ਮੈਂ 10 ਚ ਆਇਆ। ਤੁਸੀਂ 10 ਚ ਆਏ ਹੋ ਪਹਿਲੀ ਵਾਰੀ? ਆਈ ਸੀ। ਗੁਰਦੀਪ ਸਿੰਘ ਇਹ ਤਾਂ ਕਹਿੰਦੇ ਵੀ 10 ਵਿੱਚ ਪਹਿਲੀ ਵਾਰ ਆਏ ਤਾਂ ਤੁਹਾਡੀ 2009 ਵਿੱਚ ਸ਼ਾਦੀ ਹੋਈ ਆ, ਤਾਂ ਇਹ ਚੱਕਰ ਕੀ ਹੈ ਗੁਰਦੀਪ? ਇਹ ਸਰ ਐਵੇਂ ਗੱਲ ਨਹੀਂ। ਮੈਂ ਤੁਹਾਨੂੰ ਬਸ ਸਾਨੂੰ ਇੰਨਾ ਪਤਾ ਇਹ ਤੇ ਬੁੜੀ ਲੈ ਕੇ ਆਏ ਸੀ, ਇਹ ਨਹੀਂ ਪਤਾ ਕਿ ਉਹ ਯਾਰ ਇਹਨੂੰ ਕੀ ਪਤਾ? ਮੇਰੀ ਗੱਲ ਸੁਣੋ ਜੀ। ਹਲੋ ਜੀ ਉਹਦੇ ਨਾਲ ਜੀ। ਹਾਂਜੀ, ਇਹ ਕੁੜੀ ਕੌਣ ਹੈ? ਬਲਵਿੰਦਰ ਕੌਰ ਕੌਣ ਹੈ ਉਹ? ਮੈਨੂੰ ਨਹੀਂ, ਮੇਰੀ ਗੱਲ ਸੁਣੋ, ਮੈਂ ਤਾਂ ਹੈ ਹੀ ਇੰਡੀਆ ਸੀਗਾ। ਨਹੀਂ, ਬਲਵਿੰਦਰ ਕੌਰ ਕੁੜੀ ਕੌਣ ਹੈ? ਮੈਨੂੰ ਨਹੀਂ ਪਤਾ ਕੌਣ ਆ ਹੋਗੀ, ਉਹ ਬੁੜੀ ਜੀ ਆ ਕੋਈ, ਮੈਨੂੰ ਨਹੀਂ ਪਤਾ ਕਹੀ। ਮੈਂ ਤੁਹਾਨੂੰ ਸਾਰੀ ਗੱਲ ਦੱਸ ਦੂੰ ਪਰ ਮੈਂ ਹੁਣ ਨਹੀਂ ਦੱਸ ਸਕਦਾ। ਨਹੀਂ ਬੁੜੀ ਜੀ, ਤੁਸੀਂ ਬੁੜੀ ਜੀ ਕਹਿਤੀ ਆ, ਇਹ ਮਤਲਬ ਤੁਹਾਨੂੰ ਪਤਾ ਹੈ ਕੌਣ ਆ?
ਮੈਨੂੰ ਨਹੀਂ ਪਤਾ ਜੀ। ਮੈਂ ਜਦੋਂ ਹੁਣ ਬੰਦਾ ਜਾ ਰਿਹਾ ਉੱਥੇ 10 ਬੰਦੇ ਸੀਗੇ, ਜੇ ਕਿਸੇ ਦੀ ਮਦਦ ਕਰਤੀ ਤਾਂ ਇਹਦਾ ਮਤਲਬ ਇਹ ਥੋੜੀ ਆ ਇਹ ਵਿੱਚ ਵਿਚਾਲੇ ਮੈਨੂੰ ਐਵੇਂ ਲਈ ਜਾਂਦੇ ਆ। ਬੁੱਟਰ ਜੀ ਤੁਸੀਂ ਸਮਝੋ, ਤੁਸੀਂ ਆਪੇ ਕਹਤੇ ਬੁੜੀ ਗਈ ਆ, ਤੇ ਬੁੜੀ ਜਿਹੜੀ ਕੌਣ ਹੈ? ਬੁੜੀ ਕੁੜੀ ਜਿਹੜੀ ਆ ਉਹ ਨਾਲ ਕਿਵੇਂ ਆਈ? ਮੈਨੂੰ ਨਹੀਂ ਪਤਾ ਜੀ ਬਾਈ, ਇੱਥੇ ਆ ਕੇ ਪਤਾ ਲੱਗਿਆ ਵੀ ਕੌਣ ਆ ਕੌਣ ਨਹੀਂ, ਮੈਨੂੰ ਨਹੀਂ ਪਤਾ ਹੈਗਾ ਕੌਣ ਆ ਉਹ। ਤੇ ਵਿਚੋਲੇ ਤੁਸੀਂ ਬਣੇ ਹੋ, 30-35 ਲੱਖ ਰੁਪਏ ਤੁਸੀਂ ਘਰੋਂ ਲੈ ਕੇ ਆਏ ਹੋ, ਤੁਹਾਡੇ ਤੇ ਕੇਸ ਦਰਜ ਹੈ। ਕੌਣ ਲੈ ਕੇ ਆਇਆ? ਬੋਲੋ ਮੈਨੂੰ ਕਿਹੜਾ ਲੈ ਕੇ ਆਇਆ? ਗੁਰਦੀਪ ਫੜਾਇਆ ਚਲਾਏ ਕਰੋ, ਮੈਂ ਰੱਖਦਾ ਗੁਰਦੁਆਰੇ, ਚੱਕੋ ਉੱਥੋਂ। ਗੁਰਦੀਪ ਕਿਹਨ ਪੈਸੇ ਹੱਥ ਫੜਾਏ? ਗੁਰਦੀਪ ਬੋਲੋ, ਤਲੀਮ ਨਾਲ ਗੱਲ ਕਰੋ, ਬੋਲੋ। ਆ ਜਾ ਇਹਨੂੰ ਹਾਂਜੀ ਇਹਨੂੰ ਕਦੇ ਰੱਖ, ਆ ਜਾ ਗੁਰਦੁਆਰੇ ਆ ਜਾ, ਅਸੀਂ ਚੱਕਦੇ ਆ ਪੈਸੇ। ਨਹੀਂ ਗੁਰਦੀਪ ਪੈਸੇ ਰੱਖ, ਤੂੰ ਮਦਦ ਕਿਹੜੀ ਹਿਸਾਬ ਨਾਲ ਕਰ ਰਿਹਾ? ਕਾਹਦੀ ਮਦਦ? ਮੇਰੀ ਪੈਸੇ ਵੇਚੀ ਹੋਈ ਆ, ਮੇਰੇ ਪੈਸੇ ਦਿੱਤੇ ਹੋਏ, ਤੂੰ ਮੇਰੀ ਮਦਦ ਕਿਹੜੀ ਕਰੀ ਜਾਂਦਾ? ਤੂੰ ਮੇਰੇ ਪੈਸੇ ਮੈਨੂੰ ਨਹੀਂ ਦੇ ਰਿਹਾ ਪੂਰੇ, ਤੂੰ ਮਦਦ ਕਿਹੜੀ ਕਰੀ ਜਾਂਦਾ? 40 ਲੱਖ ਤੋਂ ਉੱਪਰ ਤੂੰ ਪੈਸੇ ਦੇ ਰਿਹਾ, ਕਿਹੜੀ ਮਦਦ ਕਰ ਰਿਹਾ ਤੂੰ ਮੇਰੀ? 10 ਸਾਲ ਨੂੰ ਧੱਕਿਆ ਹੋਈ ਤੇ ਤੂੰ ਭੈਣ ਚੋਦਾ। ਓਏ ਐਕਸਕਿਊਜ਼ ਮੀ ਪਲੀਜ਼, ਸਟਾਪ ਇਟ ਨੌਨਸੈਂਸ, ਯੂ ਮਸਟ ਸਟਾਪ ਦੈਟ। ਗੁਰਦੀਪ ਮੈਨਰਸ ਨਾਲ ਗੱਲ ਕਰ, ਮੈਂ ਲਾਈਨ ਕੱਟ ਦਵਾਂਗਾ। ਆਈ ਐਮ ਅਪੋਲੋਜੀ ਫਰਮ ਲਿਸਨਰਸ। ਗੁਰਦੀਪ ਵਾਟ ਯੂਰ ਲੈਂਗੁਏਜ? ਓਕੇ ਸਰ। सॉरी कहो। ओके जी। गुरदीप सॉरी क्या है? हाँ जी सॉरी सर जी। सॉरी तू क्या सुन बड़े देखने वाले दर्शक तो सॉरी मांग रहे हैं, बोलो। मैं थोड़ी स्टोरी प्रोसीड नहीं कर रहा। बस मैं ये कहना भी ये मेरी कोई मदद नहीं कर रहा है। होल्ड ऑन गुरदीप सुनो गल बड़े ध्यान नाल, दोने कान खोल के सुन बेटा। राइट वे सब तो पहला कोई गल करन तो पहला तुसी ये शब्द कहो हुणे जो मैं कह रहा कि मैं गुरदीप सिंह हाँ। बोलो मेरे मगर, बोलो। गुरदीप सिंह हाँ जी। मैं सुनने वाले ते देखने वाले दुनिया में जिन्ने भी परिवार ने उन्हें सॉरी मंगदा जो मैं गलत बोलिया। हाँ जी हाँ, जिन्ने भी परिवार देखने वाले ते सुनने वाले सब तो मैं गलती मंगदा, पर मैं इमोशनल हो गया जी, मैं सॉरी गलती मंगदा। हाँ जी, सो तुसी एक गलती एक बार फेर कबूल करो कि मुड़ के मैं गलती नहीं करूंगा ऐसी बोलन वेले। नहीं मैं जी गलती नहीं करदा हैगा बोलन। हाँ जी जो सॉरी। एनीवे सो तुसी जेडे पैसे आ तुहाडे घर विच अपने बुੱਟਰ जी कल्ले आए सी पैसे लेने, जे नाल इन्हां कोई होर आया सी? नाल ਇਹਦੇ ਨਾਲ ਹੋਰ ਜਿਹੜੀ ਨਾਲ ਕੌਣ ਆਇਆ ਸੀ ਇਹਦੇ ਪੈਸੇ ਲੈਣੇ? ਇਹ ਬਲਵਿੰਦਰ ਕੌਰ ਹੀ ਸੀ, ਬਲਵਿੰਦਰ ਕੌਰ ਹੀ ਸੀ ਜੀ, ਨਾਲ ਹੀ ਸੀ। ਇਹ 25 ਕੀਰਾਂ ਦਿੱਤਾ ਜੀ ਤੇ 10 ਕੀਰਾਂ ਦਿੱਤਾ। ਆਈ ਸੀ। ਇਹ ਤੁਸੀਂ ਘਰ ਦਿੱਤਾ ਹੈ ਜਾਂ ਫਿਰ ਬਾਹਰ ਦਿੱਤੇ, ਕਿਸੇ ਇਹਨਾਂ ਨੇ ਦਫ਼ਤਰ ਦਿੱਤੇ ਆ? ਘਰੇ ਦਿੱਤਾ ਜੀ। ਆਈ ਸੀ। ਹਾਂਜੀ ਬੁੱਟਰ ਜੀ ਤੁਹਾਡੇ ਤੇ ਲਾਏ ਜਾ ਰਹੇ ਦੋਸ਼ ਜਿਹੜੇ ਬੜੇ ਸੀਰੀਅਸ ਨੇ, ਕੋਰਟ ਵਿੱਚ ਵੀ ਨੇ, ਤੁਸੀਂ ਭਗੌੜਾ ਕਰਾਰ ਹੋ ਜਿਹੜਾ ਕਿ ਚੈੱਕ ਕਰ ਚੁੱਕੇ ਆ। ਆਪਣੇ ਬੁੱਟਰ ਸਾਹਿਬ ਤੁਹਾਡਾ ਇਹਨਾਂ ਸਤਿਕਾਰ ਹੈ, ਤੁਸੀਂ ਇਹੋ ਜਿਹੇ ਕੰਮਾਂ ਵਿੱਚ ਕਿਉਂ ਪਏ? ਜ਼ਿੰਦਗੀ ਵਿੱਚ ਕਿਉਂ ਗਲਤ ਕੰਮ ਕੀਤੇ ਨੇ? ਬੁੱਟਰ ਸਾਹਿਬ ਮੇਰਾ ਸਵਾਲ ਤੁਹਾਨੂੰ ਹੈ। ਆਪਣੇ ਗੁਰਮੇਲ ਸਿੰਘ ਬੁੱਟਰ ਜੀ, ਬੁੱਟਰ ਸਾਹਿਬ ਲਾਈਨ ਤੇ ਨੇ? ਲਾਈਨ ਕੱਟ ਗਏ ਨੇ ਜੀ ਬੁੱਟਰ ਸਾਹਿਬ, ਕਾਲ ਕਰੋ ਦੁਬਾਰਾ, ਟਰਾਈ ਕਰਦਾ ਜੀ ਦੁਬਾਰਾ ਫਿਰ ਕਾਲ ਕਰੋ। ਔਰ ਇਹ ਅਸੀਂ ਦੱਸੀ ਕਿ ਇਹ ਬਹੁਤ ਬੜਾ ਸੀਰੀਅਸ ਇਸ਼ੂ ਹੈ ਔਰ ਅਸੀਂ ਅਬ ਟੇਕਿੰਗ ਸਮ ਕਾਲ ਸੇਮ ਟਾਈਮ। ਤੁਸੀਂ ਲਾਈਨ ਨੂੰ ਡ੍ਰੌਪ ਕਰ ਦਿਓ, ਆਮ ਟੇਕਿੰਗ ਕਾਲਸ। ਹਾਂਜੀ ਕਾਲਰ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ, ਤੁਸੀਂ ਕੀ ਸਟੋਰੀ ਸੁਣਿਆ? ਕੀ ਤੁਹਾਨੂੰ ਲੱਗਦਾ ਕੌਣ ਸੱਚਾ ਕੌਣ ਝੂਠਾ? ਬੋਲੋ ਜਲਦੀ ਕਰੋ। ਹਾਂਜੀ ਮੈਂ ਜਗਜੀਤ ਸਿੰਘ ਗੱਲ ਬੋਲਦਾ ਸੈਟਲ ਤੋਂ ਜੀ। ਇਹ ਮੁੰਡਾ 100% ਸਹੀ ਆ ਜੀ। ਉਹ ਜਿਹੜਾ ਆਪਣੇ ਬੁੱਟਰ ਆ ਉਹ ਗਲਤ ਆ, ਉਹਨਾਂ ਨੇ ਪੈਸੇ ਲਏ ਆ ਤੇ ਹੁਣ ਉਹ ਮੁੱਕਰ ਰਿਹਾ ਆ। ਆਈ ਸੀ। ਇਹਨਾਂ ਦੀ ਉਦਾਂ ਇਹਨਾਂ ਦੀ ਹੋਇਆ ਇਹਨਾਂ ਦਾ ਕੰਟੈਕਟ ਹੀ ਆ, ਕਿਉਂਕਿ ਇਹਨਾਂ ਨੇ ਪੈਸੇ ਲੈ ਕੇ ਸ਼ਾਦੀ ਕੀਤੀ ਆ। ਉਹ ਇਹਨਾਂ ਦੇ ਡੈਡੀ ਨੇ ਦੱਸਿਆ, ਉਹ ਤੋਂ ਸ਼ੋਅ ਹੁੰਦਾ ਵੀ ਇਹਨਾਂ ਨੇ ਪੈਸੇ ਪਹਿਲੋਂ ਇਹਨਾਂ ਨਾਲ ਕੰਟੈਕਟ ਹੋਇਆ ਵੀ ਪੈਸੇ ਅਸੀਂ ਲੈਣੇ ਆ ਤੇ ਇਹ ਕਹਿੰਦੇ ਅਸੀਂ ਦਵਾਂਗੇ। ਸਾਡਾ ਫੇਸਬੁੱਕ ਪੇਜ ਜਿਹੜਾ ਆ ਚੇਂਜ ਕਰ ਲਓ ਔਰ ਜੋਗਿੰਦਰ ਬਾਸੀ ਫੇਸਬੁੱਕ ਤੇ ਜਾ ਸਕਦੇ ਹੋ। ਸਾਡਾ ਜੋਗਿੰਦਰ ਬਾਸੀ ਪੇਜ ਨੂੰ ਕਲਿੱਕ ਕਰੋ ਅਤੇ ਗਾਉਂਦਾ ਪੰਜਾਬ YouTube ਨੂੰ ਤੁਸੀਂ ਕਲਿੱਕ ਕਰੋ। ਹਾਂਜੀ ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ ਜੀ, ਫੇਸਬੁੱਕ ਪੇਜ ਦੀ ਸਾਡੇ ਦੀ ਜਾਣਕਾਰੀ ਦੇ ਦਈਏ ਜੀ। ਫੇਸਬੁੱਕ ਪੇਜ ਜਿਹੜਾ ਸਾਡਾ ਕੁਝ ਟੈਕਨੀਕਲ ਸਮੱਸਿਆ ਆਈ ਸੀ ਪਹਿਲੇ ਦੇ ਵਿੱਚ। ਸਾਡਾ ਜਿਹੜਾ ਹੁਣ ਫੇਸਬੁੱਕ ਪੇਜ ਚੱਲ ਰਿਹਾ ਦਾ ਬਾਸੀ ਸ਼ੋ ਗਾਉਂਦਾ ਪੰਜਾਬ। Just put in Basi show simple this, don't make complicated. So this कि नहीं easy हो जाएगा। I see. So anyway, so अगली call. So सब कौन लाइन पे please proceed करो। जी ਬੁੱਟਰ ਸਾਹਿਬ ਲਾਈਨ ਤੇ ਨੇ ਜੀ। जी ਬੁੱਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬੁੱਟਰ ਸਾਹਿਬ ਤੁਸੀਂ ਲਾਈਨ ਤੇ ਹੋ? ਹਾਂਜੀ ਜੀ। ਤੁਸੀਂ ਲਾਈਨ ਕੱਟੋ ਨਾ ਔਰ ਇਹਦੇ ਵਿੱਚ ਤੁਹਾਡਾ ਹੀ ਫਾਇਦਾ ਹੈ ਔਰ ਤੁਹਾਡੀ ਅਸੀਂ ਰਿਸਪੈਕਟ ਕਰ ਰਹੇ ਹਾਂ ਔਰ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਦੇ ਵਿੱਚ ਤੁਹਾਡਾ ਨਾਮ ਬਦਨਾਮ ਹੋਵੇ ਕਿ ਤੁਸੀਂ ਬੜੇ ਰਿਸਪੈਕਟਡ ਹੋ। ਤੁਹਾਡੇ ਇਲਾਕੇ ਦੇ ਵਿੱਚ ਤੁਸੀਂ ਜਿਹੜਾ
ਬੱਸੀਆਂ ਆ ਉਹਦੇ ਵਿੱਚ ਵੀ ਤੁਹਾਡੀ ਕਾਫੀ ਜਿਹੜੀ ਰਿਸਪੈਕਟ ਹੈ ਉਹ ਰਿਸਪੈਕਟ ਬਣਾਈ ਰੱਖਣਾ ਤੁਹਾਡਾ ਫਰਜ਼ ਬਣਦਾ। ਮੈਂ ਤੁਹਾਨੂੰ ਟਾਈਮ ਦੇ ਰਿਹਾ ਔਰ ਤੁਸੀਂ ਕਾਊਂਟਰ ਕਰੋ। ਉਹ ਕਹਿੰਦੇ ਤੁਸੀਂ ਪੈਸੇ ਲਏ ਆ, ਉਹ ਤੁਸੀਂ ਕਹਿੰਦੇ ਪੈਸੇ ਨਹੀਂ ਲਾਏ ਹੈ ਜੀ। ਸੋ ਇਹਦੇ ਬਾਰੇ ਵਿੱਚ ਬਲਵਿੰਦਰ ਕੌਰ ਜਿਹੜੀ ਆ, ਤੁਸੀਂ ਹੋ ਸਕਦਾ 2010 ਵਿੱਚ ਕੈਨੇਡਾ ਗਏ ਹੋਵੋ, ਪਰ ਬਲਵਿੰਦਰ ਕੌਰ ਕੁੜੀ ਜਿਹੜੀ ਆ, ਲੇਡੀ ਆ, ਉਹ ਕੁੜੀ ਲੈ ਕੇ ਆਈ ਆ। ਬਲਵਿੰਦਰ ਕੌਰ ਨੇ ਖੁਦ ਜਾ ਕੇ ਵਿਆਹ ਕਰਾ ਕੇ ਪੈਸੇ ਲਏ ਆ, ਇਸ ਕੁੜੀ ਤੋਂ ਲਈ ਆ। ਤੁਸੀਂ ਨਾਲ ਇਨਵੋਲਵ ਹੋ ਇਹਦੇ ਵਿੱਚ, ਤੁਸੀਂ ਇਹਨਾਂ ਨੂੰ ਪੈਸੇ ਵਾਪਸ ਕੀਤੇ। ਤੁਹਾਡੇ ਤੇ ਕੋਰਟ ਦੇ ਵਿੱਚ ਕੇਸ ਦਰਜ ਹੈ, ਤੁਸੀਂ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ, ਪੁਲਿਸ ਨੇ ਤੁਹਾਨੂੰ ਚਾਰਜ ਕੀਤਾ ਆ। ਤੁਹਾਨੂੰ ਪਤਾ ਇਸ ਚੀਜ਼ ਦਾ ਕਿ ਪੁਲਿਸ ਨੇ ਤੁਹਾਨੂੰ ਚਾਰਜ ਕਰ ਚੁੱਕੀ ਹੈ? ਮੇਰੀ ਗੱਲ ਸੁਣੋ ਜੀ, ਮੈਂ ਤੁਹਾਨੂੰ ਦੱਸਦਾ, ਮੈਂ ਉਦੋਂ ਸੀਗਾ, ਮੈਂ ਤੁਹਾਨੂੰ ਪਤਾ ਹੀ ਸੀਗਾ ਕੈਨੇਡਾ, ਉਸ ਬਾਅਦ ਇੰਡੀਆ, ਠੀਕ ਆ, ਇੰਡੀਆ ਸੀਗਾ ਮੈਂ। 2010 ਦੇ ਵਿੱਚ ਆਇਆ ਇੱਥੇ ਕੈਨੇਡਾ ਦੇ ਵਿੱਚ ਜੀ। ਹੁਣ ਗੱਲ ਧਿਆਨ ਨਾਲ ਸੁਣ ਲਿਓ ਜੀ, ਠੀਕ ਹੈ ਜੀ। ਜਿਹੜੀ ਜਨਾਨੀ ਸੀਗੀ, ਇਹ ਇੱਥੇ ਮਤਲਬ ਪਹਿਲਾਂ ਸਰੀ ਰਹਿੰਦੀ ਹੁੰਦੀ ਸੀਗੀ, ਮੇਰੀ ਵਾਈਫ ਦੇ ਨਾਲ ਕੰਮ ਕਰਦੇ ਸੀਗੇ ਜੀ, ਠੀਕ ਹੈ। ਇਹ ਉੱਥੇ ਗਏ, ਇਹ ਕਹਿੰਦੇ ਵੀ ਆਹ ਗੱਲ ਹੈਗੀ ਹੈ ਨਾ, ਇਹ ਕੋਈ ਗੱਲ ਨਹੀਂ ਹੈ ਨਾ। ਜਿਹੜੇ ਵਿੱਚ ਬੰਦੇ ਹੋਰ ਜਿਹੜੇ ਉੱਥੇ ਇੰਡੀਆ ਦੇ ਵਿੱਚ ਫਿਰਦੇ ਹੁੰਦੇ, ਵਿਚੋਲੇ ਵਗੈਰਾ ਸਾਰਾ ਕੁਝ, ਉਹਨਾਂ ਨੇ ਇਹਨਾਂ ਨਾਲ ਗੱਲ ਕੀਤੀ, ਉਹਨਾਂ ਨਾਲ ਸਾਰਿਆਂ ਨਾਲ ਇਹਨਾਂ ਨੇ ਬਿਠਾ ਕੇ, ਇਹਨਾਂ ਦਾ ਬੰਦਾ ਸੀਗਾ ਕੋਈ ਫੋਟੋਗ੍ਰਾਫ ਆ ਗੈਲਾਂ ਤੋਂ, ਇਹਨਾਂ ਦਾ ਬੰਦਾ ਸੀਗਾ ਉਹ, ਉਹਨਾਂ ਨੇ ਆਪਸ ਵਿੱਚ ਹੀ ਗੱਲ ਕੀਤੀ ਸਾਰਿਆਂ ਨੇ, ਠੀਕ ਹੈ ਨਾ। ਜੋ ਉਹਨਾਂ ਨੇ ਲੈਣ ਦੇਣ ਕਰਨਾ ਸੀ ਉਹਨਾਂ ਨੇ ਉਹ ਆਪਦਾ ਕਰਦੇ ਰਹੇ। ਉਹ ਜੋ ਮੇਰੀ ਉੱਥੇ ਦੁਕਾਨ ਕਰਕੇ ਮੇਰੇ ਕੋਲ ਉੱਥੇ ਬੈਠੇ ਰਹੇ ਆ ਉਹ, ਠੀਕ ਹੈ ਜੀ। ਔਰ ਇਹਨਾਂ ਦੀ ਮੈਨੂੰ ਇਹ ਕਹਿ ਦੇਣ ਮੇਰੀ, ਇਹਨਾਂ ਨੇ ਮੇਰੇ ਸਾਹਮਣੇ ਬਹਿ ਕੇ ਮੇਰੇ ਨਾਲ ਗੱਲ ਕੀਤੀ ਹੈ, ਇਹਨਾਂ ਨੇ ਬੈਠ ਕੇ ਮੇਰੇ ਨਾਲ ਸਾਹਮਣੇ ਬਹਿ ਕੇ ਕਦੇ ਵੀ ਇਹਦੇ ਪਿਓ ਨੇ ਮੇਰੇ ਨਾਲ ਗੱਲ ਕੀਤੀ ਹੈ ਵੀ ਅਸੀਂ ਆਹ ਕੰਮ ਕਰਨ ਲੱਗੇ ਆ, ਬਾਈ ਤੂੰ ਆ ਜਾ, ਅਸੀਂ ਆਹ ਗੱਲ ਕਰਦੇ ਆ। ਇਹਨਾਂ ਦੀ ਆਪਸ ਵਿੱਚ ਹੀ ਗੱਲ ਹੋਈ ਆ ਦੋਨੇ ਤਰ੍ਹਾਂ ਦੀ। ਤੁਸੀਂ ਕੋਰਟ ਸੀਗੇ ਜਦੋਂ ਗੱਲਬਾਤ ਹੋਈ ਹੈ 35 ਲੱਖ ਦੀ? ਨਹੀਂ, ਜਦੋਂ ਇਹਨਾਂ ਦੀ ਗੱਲਬਾਤ ਇਹਨਾਂ ਦੀ ਆਪਸ ਵਿੱਚ ਹੀ ਹੋਈ ਆ ਨਾ, ਇਹਨਾਂ ਦੀ ਆਪਸ ਵਿੱਚ ਹੀ ਹੋਈ ਆ, ਮੈਨੂੰ ਕੋਈ ਪਤਾ ਨਹੀਂ ਉਹਦੇ ਵਿੱਚ ਕੋਈ ਗੱਲ ਦਾ। ਨਹੀਂ, ਤੁਹਾਨੂੰ ਪਤਾ ਲੱਗਾ ਕਿ ਕਿੰਨੇ ਪੈਸਿਆਂ ਵਿੱਚ ਗੱਲ ਹੋਈ? ਤੁਹਾਨੂੰ ਇਹ ਤਾਂ ਪਤਾ ਨਾ ਕਿ ਪੈਸੇ ਵਿਆਹ ਦੇ ਕੇ ਕੀਤੇ ਗਏ, ਪੈਸੇ ਦਿੱਤੇ? ਨਹੀਂ, ਮੈਨੂੰ ਇਹਦੇ ਗੱਲ ਦਾ ਦੇਖੋ, ਉਹ ਤਾਂ ਹੁਣ ਪਤਾ ਹੀ ਸੀਗਾ ਵੀ ਵਿਆਹ ਏਦਾਂ ਦੇ ਕਰਦੇ ਆ ਵੀ ਇਹਨਾਂ ਤੇ ਕੋਈ ਗੱਲ ਹੀ ਹੋਊਗੀ, ਕਿਉਂਕਿ ਅਸੀਂ ਫੋਟੋਗ੍ਰਾਫ ਤੌਰ ਤੇ ਸੀਗੇ ਉੱਥੇ। ਪਰ ਇਹ ਕਿਵੇਂ ਹੋ ਸਕਦਾ ਕਿ ਆਪਣੇ ਜਿਹੜੇ ਲੋਕ ਨੇ, ਪੰਜਾਬੀਆਂ ਦਾ ਸੁਭਾਅ ਆ, ਉਹ ਤਾਂ ਮੇਰੀ ਗੱਲ ਤਾਂ ਸੁਣ ਤੂੰ ਯਾਰ, ਇਹਨਾਂ ਦੀ ਆਪਸ ਵਿੱਚ ਦੇਖੋ, ਇਹਨਾਂ ਦਾ ਵਿਚੋਲਾ ਅਲੱਗ ਸੀ, ਜਿਹੜੇ ਦੂਜੇ ਬੰਦੇ ਸੀ ਉਹਨਾਂ ਦੇ ਅਲੱਗ ਸੀਗੇ, ਠੀਕ ਹੈ ਨਾ। ਆਪਣੇ ਬੁੱਟਰ ਸਾਹਿਬ, ਮੈਨੂੰ ਪੈਸੇ ਦਿੱਤੇ ਇਹਨਾਂ ਨੇ। ਬੁੱਟਰ ਸਾਹਿਬ, ਫਸਟ ਆਫ ਆਲ ਤੁਸੀਂ ਜਿਹੜੀ ਤੁਹਾਡੀ ਲੈਂਗੁਏਜ ਹੈ ਨਾ, ਇਜ਼ ਨਾਟ ਐਕਸੈਪਟੇਬਲ। ਮੇਰੀ ਉਮਰ ਵੀ ਤੁਹਾਡੇ ਤੋਂ ਜ਼ਿਆਦਾ ਹੈ, ਔਰ ਜੇ ਗੱਲ ਸੁਣ ਮੈਨੂੰ ਪਤਾ ਜੀ, ਮੈਂ ਜਾਣਦਾ ਚੰਗੀ ਤਰ੍ਹਾਂ ਜਾਣਦਾ ਜੀ, ਮੈਂ ਇੱਕ ਗੱਲ ਨਹੀਂ ਹੈ, ਮੈਂ ਤੁਹਾਨੂੰ ਮਿਲਿਆ ਵੀ ਹੋਇਆ, ਪਰ ਤੁਹਾਨੂੰ ਯਾਦ ਨਹੀਂ ਹੋਣਾ, ਮੈਂ ਤੁਹਾਨੂੰ ਇੰਡੀਆ ਮਿਲਿਆ ਸੀਗਾ। ਯੂ ਮਸਟ ਵਾਚ, ਤੈਨੂੰ ਨਹੀਂ ਤੁਹਾਨੂੰ, ਮੈਂ ਤੁਹਾਡੇ ਤੋਂ ਵੱਡਾ ਹਾਂ ਉਮਰ ਦੇ ਵਿੱਚ। ਯੂ ਹੈਵ ਮੈਨਰਸ ਔਰ ਯੂ ਹੈਵ ਅ ਫਰਾਡ, ਆਈ ਵਿਲ ਟੇਕ ਐਕਸ਼ਨ ਅਗੇਂਸਟ ਯੂ। ਯੂ ਡਿਡ ਫਰਾਡ ਐਂਡ ਯੂ ਲਾਈਂਗ ਟੂ ਮੀ। ਤੁਸੀਂ ਮੇਰੇ ਝੂਠ ਬੋਲੇ, ਮੈਂ ਕਿਸੇ ਯੂ ਸ਼ੁਡ ਸੇ ਸੌਰੀ ਟੂ ਮੀ ਐਂਡ ਯੂ ਡੋਂਟ ਹੈਵ ਲੈਂਗੁਏਜ ਤੇਰੀ ਪ੍ਰੋਪਰ ਨਹੀਂ ਤੁਹਾਡੀ। ਓਕੇ ਜੀ, ਕੈਨ ਯੂ ਸੇ ਸੌਰੀ ਟੂ ਮੀ ਔਰ ਨਾਟ? ਸੌਰੀ। Yeah, you should watch your language. But ਮੈਂ ਤੁਹਾਡੇ ਤੋਂ ਵੱਡਾ ਆ, ਔਰ ਮੈਂ ਜ਼ਿੰਦਗੀ ਦੇ ਵਿੱਚ ਫਰਾਡ ਤੇ ਫਰਾਡ ਹੈ। I don't care God damn anybody. I doing my job. ਔਰ ਤੁਹਾਨੂੰ ਕਿਵੇਂ ਨਹੀਂ ਪਤਾ ਹੋ ਸਕਦਾ ਕਿ ਪੈਸੇ ਜਿਹੜੇ ਆ, ਤੁਸੀਂ ਕਹਿੰਦੇ ਲੋਕ ਏਦਾਂ ਕਰਦੇ ਆ, ਤੁਹਾਨੂੰ ਪਤਾ ਪੈਸਿਆਂ ਦਾ, ਪੈਸੇ ਵਿੱਚ ਤੁਸੀਂ ਇਨਵੋਲਵ ਹੋ। ਉਸ ਲੇਡੀ ਬਾਰੇ ਤੁਸੀਂ ਕਹਿੰਦੇ ਜਾਣਦੇ ਨਹੀਂ ਹੋ, ਹੁਣ ਤੁਸੀਂ ਜਾਣਦੇ ਹੋ। ਔਰ ਕੁੜੀ ਜਿਹੜੀ ਕਿੱਥੋਂ ਆਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ, ਕੁੜੀ ਕੌਣ ਸੀ? ਉਹ ਕੁੜੀ ਕੌਣ ਸੀ ਦੱਸੋ ਮੈਨੂੰ ਪਹਿਲਾਂ। ਮੈਨੂੰ ਨਹੀਂ ਪਤਾ ਜੀ, ਕਾਹਦੀ ਗੱਲ ਕਰਦਾ ਜੀ, ਮੈਨੂੰ ਨਹੀਂ ਪਤਾ ਹੈਗਾ ਉਹ। ਤੇ ਤੁਹਾਨੂੰ ਇਹ ਬਲਵਿੰਦਰ ਕੌਰ ਨੇ ਦੱਸਿਆ ਸੀ ਕੁੜੀ ਕੌਣ ਹੈ? ਇਹਦਾ ਮਾਂ-ਬਾਪ ਜਿਹੜਾ ਆ ਉਹਨੂੰ ਵੀ ਨਹੀਂ ਪਤਾ ਕੁੜੀ ਨੂੰ। 18 ਸਾਲ ਦੀ ਬੱਚੀ ਦੀ ਜ਼ਿੰਦਗੀ ਤੁਸੀਂ ਬਰਬਾਦ ਕੀਤੀ ਆ। ਮੈਨੂੰ ਕੀ ਪਤਾ, ਮੈਂ ਇੰਡੀਆ ਸੀਗਾ ਜੀ। ਇੰਡੀਆ ਸੀ, ਮੈਂ ਮੰਨਦਾ ਆ, ਪਰ ਬਲਵਿੰਦਰ ਕੌਰ ਜਿਹੜੀ ਆ ਉਹ ਕੁੜੀ ਨੂੰ ਲੈ ਕੇ ਆਏ ਆ। ਬਲਵਿੰਦਰ ਕੌਰ ਤੁਹਾਡੀ ਵਾਈਫ ਦੇ ਨਾਲ ਕੰਮ ਕਰਦੀ ਸੀ, ਤੁਸੀਂ ਮੈਨੂੰ ਕਿਹਾ ਆ। ਹਾਂਜੀ। ਤੇ ਉਹ ਜਿਹੜੀ ਕੁੜੀ ਆ ਬਲਵਿੰਦਰ ਕੌਰ ਜਿਹੜੀ ਆ, ਉਹਨੇ ਪੈਸੇ ਲਏ ਆ, ਤੁਹਾਨੂੰ ਕਿੰਨੇ ਦਿੱਤੇ ਆ ਨਹੀਂ ਦਿੱਤੇ, ਪਰ ਤੁਸੀਂ ਇਹਨਾਂ ਨੇ ਘਰੋਂ ਪੈਸੇ ਜਿਹੜੇ ਲਏ ਆ, ਇਹ ਸੱਚ ਹੈ? ਹੋ ਸਕਦਾ ਕਿ ਲੈ ਕੇ ਤੁਸੀਂ ਪੈਸੇ ਬਲਵਿੰਦਰ ਕੌਰ ਨੂੰ ਦਿੱਤੇ ਹੋਣ, ਇਹ ਵੀ ਹੋ ਸਕਦਾ ਆ। ਬੁੱਟਰ ਸਾਹਿਬ, ਇਹ ਹੋ ਸਕਦਾ ਕਿ ਤੁਸੀਂ ਪੈਸੇ ਦੇਖੋ ਜੀ, ਉਹ ਜਿੱਦਣ ਪੈਸੇ ਲਏ ਆ। ਮੇਰੀ ਗੱਲ ਸੁਣੋ ਜੀ, ਮੈਨੂੰ ਗੱਲ ਹੁਣ ਕਰਨਾ ਕੀ ਚਾਹੀਦਾ ਮੈਨੂੰ ਇਹ ਦੱਸੋ ਪਹਿਲਾਂ ਜੀ। ਤੁਹਾਨੂੰ ਕੀ ਕਰਨਾ ਚਾਹੀਦਾ? ਯੂ ਟੈਲ ਅਸ ਟਰੂ ਕਿ ਪੈਸੇ ਤੁਸੀਂ ਲੈਣ ਗਏ ਆ, ਬਲਵਿੰਦਰ ਕੌਰ ਨਾਲ ਗਈ ਆ, ਔਰ ਤੁਹਾਨੂੰ ਨਾਲ ਉਹ ਲੈ ਗਈ ਆ, ਤਾਂ ਜਿਸ ਕਰਕੇ ਪੈਸੇ ਜਿਹੜੇ ਆ ਬਲਵਿੰਦਰ ਕੌਰ ਨੇ ਲਏ ਹੋਣਗੇ 35 ਲੱਖ। ਤੁਹਾਡਾ ਉਸ ਲੈਣ ਦੇਣ ਵਿੱਚ ਨਾ ਹੋ ਸਕਦਾ ਕੁਝ, ਮੈਂ ਇਹ ਮੰਨਣ ਨੂੰ ਤਿਆਰ ਆ, ਪਰ ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਤੁਸੀਂ ਪੈਸੇ ਲੈਣ ਨਹੀਂ ਗਏ। ਮੈਟਰ ਇਹ ਹੈ, ਤੁਸੀਂ ਜਾਂਦੇ ਹੋ, ਜ਼ਰੂਰੀ ਨਹੀਂ ਤੁਸੀਂ ਪੈਸੇ ਫੜੇ ਹੋਣ। ਇਹ ਪੈਸੇ ਬਲਵਿੰਦਰ ਕੌਰ ਨੇ ਫੜੇ ਸੀ ਜਾਂ ਤੁਸੀਂ ਫੜ ਕੇ ਬਲਵਿੰਦਰ ਕੌਰ ਨੂੰ ਫੜਾਏ ਸੀ? ਸਵਾਲ ਮੇਰਾ ਇਹ ਆ। ਫਿਰ ਹੀ ਤੁਹਾਡਾ ਜੇ ਸਵਾਲ ਆ ਨਾ, ਫਿਰ ਇੰਨੇ ਦਾ ਇਹ ਬਹੁਤ ਜ਼ਿਆਦਾ ਕਹਿੰਦੇ ਆ, ਉਹ ਇੰਨਾ ਤਾਂ ਗੱਲ ਨਹੀਂ ਹੋਈ ਸੀ ਉਹਨਾਂ ਦੀ। ਕਿ ਕਿੰਨੇ ਸੀਗੇ ਦੱਸੋ ਪੈਸੇ ਕਿੰਨੇ ਸੀ? ਮੈਂ ਤੁਹਾਨੂੰ ਜ਼ਿੰਦਗੀ ਵਿੱਚ ਬਚਾ ਸਕਦਾ,
ਤੁਸੀਂ ਬੜੇ ਲੱਕੀ ਹੋ ਕਿ ਸਾਡੇ ਕੋਲੋਂ ਇਸ ਵੇਲੇ ਇਨਸਾਫ ਲੈ ਰਹੇ ਹੋ। ਮੈਂ ਤੁਹਾਡਾ ਸਤਿਕਾਰ ਕਰ ਰਿਹਾ ਔਰ ਆਈ ਐਮ ਟੈਲਿੰਗ ਯੂ ਵਨ ਥਿੰਗ, ਮੈਂ ਜ਼ਿੰਦਗੀ ਦੀ ਕਸਮ ਖਾਂਦਾ ਹਾਂ ਤੁਹਾਨੂੰ ਇਨਸਾਫ ਮਿਲੇਗਾ। ਤੂੰ ਦੱਸੋ ਕਿ ਕਿੰਨੇ ਦੀ ਡੀਲ ਹੋਈ ਸੀ? ਹੋ ਸਕਦਾ ਕਿ ਇਹਨਾਂ ਨੇ ਵੱਧ ਕਲੇਮ ਕਰਕੇ ਤੁਹਾਡੇ ਤੇ ਪਰਚਾ ਪਾਤਾ। ਮੈਂ ਤੁਹਾਡੇ ਨਾਲ ਇਹ ਵੀ ਵਾਅਦਾ ਕਰਦਾ ਕਿ ਤੁਹਾਡੇ ਤੇ ਜਿਹੜਾ ਪਰਚਾ ਹੈ ਕਾਨੂੰਨ ਦੇ ਮੁਤਾਬਕ ਕੈਂਸਲ ਵੀ ਹੋ ਸਕਦਾ, ਤੁਸੀਂ ਸੱਚ ਦੱਸੋਗੇ। ਤੂੰ ਦੱਸੋ ਕਿ ਕਿੰਨੇ ਪੈਸੇ ਉਧਰ ਲਿਆਂਦੇ ਸੀ, ਕਿੰਨੇ ਵਿੱਚ ਡੀਲ ਸੀਗੀ ਤੇ ਇਹ ਝੂਠ ਬੋਲ ਰਿਹਾ। ਮੈਨੂੰ ਮੇਰਾ 16-17 ਦਿੱਤਾ ਇਹਨਾਂ ਨੇ। 16 ਲੱਖ ਦਿੱਤਾ ਇਹਨਾਂ ਨੇ, ਤੁਸੀਂ ਮੰਨਦੇ ਹੋ? ਤੇ ਇਹਨਾਂ ਨੇ 35 ਲੱਖ ਬਣਾਤਾ, ਮੈਂ ਮੰਨਦਾ ਝੂਠ ਹੈ। ਤੇ ਜਿਹੜਾ 16 ਲੱਖ ਰੁਪਈਆ ਆ ਇਹ ਜਿਹੜਾ ਤੁਹਾਨੂੰ ਉਹਨਾਂ ਨੇ ਦਿੱਤਾ, ਵੀ ਤੁਸੀਂ ਬਲਵਿੰਦਰ ਕੌਰ ਨੂੰ ਦੇ ਦਿੱਤਾ ਸੀ ਜਾਂ ਫਿਰ ਉਹਦੇ ਵਿੱਚੋਂ ਕੁਝ ਕੁੜੀ ਨੂੰ ਵੀ ਦਿੱਤੇ ਸੀ ਪੈਸੇ? ਨਹੀਂ, ਮੈਨੂੰ ਉਹਦੇ ਬਾਰੇ ਨਹੀਂ ਪਤਾ ਜੀ ਉਹਨੇ ਕਹਾ ਕੀ ਕਰਿਆ। ਉਹ ਬਲਵਿੰਦਰ ਕੌਰ ਨੇ ਲਿਆ। ਅੱਛਾ, ਨਹੀਂ ਪਰ ਜਦ ਗਏ ਤੁਸੀਂ ਦੋਨੇ ਇਕੱਠੇ ਆ ਘਰ ਪੈਸੇ ਲੈਣ, ਇਹ ਟਰੂ ਹੈ? ਨਹੀਂ, ਉਹ ਗਏ ਵੀ ਨਹੀਂ ਗਏ, ਕਿਤੇ ਨਹੀਂ ਗਏ। ਜਿਵੇਂ ਮਤਲਬ ਉਹ ਦੁਕਾਨ ਤੇ ਆ ਗਏ, ਉਹ ਪੰਨਾਂ ਨੇ ਫੜਾਏ, ਮੈਂ ਉੱਥੇ ਬੈਠਾ ਸੀਗਾ, ਪਤਾ ਗੱਲ ਹੋਈ ਹੈ। ਫਾਈਨ ਵੈਰੀ ਗੁੱਡ, ਸੋ ਵੈਰੀ ਗੁੱਡ, ਸੋ ਆਈ ਸਲੂਟ ਯੂ। ਇਹਦਾ ਮਤਲਬ ਕਿ ਪੈਸੇ ਜਿਹੜੇ ਆ ਲਏ ਆ ਜਾਂ ਦਿੱਤੇ ਆ ਔਰ ਤੁਸੀਂ ਕੋਲ ਸੀ ਉਸ ਵੇਲੇ ਜਦੋਂ ਜਾਂ ਤੁਸੀਂ ਮੈਨੂੰ ਗਵਾਹ ਮੰਨ ਲਓ ਜਾਂ ਮੈਨੂੰ ਜਾਮਨ ਮੰਨ ਲਓ ਜਾਂ ਤੂੰ ਮੈਨੂੰ ਕਿਹੜੇ ਮਰਜ਼ੀ ਮਰ ਜਾਓ, ਉਹ ਤੁਸੀਂ ਜੋ ਮੰਨ ਸਕਦੇ ਹੋ ਮੰਨ ਲਓ। ਆਈ ਸੀ। ਗੁਰਦੀਪ, ਤੁਸੀਂ ਮੈਨੂੰ ਦੱਸੋ ਕਿ ਜਿਹੜੇ ਪੈਸੇ ਆ ਇਹ ਘਰ ਲੈਣ ਆਏ ਸੀ ਜਾਂ ਤੁਸੀਂ ਦੁਕਾਨ ਤੇ ਦਿੱਤੇ ਆ ਕਿ 2 ਵਾਰੀ ਦਿੱਤੇ ਆ ਔਰ ਇੱਕ ਵਾਰੀ ਘਰ ਦਿੱਤੇ ਹੋਣ, ਇੱਕ ਵਾਰੀ ਦੁਕਾਨ ਦਿੱਤੇ ਹੋਣਗੇ? ਬੋਲੋ ਗੁਰਦੀਪ। ਇੱਕ ਵਾਰ ਜੀ ਘਰ ਦਿੱਤੇ ਆ ਤੇ ਇੱਕ ਵਾਰ ਦੁਕਾਨ ਤੇ ਵੀ ਪੈਸੇ ਫੜਾ ਲਿਆ ਇਹਨੂੰ। ਆਈ ਸੀ। ਜਦੋਂ ਮੇਰੇ ਸਾਰੇ ਡੈਡੀ ਨੇ ਵਿਚਾਰੇ ਨੇ ਕੱਜੇ ਨੇ ਬੁਲਾਇਆ, ਮੈਨੂੰ ਤਾਂ ਨਹੀਂ ਪਤਾ ਹੀ ਨਹੀਂ ਸੀ ਇਹ ਕੀ ਕਰ ਰਿਹਾ ਤੇ ਕੀ ਗੱਲਬਾਤ ਚੱਲ ਰਹੀ ਆ। ਨਹੀਂ, ਉਸ ਟਾਈਮ ਮੈਨੂੰ ਤਾਂ ਬਸ ਆਏ ਸੀ ਵੀ ਬਾਹਰਲੀ ਕੁੜੀ ਨਾਲ ਵਿਆਹ ਹੋਇਆ ਹੋਣਾ। ਓਕੇ, ਸਟਾਪ ਇਟ, ਯੂ ਮਸਟ ਲਿਸਨ। ਬਟ ਬਸ ਇਹ ਜਿਹਾ ਮਨ ਸੀ ਮੈਂ। ਓਕੇ, ਸਟਾਪ ਇਟ। ਸੋ ਅਸੀਂ ਮੈਂ ਕੋਸ਼ਿਸ਼ ਕਰਦਾ ਕਿ ਮੈਂ ਗੁਰਦੀਪ ਸਿੰਘ ਬੁੱਟਰ ਸਾਹਿਬ ਦੀ ਮੈਂ ਪੂਰੀ ਮਦਦ ਕਰਨੀ ਹੈ ਹੁਣ, ਕਿਉਂਕਿ ਇਹ ਸੱਚ ਦੱਸ ਰਹੇ ਨੇ। ਬੁੱਟਰ ਸਾਹਿਬ ਮੇਰੇ ਰਿਸਪੈਕਟਡ ਨੇ। ਮੈਂ ਪੁੱਛਣਾ ਚਾਹੁੰਦਾ ਤੁਹਾਨੂੰ, ਆਪਣੇ ਫਾਦਰ ਨੂੰ ਲਾਈਨ ਦਿਓ 1 ਸੈਕਿੰਡ ਚ, ਫਟਾਫਟ ਜਲਦੀ ਫੜਾਓ ਫੋਨ। ਹੈਲੋ, ਹਾਂਜੀ, ਤੁਹਾਡੇ ਫਾਦਰ ਨੂੰ ਫੋਨ ਦਿਓ, ਹਰਦਿਆਲ ਸਿੰਘ ਨੂੰ। ਹਾਂਜੀ, ਗੁਰਦੀਪ ਸਿੰਘ। ਆਪਣੇ ਗੁਰਦੀਪ, ਆਪਣੇ ਫਾਦਰ ਨੂੰ ਹਰਦਿਆਲ ਸਿੰਘ ਨੂੰ ਫੋਨ ਦਿਓ 1 ਸੈਕਿੰਡ ਲਈ। ਪੂਰਾ ਜੀ? ਆਪਣੇ ਫਾਦਰ, ਆਪਣੇ ਡੈਡੀ ਨਾਲ ਮੇਰੀ ਗੱਲ ਕਰਾਓ 1 ਸੈਕਿੰਡ। ਮੈਂ ਪੁੱਛਣਾ ਚਾਹੁੰਦਾ ਆ ਕਿ ਜਿਹੜੇ ਪੈਸੇ ਆ ਬਾਹਰ ਆਏ ਨੇ ਹੁਣ ਘਰੋਂ, ਆਉਂਦੀ ਕਮਾਲ ਦੀ ਗੱਲ। ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਪੈਸੇ ਫੜਾਏ ਆ ਤੁਸੀਂ ਨਾਲ ਸੀਗੇ ਆਪ ਗੁਰਦੀਪ? ਨਹੀਂ ਜੀ, ਆਹੀ ਮੇਰੇ ਕੋਲ ਕੋਈ ਤੁਸੀਂ ਨਾਲ? ਮੈਂ ਪੁੱਛਣਾ ਚਾਹੁੰਦਾ ਆ, ਪਲੀਜ਼ ਸਾਨੂੰ ਹੈਲਪ ਕਰੀ ਪਾਗਲ ਬੰਦੇ ਨਾਲ। ਹਾਂਜੀ, ਸੋ ਅਸੀਂ ਸੀਰੀਅਸ ਲੈਣਾ ਚਾਹੁੰਦੇ ਕਿ ਬੁੱਟਰ ਸਾਹਿਬ ਜੀ ਅਸੀਂ ਵੀ ਚਾਹੁੰਦੇ ਕਿ ਉਹਨੂੰ ਇਨਸਾਫ ਮਿਲੇ। ਬੁੱਟਰ ਸਾਹਿਬ, ਇਹ ਜੋ ਕੁਛ ਵੀ ਹੋਇਆ ਮਾੜਾ ਹੋਇਆ, ਇਹ ਕੁੜੀ ਫਿਰ ਜਿਹੜੀ ਆ ਇੱਥੇ ਆੜ ਕੇ ਉਹਨੇ ਸਪਾਂਸਰ ਨਹੀਂ ਕੀਤਾ, ਇਹਦਾ ਮਤਲਬ ਕਿ ਸਾਰਾ ਰੋਲ ਜਿਹੜਾ ਬਲਵਿੰਦਰ ਕੌਰ ਦਾ ਇਸ ਦੇ ਵਿੱਚ, ਤੁਸੀਂ ਕਹਿਣ ਨੂੰ ਤਿਆਰ ਹੋ? ਹਾਂਜੀ। ਸੋ ਬਲਵਿੰਦਰ ਕੌਰ ਨੇ ਪੈਸੇ ਲੈ ਕੇ ਰਿਸ਼ਤਾ ਕੀਤਾ ਤੇ ਕੁੜੀ ਕਿਸੇ ਦੀ ਬਗਾਨੀ ਧੀ ਲੈ ਕੇ ਉਹਦੀ ਜ਼ਿੰਦਗੀ ਬਰਬਾਦ ਕਰਨ ਵਾਲੀ ਬਲਵਿੰਦਰ ਕੌਰ ਹੈ ਇਹ। ਹਾਂਜੀ, ਆਈ ਸੀ। ਤੁਸੀਂ ਮੰਨਦੇ ਹੋ ਕਿ 17 ਲੱਖ ਰੁਪਏ ਦੇ ਵਿੱਚ ਇਹਨਾਂ ਨੇ ਡੀਲ ਬਣਾਈ ਸੀ? ਹਾਂਜੀ। ਸੋ 17 ਲੱਖ ਦੇ ਵਿੱਚ ਜਿਹੜੀ ਡੀਲ ਬਣਾਈ ਹੈ, ਤੁਹਾਡੇ ਸਾਹਮਣੇ 17 ਲੱਖ ਰੁਪਈਆ ਉਹ ਤੁਹਾਡੀ ਜਿਹੜੀ ਸ਼ਾਪ ਹੈ, ਤੁਹਾਡਾ ਸਟੂਡੀਓ ਹੈ ਸੁੱਖੀ ਸਟੂਡੀਓ, ਉਹਦੇ ਵਿੱਚ ਫਿਰ ਇਹਨਾਂ ਨੇ ਤੁਹਾਨੂੰ ਦਿੱਤਾ ਲਿਆ ਕਿ ਉਸ ਵੇਲੇ ਬਲਵਿੰਦਰ ਕੌਰ ਸੀ ਅਤੇ ਤੁਸੀਂ ਸੀਗੇ ਤਾਂ ਦੂਜੇ ਉਹ ਹਰਦਿਆਲ ਸਿੰਘ ਸੀ। ਇਹ ਸੱਚੀ ਗੱਲ ਹੈ? ਹਾਂਜੀ। ਤੁਸੀਂ ਤਿੰਨੇ ਜਾਣੇ ਸੀ ਜਦੋਂ ਪੈਸੇ ਦਿੱਤੇ ਨੇ ਤਾਂ ਬਲਵਿੰਦਰ ਕੌਰ? ਪੈਸੇ ਦੇਖੋ ਤੁਸੀਂ ਸਮਝੋ ਜੀ, ਮੇਰੀ ਗੱਲ ਸਮਝੋ ਜੀ, ਮੇਰੀ ਪਹਿਲਾਂ ਗੱਲ ਸਮਝੋ ਜੀ। ਜਿਹੜਾ ਇਹਨਾਂ ਦਾ ਮੇਨ ਬੰਦਾ ਸੀਗਾ ਜੀ, ਉਹ ਫੋਟੋਗ੍ਰਾਫ ਸੀਗਾ ਕੋਈ ਜੀ, ਠੀਕ ਹੈ ਜੀ। ਉਹਦੇ ਨਾਲ ਇਹਨਾਂ ਦੀ ਡੀਲ ਹੋਈ ਸੀ ਜੀ, ਹੋਈ ਸੀ ਨਾ, ਠੀਕ ਹੈ ਨੀ। ਇਹ ਉਹਨੂੰ ਪੈਸੇ ਦਿੰਦੇ ਸੀਗੇ, ਜਿਹੜਾ ਉਹ ਫੋਟੋਗ੍ਰਾਫ ਸੀਗਾ ਜੀ, ਜਿਹੜਾ ਫੋਟੋ ਉਹ ਕੱਲਾ ਨਹੀਂ ਸੀ, 4-5 ਜਾਣੇ ਸੀਗੇ ਜਗਰਾਉਂ ਤੋਂ ਸੀਗੇ ਉਹਦੇ ਜੀ ਨਾਲ। ਉਹਨਾਂ ਨਾਲ ਤਾਂ ਇਹਨਾਂ ਨੇ ਲੈ ਕੇ 20-20, 25-25 ਹਜ਼ਾਰ ਉਹਨਾਂ ਨੇ ਫੈਸਲਾ ਕਰ ਲਿਆ ਇਹਨਾਂ ਦਾ। ਜਿਹੜੇ ਬੰਦੇ ਸੀਗੇ ਉਹ 5-6 ਜਾਣੇ ਸੀਗੇ ਉਹ। ਉਹਨਾਂ ਨੇ ਕੀ ਕੀਤਾ, ਮੰਨ ਲਓ ਉਹ ਪੈਸੇ ਲੈ ਕੇ ਆਉਂਦੇ ਸੀ ਇਹਨਾਂ ਦੇ ਕੋਲੋਂ, ਤੁਸੀਂ ਗੱਲ ਮੇਰੀ ਸਮਝੋ ਨਾ, ਉਹ ਪੈਸੇ ਲੈ ਕੇ ਆਉਂਦੇ ਸੀਗੇ ਜੀ ਇਹਨਾਂ ਕੋਲੋਂ, ਠੀਕ ਹੈ ਨਾ। ਉਹ ਆ ਕੇ ਮੰਨ ਲਓ ਉਹਨੂੰ ਉੱਥੇ ਬਲਵਿੰਦਰ ਸਿੰਘ ਜਿਹੜੀ ਸੀਗੀ ਉਹ ਜਨਾਨੀ ਆ ਜਾਂਦੀ ਸੀਗੀ, ਠੀਕ ਹੈ ਨਾ, ਉਹਨੂੰ ਪੈਸੇ ਫੜਾ ਦਿੰਦੇ ਸੀਗੇ। ਕਈ ਕਿਸ਼ਤਾਂ ਵਿੱਚ ਪੈਸੇ ਦਿੱਤੇ ਨੇ? 2 ਵਾਰੀ ਦਿੱਤੇ ਇਹਨਾਂ ਨੇ ਪੈਸੇ? ਹਾਂਜੀ 2 ਵਾਰੀ ਦਿੱਤੇ ਆ। ਤੁਸੀਂ ਕਿੰਨੇ, ਤੁਸੀਂ ਤੁਹਾਡੇ ਵੱਲੋਂ ਕੁਝ ਪੈਸੇ ਭੇਜੇ ਗਏ, ਉਹਨਾਂ ਦੀ ਕੁਝ ਮੇਰੇ ਪਾਸ ਰਸੀਦ ਭੇਜੇ ਗਈਆਂ, ਉਹ ਤੁਸੀਂ ਪੈਸੇ ਕਿੰਨੇ ਦਿੱਤੇ ਇਹਨਾਂ ਨੂੰ? ਮੈਂ ਜੀ ਤੇ ਇਹਨਾਂ ਨੂੰ ਦੇਤਾ ਹੀ 10 ਲੱਖ ਰੁਪਈਆ। 10 ਲੱਖ ਰੁਪਈਆ? ਹਾਂਜੀ। ਤੁਸੀਂ ਮੈਨੂੰ ਇਹ ਦੱਸੋ ਕਿ 10 ਲੱਖ ਰੁਪਈਆ ਤੁਸੀਂ ਕਿਉਂ ਦਿੱਤਾ ਇਹਨਾਂ ਨੂੰ? ਮੈਂ ਤੁਹਾਨੂੰ ਦੱਸਦਾ ਉਹ ਵੀ ਗੱਲ ਦੱਸ ਦੇਣਾ। ਟੈਲ ਮੀ ਟਰੂ, ਡੋਂਟ ਲਾਈ। ਹਾਂਜੀ, ਮੈਂ ਤੁਹਾਨੂੰ ਬਚਾ ਸਕਦਾ, ਮੈਂ ਤੁਹਾਡੀ ਮਦਦ ਮੈਂ ਤੁਹਾਨੂੰ ਸੱਚੀ ਗੱਲ ਦੱਸੂਗਾ ਜੀ। ਮੈਂ ਬੰਦਾ ਇਹੋ ਜਿਹਾ ਨਹੀਂਗਾ, ਮੈਂ ਗੁਰਬਾਣੀ ਪੜ੍ਹਨ ਵਾਲਾ ਬੰਦਾ, ਮੈਨੂੰ ਇਦਾਂ ਦਾ ਨਹੀਂ ਹੈਗਾ। ਜਦੋਂ ਕਹਿੰਦੇ ਵੀ ਇਦਾਂ ਦੀ ਗੱਲ ਆ, ਇੱਕ ਬੰਦਾ ਸੀਗਾ ਆਪਣੇ ਲਤਾਲੇ ਤੋਂ ਸੀਗਾ, ਕੋਈ ਭਾਈ ਸੀਗਾ ਅਤਾਲੇ ਪਿੰਡ ਤੋਂ, ਉਹ ਕਹਿੰਦਾ ਮੈਂ ਤੁਹਾਡਾ ਰਾਜੀਨਾਮਾ ਕਰਾਉਣਾ, ਇਹ ਕਰਾ ਦਿਓ ਜੀ। ਹੁਣ ਗੱਲ ਸਮਝ ਲਓ ਜੀ ਤੁਸੀਂ,
ਵੀ ਮੈਂ ਤਾਂ ਰਾਜੀਨਾਮਾ ਕਰਾਉਣਾ, ਜੇ ਕਰਾ ਲਓ ਜੀ ਕੋਈ ਗੱਲ ਨਹੀਂ, ਚੱਕਰ ਨਹੀਂ ਕੋਈ ਨਹੀਂ। ਉਹਨੇ ਕੀ ਕੀਤਾ 18 ਲੱਖ ਦੇ ਵਿੱਚ ਰਾਜੀਨਾਮਾ ਕਰਾਤਾ ਜੀ। ਗੱਲ ਸਮਝੋ ਤੁਸੀਂ ਹੁਣ, 18 ਲੱਖ ਦੇ ਵਿੱਚ ਉਹਨੇ ਰਾਜੀਨਾਮਾ ਕਰਾਤਾ। ਠੀਕ ਹੈ ਨਾ ਜੀ। ਉਹਦੇ ਵਿੱਚੋਂ 3 ਜਾਣੇ ਸੀ, ਕਿੰਨਾ ਜਣਾ ਦਾ ਨਾਂ ਲਿਖਾਇਆ ਵਾ ਇਹਨਾਂ ਦਾ? ਕਿੰਨਾ ਆ ਗਿਆ? 6 ਆ ਗਿਆ ਨਾ ਜੀ। ਮੈਂ 6 ਉਹਦੇ ਜਦ ਦੂਜੇ ਦਿਨ ਹੀ ਭੇਜਤਾ 6 ਲੱਖ ਰੁਪਈਆ। ਹਾਂ, ਉਹ ਬੰਦੇ ਨੂੰ। ਗੱਲ ਸਮਝੀ ਤੁਸੀਂ? ਉਦੋਂ ਬਾਅਦ ਮੈਨੂੰ ਕੋਈ ਇਹਨਾਂ ਦਾ ਕੋਈ ਭੂਆ ਦਾ ਲੜਕਾ, ਕੋਈ ਪਤਾ ਨਹੀਂ ਕੌਣ ਸੀਗਾ, ਕਿਹੜਾ ਸੀ, ਉਹ ਅਮਰੀਕਾ ਆਇਆ ਸੀਗਾ। ਉਹ ਬੰਦਾ ਅਮਰੀਕਾ ਆਇਆ ਸੀ। ਉਹ ਮੈਨੂੰ ਕਹਿੰਦਾ ਯਾਰ ਬਈ ਏਦਾਂ ਦੀ ਗੱਲ ਆ ਵੀ ਉਹਨਾਂ ਨੇ ਯਾਰ ਬਹੁਤ ਏਦਾਂ ਦਾ ਕੰਮ। ਮੈਂ ਕਿਹਾ ਯਾਰ ਵੀ ਏਦਾਂ ਨਹੀਂ ਹੋਣਾ ਚਾਹੀਦਾ ਹਨਾ। ਮੈਂ ਫੋਨ ਲਾਇਆ ਨੇ ਪਿਓ ਨੂੰ ਬਕਾਇਦਾ। ਐਨੀਵੇ ਮੇਰਾ ਸਵਾਲ ਹੈ ਕਿ ਇਹਨਾਂ ਨੂੰ ਦੱਸ ਦਿਓ, ਤੁਸੀਂ ਬੜੇ ਸੇਫ ਹੋ। ਬੁੱਟਰ ਸਾਹਿਬ ਜਿਹੜੀ ਕੁੜੀ ਲੈ ਕੇ ਆਈ ਹੈ ਬਲਵਿੰਦਰ ਕੌਰ, ਇਹ ਕਿਸੇ ਦੀ ਧੀ ਲੈ ਆਈ? ਕਿਉਂਕਿ ਕਈ ਵਾਰ ਬੱਚੇ ਘਰੋਂ ਗੁੱਸੇ ਹੋ ਜਾਂਦੇ ਆ, ਤਾਂ ਮੇਰੇ ਖਿਆਲ ਇਹਨੇ ਲਿਆ ਕੇ ਉਹਦੇ ਬਾਰੇ ਜੀ ਮੈਂ ਦੇਖੋ ਗੱਲ ਆ ਵੀ ਤੁਸੀਂ ਹੁਣ ਦੱਸਿਆ ਤੁਸੀਂ ਵੀ ਇੱਥੇ ਰਹਿੰਦੇ ਹੋ, ਕੈਨੇਡਾ 'ਚ ਰਹਿੰਦੇ ਹੋ ਨਾ, ਮੈਂ ਵੀ ਇੱਥੇ ਰਹਿਣਾ ਹਨਾ। ਪਹਿਲੀ ਗੱਲ ਤਾਂ ਮੈਂ ਉਦੋਂ ਕੈਨੇਡਾ ਨਹੀਂ ਸੀਗਾ, ਪਹਿਲੇ ਮੰਨਦੇ ਹੋ ਤੁਸੀਂ? ਮੈਂ ਮੰਨਦਾ ਸੀਗਾ। ਠੀਕ ਹੈ, ਨੋ ਪ੍ਰੋਬਲਮ, ਉੱਥੇ ਸੀਗਾ ਨਾ, ਨੋ ਪ੍ਰੋਬਲਮ। ਠੀਕ ਹੈ। ਹੁਣ ਜਦੋਂ ਤੁਸੀਂ ਮੰਨ ਲਓ ਤੁਸੀਂ ਕਿਸੇ ਨੂੰ, ਆਪਾਂ ਉੱਥੇ ਇੰਡੀਆ ਜਾਂਦੇ ਆ ਜਾਂ ਕੋਈ ਗੱਲਬਾਤ ਕਰਦੇ ਆ ਹਨਾ, ਕਿਉਂਕਿ ਜੇ ਹੁਣ ਮੰਨ ਲਓ ਤੁਸੀਂ ਕਹਿ ਦਵੋ ਬਾਈ ਮੈਂ ਤੁਹਾਡੇ ਬ੍ਰਦਰ ਕੋਲ ਆਇਆ ਜਾਂ ਕੋਈ ਮੈਂ ਇਦਾਂ ਦਾ ਕਰਿਆ, ਮੈਂ ਤੁਹਾਡੀ ਇੱਜ਼ਤ ਕਰੂੰਗਾ ਕਿ ਨਹੀਂ ਕਰੂੰਗਾ? ਸੋ ਤੁਹਾਡੀ ਵਾਈਫ ਨੇ ਜਿਹੜੀ ਆ ਉਹ ਆਪਣੀ ਸਹੇਲੀ ਬਲਵਿੰਦਰ ਕੌਰ ਨੂੰ ਤੁਹਾਡੇ ਕੋਲ ਭੇਜਿਆ ਕਿ ਇੱਥੇ ਆਣ ਕੇ ਰਹੂਗੀ, ਇਹ ਗੱਲ ਹੋਈ ਸੀ? ਨੋ ਇਹ ਉਹਨਾਂ ਦਾ ਕੋਈ ਪਤਾ ਹੀ ਨਹੀਂ ਕਿਸੇ ਗੱਲ ਦਾ ਨਾ। ਉਹ ਕਹਿੰਦੇ ਪਹਿਲਾਂ ਹੋਲਡ ਬਲਵਿੰਦਰ ਕੌਰ ਦਾ ਕਿਹੜਾ ਪਿੰਡ ਹੈ? ਉਹਦਾ ਜੀ ਮੈਨੂੰ ਮੈਂ ਜਲੰਧਰ ਏਰੀਆ ਦੇ ਆ। ਹਾਂ, ਜੋ ਜਲੰਧਰ ਦੀ ਹੈ, ਤੁਸੀਂ ਰਾਏਕੋਟ ਦੇ ਹੋ, ਧੂਰਕੋਟ ਦੇ ਹੋ, ਉਹ ਤੁਹਾਡੇ ਕੋਲ ਕਿਵੇਂ ਆ ਗਈ ਫਿਰ? ਤੁਸੀਂ ਗੱਲ ਤਾਂ ਸਮਝਦਾ? ਮੈਂ ਸਮਝ ਗਿਆ, ਬੱਚਾ ਨਹੀਂ ਨਾ, ਮੈਂ ਸਮਝ ਰਿਹਾ, ਮੈਂ ਤਾਂ ਸਮਝ ਰਿਹਾ। ਮੈਂ ਤਾਂ ਤੁਹਾਡੇ ਆਉਣ ਵਾਲੇ ਘੰਟੇ ਦੀ ਜਿਹੜੀ ਗੱਲ ਪਹਿਲਾਂ ਸਮਝ ਚੁੱਕਾ। ਹਾਂਜੀ, ਮੈਂ ਤਾਂ ਪਹਿਲਾਂ ਸੁਣ ਚੁੱਕਾ ਸੀਗਾ, ਪਹਿਲਾਂ ਸਮਝ ਗਿਆ ਸੀ, ਜਿਸ ਕਰਕੇ ਤੁਹਾਨੂੰ ਕਾਲ ਕੀਤਾ। ਮੈਨੂੰ ਇਹ ਵੀ ਪਤਾ। ਐਨੀਵੇ ਹੋਲਡ ਔਨ ਪਲੀਜ਼ ਬੁੱਟਰ ਸਿੰਘ ਜੀ, ਹੋਲਡ ਕਰੋ, ਸਤਿਕਾਰ ਹੈ। ਅੱਛਾ ਗੁਰਦੀਪ, ਤੁਸੀਂ ਲਾਈਨ ਤੇ ਹੋ? ਹਾਂਜੀ ਰਣਜੀਤ ਜੀ। ਅਸੀਂ ਆਪਣੇ ਸਿੱਧੂ ਸਾਹਿਬ ਮੇਰਾ ਸਾਥ ਦਿਓ ਪਲੀਜ਼ ਕਾਈਂਡਲੀ, ਅਦਰਵਾਈਜ਼ ਸ਼ੋਰ ਸ਼ਟ ਡਾਊਨ ਕਰ ਦਿਓ, ਕਿਉਂਕਿ ਆਈ ਨੀਡ ਯੂਰ ਹੈਲਪ ਸਪੋਰਟ। ਇਹ ਆ ਕਿ ਇਸ ਵੇਲੇ ਬਹੁਤ ਵੱਡੀ ਸਮੱਸਿਆ ਦਾ ਮੈਂ ਸਾਹਮਣਾ ਕਰਨਾ ਪੈ ਰਿਹਾ ਕਿ ਇਹ ਹਰਦਿਆਲ ਸਿੰਘ ਨੂੰ, ਆਪਣੇ ਡੈਡੀ ਨੂੰ, ਇਹਨਾਂ ਨੂੰ ਕਹੋ ਕਿ ਆਪਣੇ ਡੈਡੀ ਨਾਲ ਗੱਲ ਕਰਾਉਣ ਸਾਡੀ। ਜੀ ਬਿਲਕੁਲ ਜੀ, ਇਹਨਾਂ ਦੇ ਪਿਤਾ ਜੀ ਇਹਨਾਂ ਦੇ ਨਾਲ ਹੀ ਨੇ, ਮੈਂ ਆਲਰੇਡੀ ਇਹਨਾਂ ਨੂੰ ਕਹਿ ਚੁੱਕਾ ਜੀ। ਜਸਟ ਇੰਡੀਕੇਟ ਕਰੋ ਕਿ ਤੁਸੀਂ ਉਹਨਾਂ ਦੇ ਡੈਡ ਨਾਲ ਗੱਲ ਕਰਨਾ ਚਾਹੁੰਦੇ ਹੋ। ਗੁਰਦੀਪ ਜੀ ਆਪਣੇ ਪਿਤਾ ਜੀ ਨਾਲ ਗੱਲ ਕਰਵਾਓ ਜੀ। ਹਾਂ ਨਹੀਂ ਕਰੋ ਗੱਲ, ਆ ਡੈਡ ਸਾਹਿਬ ਗੱਲ ਕਰ। ਹੈਲੋ। ਹਾਂਜੀ ਹਰਦਿਆਲ ਸਿੰਘ, ਜਿਹੜੇ ਤੁਸੀਂ ਪੈਸੇ ਦਿੱਤੇ ਸੀਗੇ ਉਹ ਸੁੱਖੀ ਸਟੂਡੀਓ ਦੇ ਵਿੱਚ ਜਾ ਕੇ ਆਪਣੇ ਦਿੱਤੇ ਸੀ ਪੈਸੇ ਤੁਸੀਂ ਗੁਰਮੇਲ ਸਿੰਘ ਬੁੱਟਰ ਦੇ ਹੱਥ ਵਿੱਚ ਜਾਂ ਫਿਰ ਬਲਵਿੰਦਰ ਕੌਰ ਦੇ ਹੱਥ ਵਿੱਚ, ਜਾਂ ਪੈਸੇ ਤੁਹਾਡੇ ਘਰੋਂ ਲੈ ਕੇ ਗਏ ਆ? ਦੱਸੋ ਮੈਨੂੰ। ਉਹ ਤਾਂ ਜੀ ਅਸੀਂ ਪੈਸੇ ਜਿਹੜੇ ਮਗਰੋਂ ਦਿੱਤੇ ਸੀਗੇ, ਇਹ 2 ਲੱਖ ਰੁਪਈਆ ਹੋਰ ਇਹਨਾਂ ਨੇ ਮੰਗਵਾਇਆ ਸੀ ਬਾਅਦ ਚ। ਉਹ ਦੁਕਾਨ ਤੇ ਮੰਗਵਾਇਆ ਸੀ, ਉਹਦਾ ਅੱਡ। ਜਿਹੜੇ ਪਹਿਲਾਂ ਦਿੱਤੇ ਆ ਤੁਹਾਡੇ ਘਰ ਵਿੱਚ ਦਿੱਤੇ ਆ, ਉਹ ਕਿੰਨੇ ਲੱਖ ਦਿੱਤੇ ਸੀ? ਕੌਣ ਕੌਣ ਆਏ ਸੀ ਪੈਸੇ ਲੈਣ? ਉਹ ਬਲਵਿੰਦਰ ਕੌਰ ਤੇ ਇਹ ਸੀਗੇ ਨਾਲ ਜੀ, ਗੁਰਮੇਲ ਸਿੰਘ ਬੁੱਟਰ ਆਏ ਸੀਗੇ। ਇਹ 2 ਜਣੇ ਆਏ ਸੀਗੇ? ਹਾਂਜੀ। ਉਹ ਕਿੰਨੇ ਪੈਸੇ ਸੀਗੇ? ਕਿੰਨੇ ਲੱਖ? ਕਿੰਨੇ ਲੱਖ ਸੀਗੇ? ਹਾਂਜੀ ਇਹ 35 ਲੱਖ ਸੀਗਾ ਜੀ। 35 ਲੱਖ ਜਿਹੜਾ ਤੁਸੀਂ ਦਿੱਤਾ ਹੈ ਪੈਸਾ, ਇਹਨਾਂ ਨੂੰ ਕੈਸ਼ ਸੀਗਾ ਇਹ? ਹਾਂਜੀ ਕੈਸ਼ ਸੀਗਾ। ਤੁਸੀਂ ਕਿਹੜੇ ਹੱਥ ਫੜਾਇਆ ਸੀਗਾ? ਗੁਰਮੇਲ ਸਿੰਘ ਬੁੱਟਰ ਦੇ ਹੱਥ 'ਚ ਰੱਖੇ ਸੀ ਪੈਸੇ ਜਾਂ ਬਲਵਿੰਦਰ ਕੌਰ ਦੇ ਹੱਥ 'ਚ ਫੜਾਏ ਸੀ? ਨਾ ਜੀ ਦੋਨਾਂ ਦੇ ਹੀ ਸੀਗੇ, ਦੋਨੇ ਇੱਕੋ ਸੀਗੇ ਕੋਲ। ਨਹੀਂ, ਦੋਨਾਂ ਦੇ ਕਿਤੇ, ਦੋਨਾਂ ਤੇ ਪੈਸੇ ਨਹੀਂ ਕਿਹਾ ਸੀਗਾ। ਨੋ ਪੈਸੇ ਕਿਹਨੂੰ ਦਿੱਤੇ ਸੀਗੇ? ਮੇਰਾ ਸਵਾਲ ਇਹ ਆ ਕਿ ਤੁਸੀਂ ਪੈਸੇ ਕਿਹਦੇ ਹੱਥ? ਹਾਂਜੀ ਗੁਰਮੇਲ ਸਿੰਘ ਨੂੰ ਫੜਾਏ ਆ। ਓਕੇ, ਗੁਰਮੇਲ ਕੌਰ ਕੋਲੇ ਬੈਠੀ ਸੀ। ਓਕੇ, ਗੁਰਮੇਲ ਸਿੰਘ ਬੁੱਟਰ ਨੇ ਪੈਸੇ ਫੜ ਕੇ ਆਪਣੀ ਕੋਲ ਰੱਖ ਲਏ ਸੀਗੇ, ਬੈਗ 'ਚ ਪਾ ਲਏ ਸੀਗੇ, ਜਾਂ ਫਿਰ ਬਲਵਿੰਦਰ ਕੌਰ ਨੂੰ ਦੇਤੇ ਸੀ, ਪਰਸ 'ਚ ਪਾ ਲਏ ਸੀ ਉਹਨੇ? ਅਸੀਂ ਇਹਨੂੰ ਫੜਾ ਤੇ ਬੁੱਟਰ ਨੂੰ ਤੇ ਗੁਰਮੇਲ ਸਿੰਘ ਬੁੱਟਰ ਨੂੰ, ਤੇ ਉਦੋਂ ਬਾਅਦ ਇਹਨਾਂ ਨੇ ਪਤਾ ਨਹੀਂ ਕਿਵੇਂ ਕਰਿਆ ਕਿਵੇਂ ਨਹੀਂ ਕਰਿਆ। ਹਾਂਜੀ ਬੁੱਟਰ ਸਾਹਿਬ, ਆਪਣੇ ਬੁੱਟਰ ਸਾਹਿਬ ਤੁਸੀਂ ਹਰਦਿਆਲ ਸਿੰਘ ਤੁਹਾਡੇ ਨਾਲ ਬੁੱਟਰ ਜੀ ਲਾਈਨ 'ਚ ਨੇ, ਔਰ ਤੁਹਾਨੂੰ ਬੁੱਟਰ ਸਾਹਿਬ ਕਹਿੰਦੇ ਕਿ ਪੈਸੇ ਤੁਹਾਨੂੰ ਫੜਾਏ ਇਹਨਾਂ ਨੇ 35 ਲੱਖ। ਬੋਲੋ ਹੁਣ। ਹਾਂਜੀ ਕਦੋਂ ਫੜਾਏ ਸੀਗੇ ਜੀ, ਮੈਨੂੰ ਦੱਸੋ ਬੜਾ। ਕਦੋਂ ਤੇ ਮੈਨੂੰ ਘਰੇ ਫੜਾਏ ਸੀਗੇ? ਘਰੇ ਆਏ ਸੀ। ਕਦੋਂ ਆਇਆ ਸੀ ਮੈਂ? ਕਦੋਂ ਅਸੀਂ ਦੋਨੇ ਘਰੇ ਕਦੋਂ ਆਏ ਸੀਗੇ ਮੈਨੂੰ ਇਹ ਦੱਸ ਦਿਓ। ਮੈਨੂੰ ਦਿੱਤੇ ਸੀਗੇ ਜਾਂ ਤੁਸੀਂ ਕਿਹੜਾ ਤੁਹਾਡਾ ਹੋਰ ਬੰਦਾ ਸੀ ਉਹਨੂੰ ਦਿੱਤੇ ਸੀਗੇ? ਕੁਲਵੰਤ ਉਹਨਾਂ ਨੂੰ ਦਿੱਤੇ ਸੀਗੇ? ਮੈਨੂੰ ਦਿੱਤੇ ਸੀ ਕੁਲਵੰਤ ਨੂੰ ਦਿੱਤੇ ਸੀ ਜਾਂ ਉਹਨੂੰ ਦਿੱਤੇ ਜਿਹੜਾ ਤੁਹਾਡੇ ਉਹ ਫੋਟੋਗ੍ਰਾਫ ਆ ਗਹਿਣਾ ਵਾਲਾ?
ਗੱਲ ਕਰ। ਨਾ ਇੱਥੇ ਅਸੀਂ ਤੈਨੂੰ ਦਿੱਤੇ ਆ ਤੁਹਾਨੂੰ ਦੋਨਾਂ ਨੂੰ। ਮੈਨੂੰ ਦੱਸ ਕਦੋਂ ਮੈਂ ਆਇਆ ਸੀ, ਮੈਨੂੰ ਇਹ ਦੱਸ ਵੀ ਚਲੋ ਦਿੱਤੇ ਮੈਨੂੰ ਇਹਦਾ ਹੀ ਤਾਂ ਦੱਸ ਮੈਨੂੰ ਮੈਂ ਕਦੋਂ ਆਇਆ ਤੇਰੇ ਘਰੇ ਮੈਂ ਲੈਣ ਪੈਸੇ ਲਿਆ ਫੜਾ ਮੈਨੂੰ ਡੱਬੇ ਫੜਾ ਕਿਹੜੇ ਕੋਈ ਦਿੰਦਾ ਤੁਹਾਨੂੰ। ਕਿਉਂ ਤੁਸੀਂ ਦੋਨੇ ਆਏ ਹੋ, ਤੁਸੀਂ ਵਿਆਹ ਤੋਂ ਦੂਜੇ ਦਿਨ ਤੀਜੇ ਦਿਨ? ਲੈ ਯਾਰ ਨਾ ਮੈਨੂੰ ਨਾ ਮੈਂ ਦੋਨੇ ਅਸੀਂ ਆਏ ਆ ਨਾ ਗੱਲ ਆ। ਤੁਸੀਂ ਸਿੱਧੀ ਗੱਲ ਬਾਈ ਜੀ, ਗੱਲ ਉਹ ਬਾਈ ਕਰਦੇ ਆ, ਤੁਹਾਡਾ ਫੈਸਲਾ ਕਰਾਉਂਦੇ ਆ, ਤੁਸੀਂ ਗੱਲ ਨੂੰ ਸਿੱਧੀ ਦੱਸ ਵੀ ਕਿਹਨੇ ਪੈਸੇ ਦਿੱਤੇ ਆ, ਕਿਹਨੂੰ ਕੌਣ ਕਿਹਦੇ ਨਾਲ ਤੇਰੀ ਗੱਲ ਹੈ। ਜੇ ਤੂੰ ਪੈਸੇ ਹੋਰ ਕਿਸੇ ਨੂੰ ਨਹੀਂ ਦਿੱਤੇ, ਹੋਰ ਕੋਈ ਵਿੱਚ ਨਹੀਂ ਤਾਂ ਉਹਨਾਂ ਤੋਂ ਕਿਉਂ 50,000 ਰੁਪਇਆ ਲਿਆ ਤੂੰ? ਉਹਨਾਂ ਨੂੰ ਸਿੱਧੀ ਗੱਲ ਦੱਸੋ ਉਹਨਾਂ ਨੂੰ। ਐਨੀਵੇ ਬੁੱਟਰ ਸਾਹਿਬ, ਤੁਸੀਂ ਜਦੋਂ ਪੈਸੇ ਤੁਹਾਡੇ ਦਿੱਤੇ ਜਾ ਕੇ ਉੱਥੇ ਉਦੋਂ ਪੈਸੇ ਤੁਸੀਂ ਫੜੇ ਸੀਗੇ ਜਾਂ ਗੁਰਮੇਲ ਕੌਰ ਫੜੇ ਜਿਹੜੇ ਤੁਹਾਡੀ ਦੁਕਾਨ ਤੇ ਕਲੇਮ ਕਰ ਰਹੇ ਨੇ ਉੱਥੇ ਦਿੱਤੇ ਪੈਸੇ, ਉਹ ਕਿਹਨੇ ਫੜੇ ਸੀਗੇ? ਹਾਂਜੀ, ਜਦੋਂ ਆਪਣੇ ਹਰਦਿਆਲ ਦੇ ਜਦੋਂ ਤੁਸੀਂ ਜਿਹੜੀ ਦੁਕਾਨ ਤੇ ਗਏ ਹੋ ਆਪਣੇ ਬੱਸੀਆਂ ਸੁੱਖੀ ਸਟੂਡੀਓ ਵਿੱਚ, ਉਹ ਪੈਸੇ ਕਿਹਨੂੰ ਫੜਾਏ ਸੀਗੇ? ਉਹ ਪੈਸੇ ਬਲਵਿੰਦਰ ਕੌਰ ਨੂੰ ਦਿੱਤੇ ਸੀ ਜਾਂ ਆਪਣੇ? ਉਹ ਇਹੀ ਸੀਗਾ ਜੀ ਦੁਕਾਨ ਤੇ ਇਕੱਲਾ ਹੀ ਬੁੱਟਰ ਗੁਰਮੇਲ ਸਿੰਘ। ਇਹਨੂੰ ਦਿੱਤੇ 2 ਲੱਖ ਉਦੋਂ? ਫਿਰ ਉਹਦਾ ਨਹੀਂ ਸਿੱਧਾ ਪਾਇਆ ਜੀ, ਉਹਦਾ ਨਹੀਂ ਸਿੱਧਾ ਪਾਇਆ ਤਾਂ ਮੇਰਾ ਉਹਦੇ ਬਾਰੇ ਬੰਦਾ ਪਤਾ ਹੀ ਨਹੀਂ। ਇੱਕ ਮਿੰਟ ਜੀ, ਹੋਲਡ ਔਨ 1 ਸੈਕਿੰਡ, ਹੋਲਡ ਔਨ ਬੁੱਟਰ ਦੁਕਾਨ ਤੇ ਜੀ। ਸੋ ਦੁਕਾਨ ਤੇ ਉਸ ਵੇਲੇ ਕੌਣ ਸੀ? ਇਹਦਾ ਜੀ ਨਾਲ ਜਿਹੜਾ ਸੀਗਾ ਇਹਦਾ ਨੌਕਰ ਸੀਗਾ ਨਾਲ, ਤੇ ਇੱਕ ਇਹ ਸੀਗਾ ਉੱਥੇ ਜਦੋਂ ਅਸੀਂ ਫੜਾ ਕੇ ਆਏ, ਮੇਰਾ ਮੁੰਡਾ ਵੱਡਾ ਤੇ ਮੈਂ। ਤੁਹਾਡੇ ਨਾਲ ਮੁੰਡਾ ਸੀਗਾ? ਹਾਂਜੀ। ਤੁਸੀਂ ਨਾਲ ਗਏ ਸੀ ਹਰਦਿਆਲ ਸਿੰਘ ਪੈਸੇ ਦੇਣ? ਹਾਂਜੀ ਹਰਦਿਆਲ ਸਿੰਘ, ਤੁਸੀਂ ਪੈਸੇ ਨਾਲ ਦੇਣ ਗਏ ਸੀਗੇ ਆਪਣੇ ਬੱਸੀਆਂ? ਹਾਂਜੀ ਮੈਂ ਨਾਲ ਆਪ ਗਿਆ ਮੈਂ ਆਪ ਦੇ ਕੇ ਆਇਆ। ਅੱਛਾ, ਤੁਹਾਨੂੰ ਹੁਣ ਤਾਈਂ ਪੈਸੇ ਜਿਹੜੇ ਆ ਗੁਰਦਿਆਲ ਸਿੰਘ ਬੁੱਟਰ ਨੇ ਕਿੰਨੇ ਵਾਪਸ ਕੀਤੇ ਆ? ਇਹਨੇ ਜੀ ਇਹਨੇ 6 ਲੱਖ ਰੁਪਇਆ ਕਿਸੇ ਕੋਲ ਭੇਜਿਆ ਸੀਗਾ, ਲਤਾਲੇ ਦੇ ਕੋਲ। ਠੀਕ ਹੈ, ਵੈਰੀ ਗੁੱਡ, ਓਕੇ। ਝੂਠ ਨਹੀਂ ਬੋਲਣਾ। ਹੋਰ ਕਿੰਨੇ ਭੇਜੇ ਆ? ਤੇ ਉਹ ਹਾਂਜੀ ਉਹਦੇ ਵਿੱਚੋਂ ਜੀ ਉਹ ਲੱਖ ਰੁਪਇਆ ਉਹ ਖਾ ਗਿਆ, 5 ਲੱਖ ਅਸੀਂ ਉਹਨਾਂ ਤੋਂ ਮਸਾਂ ਲੜ ਭਿੜ ਕੇ ਲਿਆ। ਹੋਰ ਕਿੰਨੇ ਪੈਸੇ ਭੇਜੇ ਇਹਨਾਂ ਨੇ ਹੁਣ ਤਾਈਂ? ਤੇ ਉਦੋਂ ਬਾਅਦ ਜੀ ਇਹਨੇ ਸਾਨੂੰ 20,000 ਰੁਪਇਆ ਕਰਕੇ ਕਹਿੰਦਾ ਮੇਰਾ 3 ਬਣ ਗਿਆ, ਪਤਾ ਨਹੀਂ 4 ਕਹਿੰਦਾ ਮੇਰਾ ਬਣ ਗਿਆ। ਸਾਨੂੰ ਨਹੀਂ ਪਤਾ ਵੀ ਕਿੰਨਾ ਬਣ ਗਿਆ। ਇਹਨੇ 20,000 ਰੁਪਇਆ ਸਾਨੂੰ ਦਿੱਤਾ ਸੀ, ਝੂਠ ਨਹੀਂ ਬੋਲਦੇ। ਹੁਣ ਤੇ ਕਿੰਨੇ ਪੈਸੇ ਦਿੱਤੇ ਆ? ਹਾਂਜੀ, ਤੇ ਜਾਨੀ ਇਹ ਕਹਿੰਦਾ ਵੀ ਮੇਰਾ 9 ਲੱਖ ਰੁਪਇਆ ਬਣ ਗਿਆ। ਆਈ ਬੁੱਟਰ ਜੀ, ਤੁਹਾਡਾ ਸਮਝੌਤਾ ਹੋ ਸਕਦਾ ਕਿ ਤੁਹਾਡੇ ਮੁਤਾਬਕ ਪੈਸੇ ਹੋਰ ਤੁਸੀਂ ਕਿੰਨੇ ਦੇਣ ਨੂੰ ਤਿਆਰ ਹੋ? ਉਹਨਾਂ ਨੂੰ ਬੋਲੋ। ਦੇਖੋ ਤੁਸੀਂ ਦੱਸੋ ਜੀ ਵੀ ਦੇਖੋ ਮੈਂ ਤੁਸੀਂ ਇੱਕ ਬਸ ਸਾਹਿਬ ਜੀ ਇੱਕ ਮੇਰੀ ਗੱਲ ਸੁਣ ਲਓ ਧਿਆਨ ਨਾਲ, ਮੈਨੂੰ ਇਕੱਲੇ ਤੇ ਮੇਰੇ ਤੇ ਬੋਝ ਨਾ ਪਾਓ। ਤੁਸੀਂ ਪੈਸੇ ਤੁਸੀਂ ਮੇਰੀ ਇਮਾਨਦਾਰੀ ਦੇਖੋ ਬਈ, ਬੰਦਾ ਇੱਕ ਤੁਹਾਨੂੰ ਕਿਸੇ ਦਾ ਗਵਾਹ ਬਣਾਇਆ ਜਾਵੇ, ਕਿਸੇ ਦਾ ਗੱਲ ਕਰਿਆ ਜਾਵੇ, ਹਨਾ, ਤੁਸੀਂ ਉਹ ਤੋਂ ਉੱਤੇ ਕੀ ਕਰੋਗੇ? ਹੋਲਡ ਔਨ ਇੱਕ ਮਿੰਟ ਮੇਰੀ ਗੱਲ ਹੋਰ ਸੁਣੋ ਜੀ, ਮਾੜੀ ਜੀ ਗੱਲ ਸੁਣੋ ਜੀ, ਮਾੜੀ ਗੱਲ ਸੁਣੋ ਮੇਰੇ। ਠੀਕ ਹੈ ਜੀ, ਇਹ ਗੱਲ ਸਾਡੀ ਹੁਣ ਵੀ ਚੱਲਦੀ ਆ। ਠੀਕ ਹੈ ਜੀ, ਇਹਨੇ ਸਾਡੇ ਪਿੰਡ ਵਾਲੇ ਸਰਪੰਚ ਕੋਲੇ ਜਾਣਾ ਸੀਗਾ, ਇਹਨਾਂ ਨੇ ਬੈਠ ਕੇ ਮੈਂ ਕਿਹਾ ਤੁਸੀਂ ਕਰ ਲਓ ਜਿਵੇਂ ਤੁਹਾਡਾ ਹੁੰਦਾ ਉਵੇਂ ਕਰ ਲਓ, ਹਨਾ, ਤਾਂ ਮੈਨੂੰ ਦੱਸ ਦੇਣਗੇ ਉਹ, ਤਾਂ ਮੈਂ ਤੁਹਾਡੇ ਨਾਲ ਕਰ ਲੂੰਗਾ। ਹੁਣ ਵੀ ਸਾਡੀ ਗੱਲ ਚੱਲਦੀ ਸੀਗੀ, ਮੈਨੂੰ ਨਹੀਂ ਪਤਾ ਹੁਣ ਵਿੱਚ ਕੀ ਕਰੀ ਜਾਂਦੇ ਆ ਕੀ ਨਾ, ਪਿੱਛੇ ਤਾਂ ਮੈਨੂੰ ਇਹ ਲਾਰਾ ਲਾਈ ਜਾਂਦੇ ਵੀ ਅਸੀਂ ਬੈਠ ਕੇ ਗੱਲ ਕਰਦੇ ਆ, ਵਿੱਚ ਇਹ ਤੁਹਾਡੇ ਨਾਲ ਗੱਲ ਕਰੀ ਜਾਂਦੇ, ਹੁਣ ਮੈਨੂੰ ਨਹੀਂ ਪਤਾ ਕੀ ਕਰਦੇ ਆ। ਓਕੇ, ਲਾਈਨ ਨੂੰ ਹੋਲਡ ਰੱਖੋ, ਸਾਡੀ ਜੱਜਮੈਂਟ ਆ ਰਹੀ ਤੁਹਾਡੇ ਲਈ, ਲਾਈਨ ਨੂੰ ਹੋਲਡ ਕਰਨਾ। ਆਪਣੇ ਹਰਦਿਆਲ ਸਿੰਘ, ਤੁਸੀਂ ਆਪਣੇ ਬੇਟੇ ਨੂੰ ਫੋਨ ਦੇ ਦਿਓ ਪਲੀਜ਼ ਜਲਦੀ ਨਾਲ, ਅਸੀਂ ਕਾਲ ਲੈਂਦੇ ਆ। ਟ੍ਰਾਂਟੋ ਕਾਲਰ ਪਬਲਿਕ ਓਪੀਨੀਅਨ ਲੈ ਰਹੇ ਅਸੀਂ। ਸਿੱਧੂ ਸਾਹਿਬ ਹਾਂਜੀ ਦੱਸੋ ਕਿ ਗਾਂਧੀ ਗਾਂ ਲੋਕੀ ਗੱਲ ਕਰਨ ਪਲੀਜ਼। ਹਾਂਜੀ ਪਲੀਜ਼ ਮੇਰਾ ਕੋਆਪਰੇਟ ਕਰੋ। ਹਾਂਜੀ ਭੈਣ ਜੀ, ਤੁਸੀਂ ਲਾਈਨ ਤੇ ਹੋ ਜੀ USA ਤੋਂ? ਹਾਂਜੀ ਸਟਿਲ ਆਈ ਐਮ ਔਨ ਲਾਈਨ। ਓਕੇ, ਗੋ ਹੈਡ, ਕੀ ਕਹਿਣਾ ਚਾਹੁੰਦੇ ਬੋਲੋ ਜੀ। ਭੈਣ ਜੀ ਗੱਲ ਕਰੋ। ਹਾਂਜੀ, ਮੈਂ ਗੱਲ ਇਹ ਕਰਨਾ ਚਾਹੁੰਦੀ ਹਾਂ ਕਿ ਮੈਂ ਆਪਣਾ ਇੱਕ ਤਾਂ ਨਾਮ ਨਹੀਂ ਰਿਵੀਲ ਕਰ ਡਿਊ ਟੂ ਸਮ ਰੀਜ਼ਨ, ਬਿਕॉज आई एम सफरिंग फ्रॉम द सेम प्रॉब्लम, राइट। और जो कुछ भी मैं थोड़ा प्रोग्राम सुन रही है, इट इज अमेजिंग। मैं नहीं सी सोच सकती सी भी कोई किसी दी एनी प्रॉब्लम्स एना प्रॉपर्ली एक्सप्लोर कर सकता है। सो इट इज अनबिलीवेबल। थैंक यू सो मच। नेक्स्ट कॉल। बस साहब मैं तो एक गल दसना चाहती हां, ये जेडे एना रिलेशन च प्रॉब्लम आ चुकी है, ये सिर्फ सिख मेंटेलिटी करके आई हुई है, क्योंकि इस रिलेशन की वैल्यू खत्म हो गई है। थैंक यू सो मच। नेक्स्ट कॉल दसो कि सानू इन्हां विच झूठा किहड़ा सच्चा किहड़ा है, वो ਅਸੀਂ प्रोसीड कर रहे हैं। ਹਾਂਜੀ ਹਾਂਜੀ ਕਾਲਰ ਸਤਿ ਸ੍ਰੀ ਅਕਾਲ ਜੀ। ਵਧੀਆ, ਸਤਿ ਸ੍ਰੀ ਅਕਾਲ ਜੀ। ਆਪਾਂ ਗੱਲ ਛੋਟੀ ਗੱਲ ਤੇ ਨਿਬੇੜਦੇ ਆ। ਬਾਸੀ ਸਾਹਿਬ, ਇਹ ਰੌਲਾ ਪਤਾ ਕੀ ਆ? ਇਹ ਰੌਲਾ ਸਿਰਫ ਪੈਸੇ ਵੰਡਣ ਨੂੰ ਲੈ ਕੇ ਆ। ਤੁਸੀਂ ਇਹ ਗੱਲ ਨੂੰ ਥੋੜਾ ਡੀਪਲੀ ਜਾਓਗੇ ਨਾ, ਤੁਹਾਡੇ ਸਾਰੀ ਗੱਲ ਲੋਟ ਆ ਜਾਣੀ ਆ ਸਮਝ ਚ। ਰੌਲਾ ਕਿੱਥੇ? ਇਹ ਅੱਜ ਤਾਂ ਹਜੇ ਫੇਰ ਇੰਡੀਅਨ ਕੁੜੀ ਸੀ, ਇਹ ਬੰਦੇ ਨੇ
ਬਿਨਾਂ ਇਹ ਕੰਮ 'ਚ ਕੋਈ ਲਾਸ ਨਹੀਂ ਹੈਗਾ। ਇਹ ਤਾਂ ਇੱਥੇ ਹੋਰ ਕਮਿਊਨਿਟੀ ਦੇ ਕਾਲੇ ਗੋਰੇ ਕੁੜੀਆਂ ਲਿਜਾ ਕੇ 40-40 50-50 ਲੱਖ ਰੁਪਈਆ ਲੈਂਦੇ ਆ ਤੇ ਇੱਥੇ ਲੈ ਕੇ ਆਉਂਦੇ ਆ। ਆਪਣੇ ਪੰਜਾਬੀ ਕੀ ਕਰਦੇ ਆ, ਉਹ ਨਾਲ ਦੀ ਨਾਲ ਉਹਨਾਂ ਦੇ ਘਰ ਦੇ ਵੀ ਟੈਚੀ ਬੰਨਣ ਲੱਗ ਜਾਂਦੇ ਆ ਵੀ 40 ਲੱਖ ਦਿੱਤਾ ਮਗਰ 6 ਜਣੇ ਹੋਰ ਜਾਵਾਂਗੇ। ਉਹ ਇਹ ਨਹੀਂ ਦੇਖਦੇ ਵੀ ਪਹਿਲਾਂ ਮੁੰਡੇ ਨੇ ਵੀ ਕਿੱਦਾਂ ਜਾਣਾ। ਅੱਜ ਤੁਹਾਡੇ ਮੁਤਾਬਕ ਗਲਤ ਕੌਣ ਹੈ, ਸਹੀ ਕੌਣ ਹੈ, ਜੱਜਮੈਂਟ ਦਿਓ ਮਿਹਰਬਾਨੀ ਜੀ। ਸਾਨੂੰ ਦੱਸੋ ਕਿ ਇਹਦੇ ਵਿੱਚੋਂ ਲੜਕੀਆਂ ਵਾਲੀ ਗਲਤ ਹੈ ਜਾਂ ਫਿਰ ਵਿਚੋਲਾ ਬੁੱਟਰ ਦੀ ਗਲਤੀ ਹੈ। ਆਓ ਸਾਨੂੰ ਕਾਲ ਕਰੋ, ਜੱਜਮੈਂਟ ਕੀ ਤੁਹਾਡੀ? ਦੋਨਾਂ ਦੀ ਗਲਤੀ ਹੈ ਜੀ। ਇਹ ਪੈਸੇ ਨੂੰ ਵੰਡ ਹੋਈ ਆ ਜਿਹੜੀ, ਉਹ ਚਾਹੇ ਗੱਲ ਅੱਜ ਮਿਹਰਬਾਨੀ ਜੀ, ਪੈਸਿਆਂ ਦੀ ਵੰਡ ਕਰਕੇ ਆ ਲੜਾਈ ਪਈ। ਪ੍ਰੋਸੀਡ ਕਰੋ ਨੈਕਸਟ ਕਾਲ ਪਲੀਜ਼। ਹਾਂਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਪਾਬੰਦੀ ਜੀ ਐਕਸ਼ਨ ਲਾਓ। ਤੁਹਾਡੇ ਮੁਤਾਬਕ ਕੌਣ ਗਲਤ ਹੈ ਕੌਣ ਸਹੀ ਹੈ? ਕੀ ਬੁੱਟਰ ਸਾਹਿਬ ਸਹੀ ਬੋਲ ਰਹੇ ਨੇ? ਬੋਲੋ। ਮੈਂ ਜੀ ਗੁਰਦੀਪ ਦੇ ਪਿੰਡ ਦਾ, ਮੇਰਾ ਨਾਂ ਪਵਨ ਆ। ਹਾਂ ਬੋਲੋ। ਹਾਂਜੀ ਇਹ ਮੁੰਡਾ ਬਿਲਕੁਲ ਸਹੀ ਆ। ਇਹ ਜੋ ਕੁਝ ਵੀ ਕਹਿ ਰਿਹਾ ਸੱਚ ਕਹਿ ਰਿਹਾ। ਇਹਨਾਂ ਨੇ ਜ਼ਮੀਨ ਵੇਚੀ ਆ, ਇਹਨਾਂ ਨੇ ਪੈਸੇ ਦਿੱਤੇ ਆ। ਹੁਣ ਕਿੰਨੇ ਦਿੱਤੇ ਚਲੋ ਉਹਨਾਂ ਦੀ ਪਰਸਨਲ ਚੀਜ਼ਾਂ ਹੁੰਦੀਆਂ ਨੇ, ਪਰ ਇਹਨਾਂ ਨੇ ਜ਼ਮੀਨ ਵੇਚੀ ਆ। ਮੈਂ ਉਸ ਟਾਈਮ ਆਸਟ੍ਰੇਲੀਆ ਸੀਗਾ ਜਦੋਂ ਇਹ ਗੱਲਬਾਤ ਹੋਈ ਆ। ਮੈਂ ਉੱਥੇ ਪੜ੍ਹਦਾ ਰਿਹਾ, ਇਹਦੇ ਨਾਲ ਅਸੀਂ ਇੱਕ ਸਕੂਲ ਪੜ੍ਹਦੇ ਰਹੇ ਆ। ਇਸ ਤੋਂ ਬਾਅਦ ਸਾਡਾ ਕੋਈ ਬੜਾ ਕਨੈਕਸ਼ਨ ਨਹੀਂ ਹੋਇਆ ਮੈਨੂੰ। ਹੁਣ ਮੈਂ ਕੈਨੇਡਾ ਆ ਗਿਆ ਸੀਗਾ ਜੀ। ਹਾਂਜੀ ਤੇ ਇਹ ਮੁੰਡਾ ਬਿਲਕੁਲ ਸੱਚ ਕਹਿ ਰਿਹਾ, ਇਹ ਚੀਜ਼ ਹੋਈ ਆ ਜੀ ਇਹਦੇ ਨਾਲ। ਆਈ ਸੀ ਓਕੇ ਜੀ। ਅਗਲੀ ਕਾਲ ਪਲੀਜ਼। ਹਾਂਜੀ ਬੋਲੋ ਕਾਲਰ। ਹੈਲੋ ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਮੁਤਾਬਕ ਕੌਣ ਸੱਚਾ ਤੇ ਕੌਣ ਝੂਠਾ? ਬੋਲੋ। ਸਰ ਜੀ 100% ਜਿਹੜਾ ਵਿਚੋਲਾ ਬਣਿਆ ਨਾ, ਇਹ ਦੇਖ ਲਓ ਤੁਹਾਡੇ ਸਾਹਮਣੇ 4 ਬਿਆਨਾਂ ਤੋਂ ਮੁੱਕਰ ਗਿਆ ਤੁਹਾਡੇ ਨਾਲ ਗੱਲ ਕਰਦਾ। ਤੁਹਾਡੀ ਵੀ ਕਿੰਨੀ ਉਮਰ ਹੋ ਗਈ, ਝੂਠੇ ਬੰਦੇ ਦੇ ਪੈਰ ਨਹੀਂ ਹੁੰਦੇ, ਮਿੰਟ ਬਾਅਦ ਮੁੱਕਰਦਾ ਪਿਆ। ਹੁਣ ਕਹਿੰਦਾ ਮੇਰਾ ਫੈਸਲਾ ਕਰਾ ਦਿਓ। ਓਕੇ ਜੀ ਨੈਕਸਟ ਕਾਲ ਪਲੀਜ਼, ਪ੍ਰੋਸੀਡ ਕਰੋ ਜੀ। ਹਾਂਜੀ ਗੁਰਪ੍ਰੀਤ ਗੋ ਹੈਡ ਪਲੀਜ਼। ਹਾਂਜੀ ਭਾਈ ਇਹ ਤਾਂ ਜੀ ਦੇਖੋ ਗੁਰਮੇਲ ਸਿੰਘ ਨੂੰ ਸਭ ਪਤਾ ਹੀ ਕਿੱਦਾਂ ਪੈਸੇ ਇਹਨਾਂ ਨੇ ਲਏ ਆ ਜੀ। ਦੇਖੋ ਇਹਨਾਂ ਨੂੰ ਚਾਹੀਦਾ ਬਲਵਿੰਦਰ ਕੌਰ ਨੂੰ ਵੀ ਲੈ ਕੇ ਆਉਣ ਜੀ, ਕਿਉਂਕਿ ਇਹ ਹਾਈਡ ਕਰ ਰਹੇ ਆ ਜੀ ਗੱਲ, ਕਿਉਂਕਿ ਗਮਰਾਹ ਕਰ ਰਹੇ ਬਸ ਸਭ ਲੋਕਾਂ ਨੂੰ ਇਹ। ਓਕੇ ਨੈਕਸਟ ਕਾਲ ਪਲੀਜ਼। ਹਾਂਜੀ ਪ੍ਰੋਸੀਡ ਕਰੋ ਸਿੱਧੂ ਸਾਹਿਬ ਪਲੀਜ਼ ਲਾਈਨ ਨੂੰ। ਹੈਲੋ ਹਾਂਜੀ ਜੀ ਬੋਲੋ ਜੀ, ਪ੍ਰੋਸੀਡ ਕਰੋ। ਇਹ ਸਾਰੇ ਇਹ ਜਿਹੜਾ ਇਹਨੂੰ ਬੁੱਟਰ ਨਾ ਕਹਿੰਦੇ ਬੁੱਚੜ ਜੇ, ਇਹਨੇ ਪੈਸੇ ਖਾਦੇ ਆ ਜੀ ਵਿੱਚੋਂ ਜੇ ਬੁੱਚੜੇ। ਆਈ ਸੀ। ਆਓ ਸਾਨੂੰ ਆਪਣੀ ਜੱਜਮੈਂਟ ਦਿਓ ਕੌਣ ਗਲਤ ਤੇ ਕੌਣ ਸਹੀ ਆ। ਹਾਂਜੀ ਅਗਲੀ ਕਾਲ ਜੀ। ਅੰਮ੍ਰਿਤਪਾਲ ਗੋ ਹੈਡ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਨੂੰ ਲੱਗਦਾ ਜੀ ਮੁੰਡਾ ਬਿਲਕੁਲ ਸਹੀ ਆ ਤੇ ਜਿਹੜਾ ਦੂਜਾ ਵਿੱਚ ਬੰਦਾ ਆ ਉਹ ਗਲਤ ਆ। ਪੈਸੇ ਉਹਨਾਂ ਨੇ ਰਲ ਮਿਲ ਕੇ ਸਾਰਿਆਂ ਨੇ ਖਾਦੇ ਆ। ਹੁਣ ਜਿੰਨੇ ਕੁ ਉਹਨੇ ਖਾਦੇ ਉਹ ਦੇਣ ਨੂੰ ਤਿਆਰ ਆ, ਬਾਕੀ ਦਾ ਹਜੇ ਪਤਾ ਨਹੀਂਗਾ ਵੀ ਦੂਜਿਆਂ ਨੇ ਕਿੰਨੇ ਖਾਦੇ ਆ, ਹਨਾ। ਠੀਕ ਹੈ। ਤੇ ਬਾਹਰ ਆਉਣ ਦੇ ਲਾਲਚ ਦੇ ਵਿੱਚ ਬੰਦਾ ਸਾਰਾ ਕੁਝ ਕਰ ਲੈਂਦਾ ਹੁੰਦਾ ਆ, ਤੇ ਉਦੋਂ ਇਹਨਾਂ ਨੇ ਵੀ ਪੈਸੇ ਦਿੱਤੇ ਹੋਣਗੇ ਬਾਹਰ ਆਉਣ ਦੇ ਚੱਕਰ ਵਿੱਚ, ਹਨਾ। ਇੰਡੀਆ ਵਿੱਚ ਬਹੁਤ ਕੁਝ ਕਰਦੇ ਆ ਲੋਕੀ, ਪਰ ਮੁੰਡਾ ਸਹੀ ਆ ਜੀ ਜਿੱਥੇ ਤੱਕ। ਤੁਹਾਡੇ ਮੁਤਾਬਕ ਜਿਸ ਤਰ੍ਹਾਂ ਮੈਂ ਘੇਰਿਆ ਬੁੱਟਰ ਨੂੰ ਲਾਈਨ ਬੰਦ ਕਰਕੇ ਚਲੇ ਗਿਆ, ਜਿਸ ਤਰ੍ਹਾਂ ਮੈਂ ਅੱਜ ਇੰਟਰਵਿਊ ਕੰਡਕਟ ਕੀਤੀ ਹੈ, ਉਹਨੂੰ ਇਨਵੈਸਟੀਗੇਟ ਕੀਤਾ, ਔਰ ਮੈਂ ਇੰਟਰੋਗੇਟ ਨਹੀਂ ਕਹਿ ਸਕਦਾ ਰੇਡੀਓ ਤੇ ਬੈਠ ਕੇ, ਮੈਂ ਉਹਨਾਂ ਨੂੰ ਇਨਵੈਸਟੀਗੇਟ ਕਹਿ ਸਕਦਾ, ਕੀਤਾ ਆ, ਗੱਲਬਾਤ ਕੀਤੀ ਆ। ਤੁਹਾਡੇ ਮੁਤਾਬਕ ਤੁਸੀਂ ਸੋਚਿਆ ਸੀ ਕਦੇ ਜ਼ਿੰਦਗੀ ਵਿੱਚ ਮੈਂ ਉਹਨਾਂ ਨੂੰ ਪੈਰੋਂ ਕੱਢ ਦੂੰਗਾ ਬਾਹਰ? ਕਿਹਨਾਂ ਨੂੰ ਜੀ? ਤੁਸੀਂ ਬੁੱਟਰ ਨੂੰ, ਮੈਂ ਜਿਸ ਤਰ੍ਹਾਂ ਬੁੱਟਰ ਦੇ ਨਾਲ ਗੱਲਬਾਤ ਕੀਤੀ ਹੈ, ਤੁਸੀਂ ਸੋਚਿਆ ਸੀ ਕਿ ਮੈਂ ਇਸ ਹਿਸਾਬ ਦੇ ਨਾਲ ਗੱਲ ਕਰਕੇ ਉਹਨੂੰ ਮਨਾ ਲੂੰਗਾ? ਨਹੀਂ ਤੁਸੀਂ ਤਾਂ ਮਨਾਏ ਸਕਦੇ, ਤੁਸੀਂ ਸਾਰਾ ਕੁਝ ਕਰ ਲੈਂਦੇ ਹੋ ਨਾ। ਤੁਸੀਂ ਤਾਂ ਤੁਹਾਤੋਂ ਡਰਦੇ ਆ ਤੇ ਇਹ ਤੋਂ ਬਾਰ-ਬਾਰ ਲੈਣ ਕੱਟੀ ਜਾਂਦਾ। ਪਹਿਲੀ ਤਾਂ ਗੱਲ ਜਦੋਂ ਤੁਹਾਡੇ ਨਾਲ ਗੱਲ ਕਰਦਾ ਸੀਗਾ ਉਹ ਗੱਲ ਹੀ ਡਰਦਾ ਕਰਦਾ ਸੀ, ਉਹ ਤੋਂ ਸਹੀ ਤਰੀਕੇ ਨਾਲ ਗੱਲ ਹੀ ਨਹੀਂ ਸੀ ਹੋ ਰਹੀ। ਮਿਹਰਬਾਨੀ। ਅਗਲੀ ਕਾਲਰ ਗੋ ਹੈਡ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਬੋਲੋ, ਪ੍ਰੋਸੀਡ ਕਰੋ ਮੈਟਰ ਨੂੰ। ਦੇਖੋ ਜੀ ਇੱਕ ਤਾਂ ਪਹਿਲੀ ਗੱਲ ਬਹੁਤ ਇਸ ਗੱਲ ਦੀ ਖੁਸ਼ੀ ਵੀ ਤੁਸੀਂ ਜਿਹੜੀ ਬਿੱਲੀ ਆ ਥੈਲਿਓਂ ਬਾਹਰ ਕੱਢ ਲਈ, ਉਹਦੇ ਮੂੰਹੋਂ ਸੱਚ ਬੁਲਵਾ ਦਿੱਤਾ। ਤੇ ਬਾਕੀ ਜਿਹੜੀ ਇਹ ਗੱਲ ਆ ਦੇਖੋ ਜੀ, ਜਦੋਂ ਕੈਨੇਡਾ ਨਾ ਸੁਣਿਆ ਹੋਣਾ ਉਦਾਂ ਹੀ ਮੰਗਲ ਗ੍ਰਹਿ ਦੇ ਪਾਣੀ ਦਾ ਕੰਮ ਚੱਲ ਜਾਂਦਾ। ਆਵਾਜ਼ ਨਹੀਂ ਆ ਰਹੀ। ਅਗਲੀ ਕਾਲ ਪੁਲਿਸ ਸਾਹਿਬ ਬੋਲੋ ਜੀ। ਸਤਿ ਸ਼੍ਰੀ ਅਕਾਲ ਜੀ। ਬੋਲੋ ਜਲਦੀ ਕਰੋ ਭਾਈ। ਗੱਲ ਇਦਾਂ ਹੈਗੀ ਆ, ਜਦੋਂ ਇਹਨਾਂ ਵਿਆਹ ਦੀ ਗੱਲ ਕੀਤੀ ਨਾ, ਜਦੋਂ ਕੁੜੀ ਇੰਡੀਆ ਗਈ ਆ ਤੇ ਉਦੋਂ ਦੇ ਬੁੱਟਰ ਸਾਹਿਬ ਜੋ ਮੰਨਦੇ ਨਾਲ ਹੋਣੇ ਹੀ ਆ, ਜਦੋਂ ਕਹਿੰਦੇ ਕੈਨੇਡਾ ਤੋਂ ਬੰਦੇ ਆਏ ਆ, ਜੋ ਨਾ ਪੈਸੇ ਵੀ ਨਾ ਉਹ ਸਾਲ ਲਏ ਹੋਣੇ ਉਹਨਾਂ ਨੇ। ਪਰ ਜਿੱਦਾਂ ਦੋਵਾਂ ਦੀ ਮੈਂ ਸਟੋਰੀ ਸੁਣੀ ਆ ਤੇ ਇਹਨਾਂ ਦੀ ਜ਼ਬਾਨ ਵੀ ਸਤਾਉਣ ਡਈ ਆ, ਉਹਨਾਂ ਦੀ ਸਤਾਉਣ ਦੀ, ਮਤਲਬ ਇਹ ਹਿਸਾਬ ਨਾਲ ਜਿਹੜੇ ਪੈਸੇ ਆ ਜੋ ਦਿੱਤੇ ਤੇ ਹੋਣੇ ਬੁੱਟਰ ਸਾਹਿਬ ਨਾਲ ਹੋਣਗੇ, ਪਰ ਇਹ ਕੱਲਾ ਕਿਹੜਾ ਬੋਝ ਆ ਬੁੱਟਰ ਸਾਹਿਬ ਦੇ ਪੈ ਰਿਹਾ, ਹਨਾ। ਬੁੱਟਰ ਸਾਹਿਬ ਨੇ ਪੈਸੇ ਆਪਣੇ ਉਹਦੇ ਰੱਖੇ ਨਹੀਂ, ਜੋ ਥੋੜੇ ਬਹੁਤ ਰੱਖੇ ਵੀ ਹੋਣਗੇ 2-4 ਲੱਖ ਜੋ ਬੰਦਾ ਰੱਖ ਲਿਆ ਹੋਊਗਾ, ਹੁਣ ਅਗਲੇ ਵਾਪਸ ਵੀ ਕਰਨ ਦੇ ਆ। ਪਰ ਇਹ ਬੰਦੇ ਇੱਕੋ ਗੱਲ ਕਹੀ ਜਾਂਦੇ ਆ ਸਾਡੇ ਘਰੋਂ ਲਏ ਆ, ਕਦੀ ਦੁਕਾਨ ਤੋਂ ਲਏ ਆ। ਉਹਨਾਂ ਦੀ ਗੱਲ ਵਿੱਚ ਕੋਈ ਦਮ ਜਿਹਾ ਲੱਗਣ ਡਿਆ। ਦੋਵਾਂ ਪਿਓ ਹੀ ਮੁੰਡਾ ਫਿਰ ਸਹੀ ਹੈ, ਮੁੰਡੇ ਪਿਓ ਦਾ ਉਹ ਦਮ ਹੈ ਹੀ ਨਹੀਂ ਗੱਲ ਚ, ਉਹਨੂੰ ਪਤਾ ਹੀ ਨਹੀਂ ਮੁੰਡਾ ਕਹਿਣ ਡਿਆ, ਗੱਲ ਹੀ ਨਹੀਂ ਕਰਦਾ ਪਹਿਲੀ ਗੱਲ ਤੇ। ਓਕੇ ਨੈਕਸਟ ਕਾਲ ਜੀ। ਅਮਰੀਕ ਬੋਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਬੋਲੋ ਬਾਸੀ ਸਾਹਿਬ, ਮੈਨੂੰ ਤਾਂ ਇਹ ਲੱਗਦਾ ਜੀ ਮੁੰਡਾ ਝੂਠ ਬੋਲਦਾ। ਇੰਨੇ ਪੈਸੇ ਇਹਨਾਂ ਨੇ ਨਹੀਂ ਦਿੱਤੇ, 15-16 ਲੱਖ ਦਿੱਤਾ ਹੋਣਾ। ਚਲੋ ਦਿੱਤਾ ਹੈਗੇ 15-16 ਲੱਖ ਰੁਪਈਆ, ਪਰ ਇਹ ਤੁਸੀਂ ਮੰਨਦੇ ਹੋ ਕਿ ਆਪਣੇ ਬੁੱਟਰ ਦੀ ਇਨਵੋਲਵਮੈਂਟ ਹੈ ਅਤੇ ਬੁੱਟਰ ਨੇ ਹੀ ਪੈਸੇ ਲਾਏ ਆ? ਹਾਂਜੀ ਉਹਨਾਂ ਦੀ ਹੈਗੀ ਵਿੱਚ, ਕਿਉਂਕਿ ਉੱਥੇ ਇੰਡੀਆ ਹੀ ਗੱਲਾਂ ਬਾਤਾਂ ਹੁੰਦੀਆਂ ਜੀ, ਉਹ ਵਿੱਚ ਪਾ ਕੇ ਗੱਲ ਕਰਾਉਂਦੇ ਆ
ਤੇ ਬਾਕੀ ਜਿਹੜਾ ਇਹ ਕਹਿੰਦਾ ਮੇਰਾ ਵਿਆਹ ਧੂਮਧਾਮ ਨਾਲ ਹੋਇਆ, ਕੋਈ ਧੂਮਧਾਮ ਨਾਲ ਵਿਆਹ ਨਹੀਂ ਹੋਇਆ। ਇਹਨਾਂ ਨੇ ਕੁੜੀ ਉੱਥੇ ਰਹੀ 5-7 ਦਿਨ, ਪੇਪਰਾਂ 'ਚ ਵਿਆਹ ਕੀਤਾ, ਆ ਗਈ, ਸਾਨੂੰ ਇਹਨਾਂ ਦਾ ਕੇਸ ਰਿਜੈਕਟ ਹੋਇਆ ਜੀ। ਅਗਲੀ ਕਾਲ ਗੋ ਹੈਡ ਜੀ। ਸਤਿ ਸ਼੍ਰੀ ਅਕਾਲ ਬਸ ਜੀ, ਧੰਨਵਾਦ, ਤੁਸੀਂ ਚੰਗਾ ਬੁੱਟਰ ਨੂੰ ਪਾਇਆ ਗਧੀਗੇੜ। ਬੁੱਟਰ ਇੱਕ ਨੰਬਰ ਦਾ ਝੂਠਾ ਬੰਦਾ, ਜਿਹੜੇ ਤੁਸੀਂ ਕ੍ਰਾਸ ਕੁਐਸਚਨ ਕੀਤੇ। ਬਲਜਿੰਦਰ ਕੌਰ ਹੁਣ ਵੀ ਉਹਦੇ ਕੰਟੈਕਟ 'ਚ ਆ, ਪਹਿਲਾਂ ਵੀ ਸੀਗੀ। ਪਹਿਲਾਂ ਉਹ ਕਹਿੰਦਾ ਬੁੜੀ ਆ, ਹੁਣ ਉਹ ਕਹਿੰਦਾ ਮੇਰੇ ਘਰ ਵਾਲੀ ਨਾਲ ਕੰਮ ਕਰਦੀ ਆ। ਉਹ ਥੋੜਾ ਚਕਾਓ ਪੁੱਛੋ ਦੀ ਬੁੱਟਰ ਦੀ ਬੜਾ ਮੋਟਾ ਨਾ ਪਾਓ। ਧੰਨਵਾਦ ਤੁਹਾਡਾ। ਹਾਂਜੀ ਅਗਲੀ ਕਾਲ ਗੋ ਹੈਡ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵਾਸੀ ਸਾਹਿਬ ਜੀ। ਜੀ ਹਾਂਜੀ ਵਾਸੀ ਸਾਹਿਬ, ਪਹਿਲਾਂ ਤਾਂ ਤੁਹਾਨੂੰ ਸਲੂਟ ਕਰਦਾ ਜੀ। ਜੇ ਕੋਈ ਤੁਹਾਡੀ ਜਗ੍ਹਾ ਹੋਰ ਕੋਈ ਹੁੰਦਾ ਰੇਡੀਓ ਤੇ, ਤੁਸੀਂ ਕਿੱਦਾਂ ਬੁੱਟਰ ਨੂੰ ਪੈਰੋਂ ਕੱਢਿਆ ਜੀ। ਮੈਂ ਜੀ ਤੁਹਾਨੂੰ ਸਲੂਟ ਕਰਦਾ ਜੀ। ਤੁਸੀਂ ਕਿਹੜੇ ਹਿਸਾਬ ਨਾਲ ਉਹਨੂੰ, ਨਹੀਂ ਤਾਂ ਤੁਹਾਡੀ ਜਗ੍ਹਾ ਹੋਰ ਕੋਈ ਬੰਦਾ ਹੁੰਦਾ ਕਦੀ ਵੀ ਨਹੀਂ ਬੁੱਟਰ ਨੇ ਮੰਨਣਾ ਸੀਗਾ ਜੀ। ਤੇ ਬਾਕੀ ਮੁੰਡਾ ਜੀ ਸਹੀ ਆ, ਪਰ ਪੈਸੇ ਇੰਨੇ ਨੇਗੇ, ਪੈਸੇ ਘੱਟ ਹੋਣੇ। ਜਦੋਂ ਵੀ ਕਿਸੇ ਦਾ ਕੋਈ ਇਦਾਂ ਦਾ ਰਫੜ ਪੈਂਦਾ, ਬੰਦਾ ਕਹਿੰਦਾ ਵੀ ਵੱਧ ਤੋਂ ਵੱਧ ਮੈਨੂੰ ਮਿਲਣ, ਪਰ ਬੁੱਟਰ ਹੈਗਾ ਇਹਦੇ ਵਿੱਚ ਝੂਠਾ ਆ ਜੀ। ਪਰ ਤੁਹਾਨੂੰ ਜੀ ਸਲੂਟ ਕਰਦਾ ਜੀ 2 ਵਾਰੀ। ਓਕੇ ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਕੈਰੀ ਔਨ। ਹਾਂ ਵੀਰ ਜੀ, ਪਹਿਲਾਂ ਤਾਂ ਯੂ ਆਰ ਗ੍ਰੇਟ। ਹਾਂ ਤੁਸੀਂ ਤਾਂ ਇਹਨੂੰ ਪੈਰਾਂ ਥੱਲੇ ਕੱਢ ਦਿੱਤਾ ਜੀ ਬੁੱਟਰ ਨੂੰ। ਹਾਂ ਬੁੱਟਰ ਬਿਲਕੁਲ ਗਲਤ ਹੈਗਾ ਬੰਦਾ ਜੀ, ਸਭ ਝੂਠ ਬੋਲ ਰਿਹਾ ਜੀ। ਗੁਰਦੀਪ ਬੱਚਾ ਸਹੀ ਹੈ ਬਿਲਕੁਲ। ਔਰ ਹੈਰਾਨੀ ਵਾਲੀ ਗੱਲ ਹੈ ਸਿੱਧੂ ਸਾਹਿਬ, ਮਾਈਕ ਤੇ ਆਓ ਇੱਕ ਸੈਕਿੰਡ। ਸਿੱਧੂ ਸਾਹਿਬ ਨੇ 2 ਵਾਰੀ ਲਾਈਨ ਚ ਲਿਆਂਦਾ ਤੇ ਬੁੱਟਰ ਸਾਹਿਬ ਆ ਗਏ ਤਾਂ ਬੁੱਟਰ ਸਾਹਿਬ ਉਹ ਗਲਤ ਜਿਹੜਾ ਬੰਦਾ ਹੁੰਦਾ ਉਹ ਫਿਰ ਇਸ ਤਰ੍ਹਾਂ ਹੀ ਕਰਦਾ ਨਾ। ਹੁਣ ਤੁਹਾਡੇ ਨਾਲ ਕੌਣ ਇਹ ਫੇਸ ਕਰ ਸਕਦਾ? ਪੈਰ ਹੇਠ ਬਟੇਰਾ ਆਇਆ, ਪਰ ਬਟੇਰਾ ਜਿਹੜਾ ਹੈ ਉਹ ਭੱਜ ਗਿਆ। ਨਹੀਂ ਭੱਜਣ ਨਹੀਂ ਦਿੰਦੇ ਜੀ, ਬਿਲਕੁਲ ਫੋਲੋ ਕਰ ਰਹੇ। ਮੈਂ ਉਹਨਾਂ ਨੂੰ ਮੈਸੇਜ ਵੀ ਛੱਡ ਚੁੱਕਾ ਜੀ, ਗੱਲ ਕਰਨਗੇ। ਉਹ ਘਬਰਾ ਗਏ ਅਸਲ 'ਚ ਜੀ, ਬੁੱਟਰ ਬਟੇਰਾ ਬਣ ਗਿਆ ਜੀ। ਬਿਲਕੁਲ ਜੀ, ਫੜ ਲਾਂਗੇ ਜੀ ਇਹੋ ਜਿਹੇ ਬਟੇਰੇ ਡੌੜੀ। ਬਟੇਰੇ ਬਾਸੀ ਸਾਹਿਬ ਬੜੇ ਆਏ ਆ, ਕਈ ਵਾਰੀ ਚੌਰਸ ਵੀ ਆਏ ਆ, ਇੱਕਾ ਦੁੱਕਾ ਹੁਣ ਵੀ ਆ ਰਹੇ ਆ ਜੀ। ਕੋਈ ਗੱਲ ਨਹੀਂ, ਸਾਰੇ ਲੋਟ ਹੋ ਜਾਣੇ। ਬਿਲਕੁਲ ਐਵਰੀਥਿੰਗ ਇਜ਼ ਗੁੱਡ, ਐਵਰੀਥਿੰਗ ਇਜ਼ ਗੁੱਡ। ਅਸੀਂ ਦੱਸੀਏ ਕਿ ਅਸੀਂ ਇੱਕ ਨਾਂ ਸ਼ਾਰਟ ਦਾ ਤੁਹਾਨੂੰ ਬੀਬੀ ਸਟਾਂਟੋ ਜਿਹੜੇ ਸਾਡੇ ਦੇਖਣ ਸੁਣਨ ਸੋਚੇ ਨੇ, ਬਾਸੀ ਸ਼ੋ। ਤੁਸੀਂ ਬਾਸੀ ਸ਼ੋ ਕਲਿੱਕ ਕਰੋ, ਰਾਈਟ ਵੇ ਤੁਸੀਂ ਫੇਸਬੁੱਕ YouTube ਤੇ ਜਾ ਸਕਦੇ ਹੋ। ਸੋ ਸਰ ਮਾੜੀ ਐਕਸਪੀਰੀਅੰਸ ਕਰ ਦਈਏ ਕਿ ਦੀ ਬਾਸੀ ਸ਼ੋ ਸਾਨੂੰ ਬੜੇ ਪ੍ਰੋਫੈਸ਼ਨਲ ਲੋਕਾਂ ਦੇ ਦੀ ਬਾਸੀ ਸ਼ੋ। ਕੈਨ ਯੂ ਟੇਕ ਦੀ ਮਾਈਕ ਪਲੀਜ਼? ਆਈ ਅੰਡਰਸਟੈਂਡ ਯੂ ਵੈਰੀ ਬਿਜ਼ੀ। ਜੀ ਬਿਲਕੁਲ ਜੀ, ਬਹੁਤ ਸਾਰੇ ਸਾਨੂੰ ਸਲਾਹ ਸੁਜੈਸ਼ਨਾਂ ਸਾਨੂੰ ਆ ਰਹੀਆਂ ਸੀ, ਕਿਉਂਕਿ ਆਲਵੇਜ਼ ਹੀ ਅਸੀਂ ਡਿਮਾਂਡ ਕਰਦੇ ਹੁੰਦੇ ਆ ਕਿ ਕੋਈ ਵੀ ਚੇਂਜ ਚਾਹੁੰਦੇ ਹੋ ਸਾਡੇ ਸ਼ੋਅ ਦੇ ਵਿੱਚ, ਕੁਝ ਵੀ ਤੁਹਾਨੂੰ ਤਬਦੀਲੀ ਚਾਹੀਦੀ ਹੈ ਸਾਨੂੰ ਜਰੂਰ ਦੱਸੋ। ਤਾਂ ਥਾਊਜ਼ੈਂਡਸ ਆਫ ਈਮੇਲ ਮੈਸੇਜ ਕਾਲਸ ਆਈਆਂ ਸੀਗੀਆਂ ਕਿ ਜੀ ਈਜ਼ੀ ਕੀਤਾ ਜਾਵੇ, ਕਈ ਵਾਰ ਨਹੀਂ ਲੱਭਦਾ ਜੀ, ਕਿਉਂਕਿ ਬਸ ਸਾਹਿਬ ਤੁਹਾਨੂੰ ਜੀ ਪਿਛਲੇ 40 ਸਾਲਾਂ ਤੋਂ ਲੋਕ ਜਾਣਦੇ ਨੇ, ਉਸ ਤੋਂ ਪਹਿਲਾਂ ਵੀ ਜਾਣਦੇ ਨੇ। ਸੋ ਈਜ਼ੀ ਸੀਗਾ ਜੀ, ਦ ਬਾਸੀ ਸ਼ੋਅ ਕਰਤਾ। ਬਾਸੀ ਸ਼ੋਅ ਤੁਸੀਂ ਸਰਚ ਕਰੋਗੇ ਜੀ। ਸੋ ਸਾਡੇ YouTube ਪੇਜ ਦਾ ਵੀ ਅਸੀਂ ਬਹੁਤ ਜਲਦੀ ਜਿਹੜਾ ਨਾਮ ਅਪਡੇਟ ਕਰ ਰਹੇ ਹਾਂ ਉਹ ਵੀ ਤੁਹਾਨੂੰ ਦੱਸਾਂਗੇ ਜੀ। ਤਾਂ ਸਾਡਾ ਜਿਹੜੀ ਐਪ ਆ ਉਹ ਵੀ ਤੁਹਾਨੂੰ ਸਾਰੇ ਇੱਕੇ ਪਲੇਟਫਾਰਮ ਅੰਡਰ ਮਿਲਣਗੇ ਜੀ। ਹੁਣ ਫੇਸਬੁੱਕ ਪੇਜ ਬਾਸੀ ਸ਼ਾਰਟ ਮੈਸੇਜ ਦੇ ਦਿਖੋ ਸਭ ਕਿ ਅਸੀਂ ਸਾਰਾ ਕੁਝ ਬਾਸੀ ਸ਼ੋਅ ਕਰ ਰਹੇ ਹਾਂ ਜੀ। ਜੀ ਸਾਰਾ ਕੁਝ ਦੱਸਣਾ ਪੈਣਾ ਜੀ ਕਿ ਕਿਹੜਾ ਬਾਸੀ ਕਰ ਰਹੇ ਹਾਂ ਜੀ। ਇੰਸਟਾਗ੍ਰਾਮ, YouTube, Facebook। ਜੀ ਬਿਲਕੁਲ, ਤੁਸੀਂ ਬਾਸੀ ਸ਼ੋਅ ਨੂੰ ਕਲਿੱਕ ਕਰੋਗੇ ਜੋ ਹੈ ਬਾਸੀ ਸ਼ੋਅ। ਹਾਂਜੀ, ਪਲੈਂਟਰ ਸਪਾਂਸਰ ਦੀ ਵੀ ਗੱਲ ਕਰਦਾ ਅਤੇ ਤੁਸੀਂ ਮਾਰਗੇਜ ਲੈਣੀ ਚਾਹੁੰਦੇ ਹੋ ਤਾਂ ਮਾਰਗੇਜ ਲੈਣ ਦੇ ਵਾਸਤੇ ਇੱਕ ਨੰਬਰ ਹੈ ਸੋਨੀਆ ਸਿੱਧੂ ਦਾ, ਸੋਨੀਆ ਢਿੱਲੋਂ ਦਾ 647 308। ਜੀ ਬਿਲਕੁਲ ਜੀ, ਮਾਰਗੇਜ ਲੈਣਾ ਚਾਹੁੰਦੇ ਹੋ ਤਾਂ 647 308 1255 ਸੋਨੀਆ ਢਿੱਲੋਂ ਜੀ ਦਾ ਨੰਬਰ ਹੈ ਜੀ। ਤੇ ਕੋਈ ਵੀ ਰੀਅਲ ਏਸਟੇਟ ਸੰਬੰਧੀ ਜਾਣਕਾਰੀ ਲੈਣੀ 416 774 8800 ਕੁਲਦੀਪ ਬਾਸੀ ਜੀ। ਸਾਡੇ ਪਲੈਟੀਨਮ ਸਪਾਂਸਰ ਇੱਕੋ ਇੱਕ ਜੀ, ਐਕਸਲ ਸਪੈਂਡਰ ਰਿਪੇਅਰ ਤੋਂ ਮਿਸਟਰ ਬਾਜਵਾ। 9056168082 5261 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ 401 ਡਿਕਸੀ ਦੇ ਬਿਲਕੁਲ ਨਜ਼ਦੀਕ। 905 616 8082। ਦੱਸਿਏ ਕਿ ਕੁਇਕ ਟਾਇਰ ਦੇ ਸੁੱਖਾ ਜੀ ਅੱਜ ਦੇ ਪ੍ਰੋਗਰਾਮ ਸਪਾਂਸਰ ਕਰਨ ਸੁੱਖਾ ਜੀ ਸੁੱਖ ਮੰਗਦੇ ਨੇ ਟਰੱਕ ਡਰਾਈਵਰਾਂ ਦੀ। ਉਹ ਕਹਿੰਦੇ ਨੇ ਕਿ ਟਾਇਰ ਤੁਸੀਂ ਦੇਖੋ ਜਿੱਥੇ ਮਰਜ਼ੀ ਪਰ ਪਾਉਣ ਲਈ ਕੁਇਕ ਟਾਇਰ ਤੇ ਹੀ ਆਓ। 1700 ਸੈਸਮਿਟ ਡਰਾਈਵ ਮਿਸੀਸਾਗਾ 401 ਡਿਕਸੀ ਦੇ ਕੋਲ, ਜਿੱਥੇ ਕਿ ਤੁਹਾਨੂੰ 8000 ਪਾਉਂਡ ਤੇ ਅਲਾਈਨਮੈਂਟ ਜਿਹੜੀ ਉਹ ਅੱਧੀ ਕੀਮਤ ਕੀਤੀ ਜਾਂਦੀ ਹੈ। ਤੇ ਆਪਣੇ ਟਰੱਕ ਨੂੰ ਸ਼ੇਰ ਤੋਂ ਬੱਕਰੀ ਨਾ ਬਣਾਓ ਅਤੇ ਆਪਣੇ ਟਰੱਕ ਨੂੰ ਜੀ ਹੈ ਸ਼ੇਰ ਬਣਾਓ ਅਤੇ ਟਾਇਰ ਜਿਹੜੇ ਨੇ ਕੁਇਕ ਟਾਇਰ ਤੋਂ ਪਵਾਓ। ਸੋ ਨੰਬਰ ਹੈ 647 707 6087। ਸੁੱਖਾ ਜੀ ਯੂ ਆਰ ਗ੍ਰੇਟ ਨੰਬਰ 1 ਉਹਨਾਂ ਵੱਲੋਂ ਪ੍ਰੋਮ ਸਪਾਂਸਰ ਹੈ ਅਤੇ ਸਵੀਟ ਮਹਿਲ ਵੱਲੋਂ ਅਸੀਂ ਪ੍ਰੋਮ ਪੇਸ਼ ਕरें। sweetmahal.ca ਵੈਬਸਾਈਟ ਤੁਹਾਡੇ ਸੇ ਵਿੱਚ ਹਾਜ਼ਰ ਹੈ। ਹਾਂਜੀ ਕਾਲਰਸ ਪ੍ਰੋਸੀਡ ਕਰਾਂਗੇ ਸਿੱਧੂ ਸਾਹਿਬ ਪਲੀਜ਼। ਭਾਰਦਵਾਜ ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਭਾਜੀ। ਜੀ ਬੋਲੋ ਜੀ ਬੋਲੋ। ਪਹਿਲੀ ਗੱਲ ਤਾਂ ਭਾਜੀ ਤੁਸੀਂ ਜੂਆ ਦਾ ਗ੍ਰੇਟ। ਥੈਂਕ ਯੂ ਸੋ ਮਚ। ਤੇ ਤੁਸੀਂ ਝੂਠ ਦਾ ਝੂਠ ਹੁਣ ਕੀਤਾ, ਜੋ ਇਹ ਮੁੰਡਾ ਸੱਚ ਬੋਲਦਾ। ਬੁੱਟਰ ਦੇਖੋ ਕਿੰਨੀ ਵਾਰੀ ਝੂਠ ਬੋਲਿਆ ਤੇ ਤੁਸੀਂ ਫਸਾਇਆ ਉਹਨੂੰ ਜੀ। ਅਸੀਂ ਬਹੁਤ ਲਾਈਕ ਕਰਦੇ ਤੁਹਾਡਾ ਸ਼ੋ ਐਵਰੀ ਡੇ। ਅਸੀਂ ਦੇਖਦੇ ਵੈਰੀ ਯੂ ਡੂਇੰਗ ਵੈਰੀ ਗੁੱਡ ਜੌਬ। ਵੀ ਪ੍ਰਾਊਡ ਆਫ ਯੂ ਆਵਰ ਬਿਗ ਬ੍ਰਦਰ। ਥੈਂਕ ਯੂ ਸੋ ਮਚ। ਹਾਂਜੀ ਨੈਕਸਟ ਕਾਲ ਜੀ। ਨੈਕਸਟ ਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸੌਰੀ ਨੈਕਸਟ ਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜੀ, ਬੋਲੋ ਜੀ। ਬਾਸੀ ਸਾਹਿਬ ਪ੍ਰੋਗਰਾਮ ਤੁਸੀਂ ਬਹੁਤ ਵਧੀਆ ਕਰ ਰਹੇ ਆ, ਦੋਨੇ ਬੰਦੇ ਪੈਰੋਂ ਕੱਢਦੇ ਆ, ਦੋਨੇ ਝੂਠੇ ਆ ਬਾਸੀ ਸਾਹਿਬ। ਕਿੱਦਾਂ ਹੋ ਸਕਦਾ ਬਾਸੀ ਸਾਹਿਬ ਵੀ ਮੁੰਡੇ ਨੂੰ ਪਤਾ ਨਾ ਹੋਵੇ ਸਾਡੀ ਜ਼ਮੀਨ ਵਿਕਣ ਲੱਗੀ, ਉਹ ਵਿਆਹ ਦੇ ਵਿੱਚ ਬਿਜੀ ਹੋਵੇ? ਕਿੱਦਾਂ ਹੋ ਸਕਦੀ ਬਾਸੀ ਸਾਹਿਬ? ਜੀ, ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਕੀ ਕਹਿਣਾ ਚਾਹੁੰਦੇ, ਬੋਲੋ। ਮੈਂ ਬੋਲਣਾ ਚਾਹੁੰਦਾ ਵੀ ਇਹ ਜਿਹੜੀ ਆ ਹੋ ਰਹੀ ਹੈ ਨਾ ਕਿਸੇ ਨੂੰ ਪੈਸੇ ਲੁੱਟਣੇ ਮਾਰੇ, ਇਹ ਤਾਂ ਬਹੁਤ ਚਿਰ ਦਾ ਹੋਇਆ। ਪਹਿਲਾਂ ਆਪਣੇ ਮੁੰਡੇ ਇੱਥੇ ਆ ਕੇ ਅਮਰੀਕਾ ਦੇ ਵਿੱਚ ਝੂਠ ਬੋਲਦੇ ਸੀਗੇ, ਗੋਰੀਆਂ ਨੂੰ ਫਸਾ ਕੇ ਪੈਸੇ ਦੇਵਾਂਗੇ, ਇੰਡੀਆ 'ਚ ਵਿਆਹੇ ਹੋਏ ਸੀ। ਇਹ ਅੱਜ ਨਵਾਂ ਨਹੀਂ ਹੋ ਰਿਹਾ। ਸਾਡਾ ਸਵਾਲ ਇਹ ਕਿ ਇਹਦੇ ਵਿੱਚ ਝੂਠਾ ਕੌਣ, ਸੱਚਾ ਕੌਣ ਹੈ? ਝੂਠਾ ਉਹ ਆ ਜਿਹੜਾ ਬੰਦਾ ਪੈਸੇ ਲੈ ਕੇ ਆਇਆ ਉਤੋਂ। ਅਗਲੀ ਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਇਹਨਾਂ ਦਾ ਕਸੂਰ ਆ, ਇਹ ਫਰਾਡ ਕੀਤਾ ਬੰਦੇ ਨੇ ਤੇ ਉਹ ਜਨਾਨੀ ਨੇ ਫਰਾਡ ਕੀਤਾ ਗੁਰਦੇਵ ਬੁੱਟਰ ਤੇ ਉਹ ਆਪਣੇ ਕੀ ਨਾਮ ਬਲਵਿੰਦਰ ਕੌਰ। ਹਾਂਜੀ ਜੀ, ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ, ਬੋਲੋ। ਹਾਂਜੀ ਬਾਸੀ ਸਾਹਿਬ, ਜਿੰਨੇ ਦਾ ਭੂਟਰ ਸਾਹਿਬ ਨੇ ਪੈਸੇ ਲਏ ਉਹਨੇ ਦੇਣ ਨੂੰ ਤਿਆਰ ਆ, ਬਾਕੀ ਜਿਹੜੇ ਕੁੜੀ ਦੇ ਉਹ ਜਨਾਨੀ ਨੇ ਲਏ ਆ ਉਹ ਪੈਸੇ ਨਹੀਂ ਉਹ ਦੇਣ ਨੂੰ ਤਿਆਰ। ਓਕੇ, ਅਗਲੀ ਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬੋਲੋ ਕਾਲਰ। 786। ਹਾਂਜੀ, ਬੋਲੋ ਜੀ, ਬੋਲੋ ਸਰ। ਹਾਂਜੀ ਬਾਸੀ ਸਾਹਿਬ, ਸਤਿ ਸ੍ਰੀ ਅਕਾਲ ਜੀ। ਜੀ ਜੀ ਜੀ। ਹਾਂਜੀ, ਜਸਵੰਤ ਸਿੰਘ ਬੋਲਦਾ ਜੀ, ਮੈਂ ਇੰਗਲੈਂਡ ਤੋਂ ਤੁਹਾਡਾ ਸ਼ੋਅ ਦੇਖ ਰਿਹਾ। ਪਹਿਲਾਂ ਹੀ ਤੁਹਾਨੂੰ ਲਵ ਯੂ ਆ ਜੀ। ਓਕੇ ਜੀ, ਬੋਲੋ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਬਹੁਤ ਵਧੀਆ ਜੀ। ਇਹ ਸਾਰਾ ਜੀ ਇਹ ਜਿਹੜਾ ਬੁੱਟਰ ਹੈ ਜੀ, ਇਹ ਝੂਠ ਹੀ ਮਾਰਦਾ ਹੈ ਜੀ, ਲੱਗਦਾ ਪਤਾ ਇਹਨੇ ਮੇਰੇ ਹਿਸਾਬ ਨਾਲ ਉਹੀ ਵੰਡ ਵੁੰਡ ਕੇ ਪੈਸੇ ਖਾਦੇ ਆ, ਨਹੀਂ ਹੈ ਨਾ ਜੀ। ਜੀ, ਹੈਰਾਨੀ ਵਾਲੀ ਗੱਲ ਹੈ, ਕਿਸੇ ਦੀ ਧੀ ਨੂੰ ਲਿਆ ਕੇ ਉਹਦੇ ਬੱਚੇ ਦੀ ਸ਼ਾਦੀ ਕਰ ਦੇਣੀ ਆ। ਹਾਂਜੀ, ਔਰ ਸ਼ਰਮ ਚਾਹੀਦੀ ਆ। ਉਹ ਛੋਟੀ ਸਾਲ ਦੀ ਬੱਚੀ ਆ, ਮੈਨੂੰ ਬੜਾ ਤਰਸ ਉਸ ਬੱਚੀ ਤੇ। ਤਾਂ ਬਲਵਿੰਦਰ ਕੌਰ ਨੂੰ ਵੀ ਸ਼ਰਮ ਚਾਹੀਦੀ ਹੈ, ਜਿਹੜੀ ਕਿ ਇੰਗਲੈਂਡ ਕੈਨੇਡਾ ਤੋਂ ਲਿਆ ਕੇ ਪੈਸੇ ਲੈਂਦੀ ਆ ਦੂਜੀਆਂ ਬਗਾਨੀਆਂ ਧੀਆਂ ਨੂੰ ਵੇਚ ਕੇ। ਸ਼ਰਮ ਚਾਹੀਦੀ ਇਹਨੂੰ। ਕੀ ਖਿਆਲ ਹੈ ਤੁਹਾਨੂੰ? ਲਾਹਨਤ ਪਾਓ ਇਸ ਔਰਤ ਨੂੰ। ਅਗਲੀ ਕਾਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜੀ। ਜੀ, ਕੀ ਕਹਿਣਾ ਚਾਹੁੰਦੇ, ਬੋਲੋ ਸਰ। ਬਾਸੀ ਸਾਹਿਬ ਜੀ, ਝੂਠਾ ਤਾਂ ਬੁੱਟਰ ਜ਼ਿਆਦੇ ਹੈ ਇਹ ਵੀ, ਪਰ ਨਾ ਜਿਹੜਾ ਰੈਕੋਰਡ ਸੀਗਾ ਜੀ ਉਸ ਟਾਈਮ ਪੇਪਰ ਮੈਰਿਜ ਵਾਲੀ ਗੜ ਸੀਗਾ ਜੀ। ਉੱਥੇ ਫੋਟੋਗ੍ਰਾਫਰ ਵੀ ਰਲੇ ਹੁੰਦੇ ਸੀ, ਗ੍ਰੰਥੀ ਵੀ ਰਲੇ ਹੁੰਦੇ ਸੀ, ਕਰੋੜੇ ਹੁੰਦੇ ਸੀਗੇ ਜੀ ਕੱਪੜੇ ਦੀ ਦੁਕਾਨਾਂ ਵਾਲੇ। ਉਹਨਾਂ ਦੇ ਵੀ ਪਰਚਾ ਦਰਜ ਹੋਇਆ ਸੀ ਬਹੁਤ। ਉਹਨਾਂ ਨੇ ਘੱਟੋ ਘੱਟ 15-20 ਬੰਦੇ ਸਾਡੇ ਜ਼ਿਲ੍ਹੇ ਚੋਂ ਠੱਗੇ ਸੀਗੇ ਜੀ, ਬਰਨਾਲੇ ਚੋਂ ਜੀ। ਉਹ ਆਰਕੈਸਟਰੀ ਵਾਲਿਆਂ ਨਾਲ ਇੱਕ ਸਿਵ ਜੈਮਣੀ ਹੁੰਦਾ ਸੀਗਾ ਜੀ, ਜਗਬਾਣੀ ਪੱਤਰਕਾਰ ਚ ਜੀ। ਉਹ ਜਾਲੀ ਬੀਜੇ ਪਾਸਪੋਰਟਾਂ ਤੇ ਦਿਖਾਉਂਦਾ ਹੁੰਦੀਆਂ ਸੀ ਕੁੜੀਆਂ ਆਰਕੈਸਟਰਾ ਵਾਲੀਆਂ ਜੀ। ਪੈਸੇ ਜਿਹੜੇ ਮਗਰੋਂ ਦਿੱਤੇ ਸੀਗੇ ਉੱਥੇ ਬਹੁਤ ਵੱਡਾ ਇਹ ਗੈਂਗ ਸੀਗਾ ਜੀ, ਰੈਕੋਰਡ ਸੀ ਪੇਪਰ ਮਹਿਰ ਜਾਣ ਵਾਲਾ ਜੀ। ਜੀ, ਹਾਂਜੀ, ਕੀ ਕਹਿੰਦੇ ਤੁਸੀਂ? ਹਾਂਜੀ, ਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ। ਉਹ ਬਲਵਿੰਦਰ ਕੌਰ ਤੇ ਇਹ ਸੀਗੇ ਨਾਲ ਜੀ ਗਰਮੇਲ ਸਿੰਘ। ਕੀ ਕਹਿਣਾ ਚਾਹੁੰਦੇ, ਬੋਲੋ ਤੁਸੀਂ, ਦੁਬਾਰਾ ਬੋਲੋ। ਹਾਂਜੀ, ਹਾਂਜੀ, ਇਹ 35 ਲੱਖ ਸੀਗਾ ਜੀ। ਆਈ ਸੀ। ਤੁਸੀਂ ਤੁਹਾਡੀ ਸਟੇਟਮੈਂਟ ਵਿੱਚ ਵੀ ਕੋਈ ਗੜਬੜ ਆ, ਮੰਨਿਓ ਨਾ ਮੰਨੋ ਜਾਂ ਨਾ ਮੰਨੋ। ਕਹਿ ਸੀਗਾ ਤੁਹਾਡਾ ਲੜਕਾ ਕੁਝ ਕਹਿੰਦਾ ਹੈ, ਤੁਸੀਂ ਕੁਝ ਕਹਿੰਦੇ ਹੋ। ਮੈਂ ਮੰਨਦਾ ਕਿ ਤੁਹਾਡੇ ਕੋਲ ਪੈਸੇ ਲੈ ਗਏ ਆ, ਔਰ ਤੁਸੀਂ ਪੈਸੇ ਜਿਹੜੇ ਦਿੱਤੇ ਆ ਮੁੰਡੇ ਨੂੰ ਕੈਨੇਡਾ ਭੇਜਣ ਦੀ ਖਾਤਰ ਦਿੱਤੇ ਆ, ਤੁਹਾਡੀ ਡੀਲ ਹੋਈ ਹੈ। ਹਾਂਜੀ, ਦੋਨਾਂ ਦੇ ਹੀ ਸੀਗੇ, ਦੋਨੇ ਇੱਕੋ ਸੀਗੇ ਕੋਲ। ਆਈ ਸੀ। ਪਰ ਤੁਸੀਂ ਪੈਸੇ ਉਹਨਾਂ ਨੇ ਕਿਹਾ ਸੀਗਾ। ਪਰ 35 ਲੱਖ ਵਿੱਚ ਨਹੀਂ ਹੋਈ ਤੁਹਾਡੀ ਡੀਲ ਜਿਹੜੀ ਹੈ। ਤੁਸੀਂ ਆਪਣੇ ਹਰਦਿਆਲ ਸਿੰਘ ਸੱਚ ਦੱਸਿਓ। ਹਾਂਜੀ, ਗਰਮੇਲ ਸਿੰਘ ਨੂੰ ਸੁਣੋ ਗੱਲ। ਹਰਦਿਆਲ ਸਿੰਘ ਮੇਰੀ ਗੱਲ ਸੁਣੋ। ਹਰਦਿਆਲ ਸਿੰਘ ਮੇਰੀ ਗੱਲ ਸੁਣੋ। ਜੇ ਤੁਸੀਂ ਸੱਚ ਬੋਲੋਗੇ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕੈਨੇਡਾ ਦੇ ਵਿੱਚ ਬੈਠਾ ਕਿ ਜਿੰਨੇ ਤੁਹਾਡੇ ਪੈਸੇ ਲੱਗੇ ਆ ਉਹਨੇ ਦਵਾਵਾਂਗੇ। ਜੇ ਨਾ ਦੇਣ ਇਹਨੂੰ ਫੜਾ ਦੇ। ਸੁਣੋ ਗੱਲ, ਸੁਣੋ ਗੱਲ। ਬਾਅਦ ਇਹਨਾਂ ਨੇ ਪਤਾ ਨਹੀਂ ਕੀ ਸੁਣਦੇ ਕਰਿਆ ਕਿਵੇਂ ਨਹੀਂ ਕਰਿਆ। ਸਿੱਧੂ ਸਾਹਿਬ ਪਲੀਜ਼ ਮੇਰੀ ਹੈਲਪ ਕਰੋ। ਮੰਗੇ ਦੋਨਾਂ ਨੇ। ਆਈ ਸੀ। ਸੁਣ ਨਹੀਂ ਰਿਹਾ ਗੱਲ, ਇਹਨਾਂ ਨੂੰ ਕੋ ਸੁਣਨ ਗੱਲ ਸਾਡੀ। ਜੇ ਸਮੱਸਿਆ ਦਾ ਆਪਣੀ ਦਾ ਹੱਲ ਚਾਹੁੰਦੇ ਹੋ ਤਾਂ ਗੱਲ ਸੁਣੋ। ਤੁਸੀਂ ਸਬਰ ਰੱਖੋ ਥੋੜਾ ਜਿਹਾ। 10-15 ਸਾਲ ਵੀ ਸਬਰ ਕੀਤਾ, ਹੁਣ ਤੁਸੀਂ ਸਾਨੂੰ 10-15 ਸੈਕਿੰਡ ਨਹੀਂ ਦਿੰਦੇ। ਪਹਿਲਾਂ ਵੀ ਤੁਹਾਡੀਆਂ ਕੀਤੀਆਂ ਕਾਲੀਆਂ ਦੇ ਨਤੀਜੇ ਹੀ ਭੁਗਤ ਰਹੇ ਹੋ ਜੀ ਹਜੇ ਤੱਕ। ਕਿਸੇ ਨੇ ਜਾਣ ਕੇ ਨਹੀਂ ਕੀਤਾ ਤੁਹਾਡੇ ਨਾਲ। ਪਲੀਜ਼ ਸਬਰ ਰੱਖੋ ਜੀ, ਸਾਡੀ ਗੱਲ ਸੁਣੋ। ਤੁਸੀਂ ਗੱਲ ਸੁਣੋ। ਹਰਦਿਆਲ ਸਿੰਘ ਤੂੰ ਬੋਲਣਾ ਨਹੀਂ ਜਿੰਜ ਮੈਂ ਕਹਿੰਦਾ ਨਹੀਂ। ਦੁਨੀਆ ਆਏ ਹੋ। Oh, stop this nonsense. I'm sorry. I'm sorry to say that. ਹਾਂਜੀ, ਇਹ ਲੋਕ ਸਮਝਦੇ ਨਹੀਂਗੇ। ਇਹਦੇ ਵਿੱਚ ਵੀ ਇੱਕ ਝੂਠ ਹੈ। 34-35 ਲੱਖ ਨਹੀਂ ਹੋ ਸਕਦਾ। ਪੈਸਾ ਜ਼ਰੂਰ ਹੈ, ਇਨਵੋਲਵ ਹੈ, ਬਟ ਇਹ ਲੋਕ ਸੁਣਦੇ ਨਹੀਂਗੇ। ਲਾਈਕ ਆਈ ਡੋਂਟ ਨੋ ਕਿ ਕਿਉਂ ਨਹੀਂ ਸੁਣਨਾ ਚਾਹੁੰਦੇ। ਤੁਸੀਂ ਇਹਨਾਂ ਦੇ ਲੜਕੇ ਨਾਲ ਗੱਲ ਕਰਾਓ ਤੁਸੀਂ ਪਲੀਜ਼। ਆਪ ਸਟੂਡੀਓ ਬੰਦ ਕਰਕੇ, ਕਿਉਂਕਿ ਵੀ ਆਰ ਰਨਿੰਗ ਬਿਹਾਈਂਡ। ਕਾਮਾ ਖਰੀਦਦੇ ਨਾ ਵਿਚੋਲੇ ਐਂ ਫਿਰਦੇ ਹੁੰਦੇ ਸੀਗੇ ਵੀ ਜਿਹਦੇ ਕੋਲੇ 4 ਛਿਲੜੇ ਹੈਗੇ ਆ ਉਹਦੇ ਘਰੇ ਜਾਂਦੇ ਸੀ, ਜਾ ਕੇ ਕਹਿੰਦੇ ਸੀ ਵੀ ਤੁਹਾਡੇ ਮੁੰਡੇ ਨੂੰ ਕੈਨੇਡਾ ਵਾਲਾ ਰਿਸ਼ਤਾ ਕਰਾਉਣੇ ਆ ਤੇ ਸਾਡਾ ਖਰਚਾ ਪਾਣੀ ਦੱਸੋ। ਉਹ ਵਿਚੋਲੇ ਨੂੰ ਇਹਨਾਂ ਨੂੰ ਮਿਲੇ ਜ਼ਰੂਰ ਆ ਪੈਸੇ, ਵਿਚੋਲੇ ਨੂੰ ਵੀ ਉਹਦੇ ਵਿੱਚੋਂ ਮਿਲੇ ਆ, ਪਰ ਇਹ ਨਹੀਂ ਪਤਾ ਵੀ ਮਿਲੇ ਕਿੰਨੇ ਆ। ਥੈਂਕ ਯੂ ਜੀ। ਛੋਟੀ ਗੱਲ ਸਾਨੂੰ ਦੱਸੋ ਸਿਰਫ ਤੁਹਾਡੇ ਮੁਤਾਬਕ ਇੰਨੀ ਮੈਨੂੰ ਦੱਸੋ ਕਿ ਝੂਠਾ ਕੌਣ ਸੱਚਾ ਕੌਣ। ਸਿਰਫ ਸਟੋਰੀ ਨਾ ਬਣਾਓ, ਸਮਾਂ ਘੱਟ ਹੈ। ਹਾਂਜੀ, ਕਾਲਰ ਕੀ ਕਹਿਣਾ ਚਾਹੁੰਦੇ, ਬੋਲੋ।
ਹੈਲੋ ਹਾਂਜੀ ਬੋਲੋ ਜੀ। ਬਾਚੀ ਸਾਹਿਬ ਪੈਸੇ ਰਲ ਮਿਲ ਕੇ ਸਾਰਿਆਂ ਨੇ ਖਾਦੇ ਜੀ, ਉਹਨੀ ਬੁੱਟਰ ਸਾਹਿਬ ਹੁਣੀ। ਆਈ ਸੀ, ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਮੁੰਡਾ ਸੱਚਾ ਵਾ। ਆਈ ਸੀ। ਤੁਸੀਂ ਦੱਸੋ ਸਿਰਫ ਇਹਨਾਂ 5 ਮਿੰਟ ਦੇ ਵਿੱਚ ਤੁਹਾਨੂੰ ਕਾਲ ਕਰੋ ਕਿ ਤੁਹਾਡੇ ਵਿੱਚੋਂ ਇਹ ਲੜਕਾ ਸੱਚਾ ਆ ਜਾਂ ਬੁੱਟਰ ਸੱਚਾ ਆ, ਔਰ ਬੁੱਟਰ ਨੂੰ ਤੁਸੀਂ ਪੈਰੋਂ ਕੱਢ ਲਿਆ। ਬੁੱਟਰ ਕਹਿੰਦਾ ਮੈਨੂੰ ਪਤਾ ਹੀ ਨਹੀਂ ਆ। ਬੁੱਟਰ ਨੇ ਕਿਹਾ ਮੈਂ ਤਾਂ ਪਤਾ ਨਹੀਂ, ਇੱਕ ਬੁੜੀ ਸੀਗੀ। ਫਿਰ ਕਹਿੰਦਾ ਮੇਰੀ ਵਾਈਫ ਨਾਲ ਕੰਮ ਕਰ ਰਹੀ ਸੀ। ਮੈਂ ਕਿਹਾ ਵਾਈਫ ਨਾਲ ਕੰਮ ਕਰ ਰਹੀ ਸੀ, ਤੇਰੇ ਕੋਲ ਕਿਉਂ ਆਈ ਹੈ? ਇਹ ਕੁੜੀ ਕੌਣ ਲੈ ਕੇ ਆਈ ਹੈ? ਇਹ ਸਵਾਲ ਨੇ। ਆਓ ਮੈਂ ਕਮਿਊਨਿਟੀ ਅੱਗੇ ਬੇਨਤੀ ਕਰਾਂਗਾ, ਸਿਰਫ ਇਹਨਾਂ ਦੱਸੋ ਕਿ ਝੂਠਾ ਤੇ ਸੱਚਾ ਕੌਣ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। 317 ਨੰਬਰ ਲਾਈਨ ਤੇ ਤੁਸੀਂ। ਹਾਂਜੀ ਸਤਿ ਸ਼੍ਰੀ ਅਕਾਲ ਬਾਸੀ ਸਾਹਿਬ। ਜੀ ਬੋਲੋ ਸਰ। ਹਾਂਜੀ ਬਾਸੀ ਸਾਹਿਬ, ਇਹ ਜਿਹੜਾ ਬੂਟਰ ਬੰਦਾ ਹੈਗਾ, ਇਹਨਾਂ ਨੇ ਰਲ ਕੇ ਪੈਸੇ ਖਾਤੇ ਸਾਰਿਆਂ ਨੇ, ਤੇ ਹੁਣ ਬੂਟਰ ਤਾਂ ਹੀ ਬਾਰ-ਬਾਰ ਇੰਨੀ ਗੱਲ ਕਹਿ ਰਿਹਾ ਵੀ ਮੈਨੂੰ ਮੇਰੇ ਇਕੱਲੇ ਤੇ ਬੋਝ ਨਾ ਪਾਓ, ਵੀ ਇਹਨਾਂ ਸਾਰਿਆਂ ਨੇ ਰਲ ਕੇ ਪੈਸੇ ਖਾਤੇ ਨੇ। ਬਸ ਇਹੀ ਗੱਲ ਦੱਸਣੀ। ਥੈਂਕ ਯੂ ਜੀ। ਅਗਲੀ ਗੱਲ ਸਰ, ਸਾਨੂੰ ਸੱਚ ਤੇ ਝੂਠ ਦੱਸੋ। ਇੰਨੀ ਬਹੁਤੀ ਗੱਲ ਨਾ ਕਰੋ, ਛੋਟੀ ਗੱਲ ਕਰੋ ਕਿ ਤੁਹਾਨੂੰ ਝੂਠ ਜੱਜਮੈਂਟ ਤੁਹਾਡੀ ਕੀ ਹੈ, ਸੱਚਾ ਤੇ ਝੂਠਾ ਕੌਣ ਹੈ। ਹਾਂਜੀ ਬੋਲੋ ਜੀ। ਕਾਲਰ ਤੋਂ ਲਾਈਨ ਤੇ ਸਰ। ਕਮਾਲ ਦੇ ਲੋਕ ਤੁਸੀਂ ਬੋਲਦੇ ਕਿਉਂ ਨਹੀਂ ਵੀਰ ਜੀ? ਟਾਈਮ ਕਿੰਨਾ ਵੇਸਟ ਹੋ ਰਿਹਾ ਰੇਡੀਓ ਦਾ। 400 ਵਜੇ ਬੋਲੋ ਜੀ। ਹੈਲੋ। ਹਾਂਜੀ 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 ਬਾਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਇਹੀ ਕਹਿਣਾ ਚਾਹਣਾ ਹੈ ਕਿ ਜਿਹੜਾ ਇਹ ਬੱਸੀਆਂ ਨਾ ਜੀ, ਰਾਏਕੋਟ ਬੱਸੀਆਂ, ਇਹ 2015 ਤੋਂ ਲੈ ਕੇ ਹੁਣ ਤੱਕ ਇਹ ਗੜ ਰਿਹਾ ਹੈ ਜੀ। ਉੱਥੇ ਇੱਕ ਇਹਨਾਂ ਦੇ ਨਾਲ ਕੇ ਸਿੰਘ ਸੀਗਾ, ਇੱਕ ਇਹਨਾਂ ਨੂੰ ਮੈਂ ਕਾਫੀ ਵਾਰ ਉੱਥੇ ਦੇਖਿਆ ਹੈ ਰਿਸ਼ਤੇ ਕਰਾਉਂਦੇ। ਇਹਦੇ ਵਿੱਚ ਜੀ ਬੁੱਟਰ ਸਰਾਸਰ ਗਲਤ ਹੈ। ਇਹਨਾਂ ਨੇ ਹੋਰ ਬੰਦਿਆਂ ਨਾਲ ਵੀ ਕਾਫੀ ਫਰਾਡ ਕੀਤਾ ਹੋਇਆ, ਕਿ ਤੁਸੀਂ ਪਤਾ ਕਰੋ, ਤੁਹਾਨੂੰ ਸਾਰਾ ਕੁਝ ਸਾਹਮਣੇ ਆ ਜਾਣਾ ਹੈ। ਥੈਂਕ ਯੂ ਸੋ ਮਚ। ਅਗਲੀ ਕਾਲ ਬੋਲੋ ਜੀ। ਕਾਲ ਸਤਿ ਸ਼੍ਰੀ ਅਕਾਲ ਜੀ। ਬਾਸੀ ਸਾਹਿਬ, ਇਹ ਦੋ ਫੋਟੋਗ੍ਰਾਫਰਾਂ ਦਾ, ਕੁੜੀ ਵਾਲੇ ਪਾਸੋਂ ਤੇ ਮੁੰਡੇ ਵਾਲੇ ਪਾਸੋਂ, ਇਹਨਾਂ ਨੇ ਡੀਲ ਕਰਾਈ ਹੈ। ਕਿਉਂਕਿ ਉਹ ਕਹਿ ਦਿੰਦੇ ਹੁੰਦੇ ਆ, ਮੰਨ ਲਓ ਵੀ ਇਹ ਪਾਰਟੀ ਹੈਗੀ ਹੈ 25 ਲੱਖ 30 ਲੱਖ 35 ਲੱਖ ਵਾਲੀ, ਵੀ ਇਹਨਾਂ ਨੇ ਪੈਸੇ ਲਾਉਣੇ ਆ। ਫੋਟੋਗ੍ਰਾਫਰ ਨੂੰ ਇਹ ਲਾਲਚ ਹੁੰਦਾ 50,000 ਲੱਖ। ਭਾਜੀ ਮੈਨੂੰ ਇਹ ਦੱਸੋ ਤੁਸੀਂ ਕਿ ਇਹਨਾਂ ਵਿੱਚ ਝੂਠਾ ਸੱਚਾ ਕਿਹੜਾ ਹੈ? ਸਿੰਪਲ। ਉਹਨਾਂ ਨੇ ਪੈਸੇ ਖਾਦੇ ਆ ਫੋਟੋਗ੍ਰਾਫਰ ਨੇ, ਹੁਣ ਦੋਨੋਂ ਫਸੇ ਹੋਏ ਆ, ਉਹਦੇ ਪੈਸੇ ਡੁੱਬਦੇ ਆ, ਇਹ ਇੰਡੀਆ ਨਹੀਂ ਆ ਸਕਦਾ। ਆਹ ਦੋਨੋਂ ਫਸੇ ਹੋਏ ਆ, ਗਲਤੀ ਕਿਸੇ ਦੀ ਨਹੀਂ ਕੀ। ਓਕੇ ਜੀ। ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ ਸਰ। ਹਾਂ ਬਾਸੀਆ, ਮੇਰਾ ਨਾਮ ਦਰਸ਼ਨ ਸਿੰਘ ਬੁੱਟਰਾ ਜੀ, ਮੈਂ ਕੈਲੀਫੋਰਨੀਆ ਫਰੀਜ਼ਨੋ ਤੋਂ ਬੋਲ ਰਿਹਾ ਜੀ। ਜੀ ਤੁਸੀਂ ਵੀ ਬੁੱਟਰ ਹੋ, ਔਰ ਇਹ ਬੁੱਟਰ ਜਿਹੜਾ ਹੈ ਬਟੇਰਾ ਬਣ ਗਿਆ ਅੱਜ। ਹਾਂਜੀ ਹਾਂਜੀ, ਮੈਂ ਬਟੇਰਾ ਨਹੀਂ, ਮੈਂ ਸ਼ੇਰ ਹਾਂ ਜੀ। ਓਕੇ। ਤੇ ਬਾਸੀ ਸਾਹਿਬ, ਮੇਰਾ ਪਿੰਡ ਬੱਸੀਆਂ ਗਾ, ਜਾਣੀ ਕਿ ਮੇਰੇ ਪਿੰਡ ਤੋਂ ਇਹਦਾ ਪਿੰਡ 7 ਮੈਲੇਜ ਆ ਨਾ। ਹਾਂ ਹਾਂ। ਸਾਡੇ ਪਿੰਡ ਦੀ ਦੁਕਾਨ ਸੀਗੀ ਇਹਦੀ, ਗਰਮੇਲ ਸਿੰਘ ਦੀ। ਹਾਂ। ਕਿ ਮੈਂ ਇਹਦਾ ਚੰਗੀ ਤਰ੍ਹਾਂ ਜਾਣਦਾ ਗਾ। ਇਹ 4-5 ਨਾ ਉੱਤੇ ਰਲੇ ਹੋਏ ਸੀਗੇ ਫੋਟੋਗ੍ਰਾਫਰ। ਅੱਛਾ ਜੀ। ਸਾਡੇ ਏਰੀਆ ਦੇ ਵਿੱਚ। ਸੁਣੋ ਸਿੱਧੂ ਸਾਹਿਬ, ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ। ਇਹਨਾਂ ਨੇ ਜਾਲ ਬਿਠਾਇਆ ਸੀ ਇੱਕ, ਵੀ ਦੇਖੋ ਵੀ ਕਿਹੜਾ ਬੰਦਾ ਕਿਹੜਾ ਗਮਿਆ। ਇਹ ਬੰਦਾ 100% ਗਲਤ ਆ ਜੀ, ਮੈਂ ਗਵਾਹੀ ਦੇਣ ਨੂੰ ਤਿਆਰ ਹਾਂ। ਅੱਛਾ, ਥੈਂਕ ਯੂ ਬੁੱਟਰ ਸਾਹਿਬ, ਮਿਹਰਬਾਨੀ। ਬਹੁਤ ਝੂਠ ਬੋਲ ਰਿਹਾ ਸਰ, 100% ਝੂਠ ਬੋਲ ਰਿਹਾ। ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ। ਕਾਲ ਬੋਲੋ। ਸਤਿ ਸ਼੍ਰੀ ਅਕਾਲ ਬੱਸੀ ਭਾਜੀ। ਜੀ ਬੋਲੋ ਜੀ। ਭਾਜੀ ਮੈਨੂੰ ਪਤਾ ਕੀ ਲੱਗਦਾ ਸਟੋਰੀ ਦੇ ਵਿੱਚ, ਉਹ ਐਦਾਂ ਹੋਈ ਹੋਣੀ ਆ ਕਿ 2009 ਦੇ ਵਿੱਚ ਮੁੰਡੇ ਨੇ ਢੇਰ ਸਾਰਾ ਪੈਸਾ ਇਹਨੂੰ ਬੁੱਟਰ ਸਾਹਿਬ ਨੂੰ ਦੇ ਦਿੱਤਾ, ਠੀਕ ਹੈ ਜੀ। ਤੇ ਉਹਦੇ ਬਾਅਦ ਦੇ ਵਿੱਚੋਂ ਬੁੱਟਰ ਸਾਹਿਬ 2010 ਦੇ ਵਿੱਚ ਕੈਨੇਡਾ ਆ ਗਏ। ਉਹੀ ਪੈਸਾ ਪੂਸਾ ਨਹੀਂ ਵੰਡ ਕੇ ਆਪਸ ਦੇ ਵਿੱਚ। ਇਹ ਮੁੰਡੇ ਨਾਲ ਧੋਖਾ ਹੋਇਆ ਲੱਗਦਾ ਜੀ। ਓਕੇ, ਅਗਲੀ ਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਮੈਂ ਕਹਿਣਾ ਸੀ ਤੁਹਾਨੂੰ ਜਿਹੜਾ ਟਰੰਪ ਦਾ ਡਿਬੇਟ ਕੱਲ ਹੋਇਆ, ਤੁਹਾਨੂੰ ਉਹਦਾ ਮੋਡਰੇਟਰ ਬਣਨਾ ਚਾਹੀਦਾ ਸੀ। ਹਾਂਜੀ, ਤੁਹਾਨੂੰ ਉਹਦਾ ਮੋਡਰੇਟਰ ਬਣਨਾ ਚਾਹੀਦਾ ਸੀ। ਤੁਸੀਂ ਤਾਂ ਮਾਫੀ ਮੰਗਾ ਲਈ ਨਾ, ਤਾਂ ਗੁੱਡ ਜੌਬ ਤੁਸੀਂ ਕਰਦੇ ਆ। ਪਰ ਮੇਰਾ ਖਿਆਲ ਕਸੂਰ ਤੁਸੀਂ ਪੁੱਛਦੇ ਆ, ਜਿਹੜੀ ਲਾਲਚ ਆ ਬਾਹਰ ਆਉਂਦੀ, ਆਈ ਥਿੰਕ ਉਹਦਾ ਕਸੂਰ ਆ ਜ਼ਿਆਦਾ। ਕੁਝ ਕਹਿਣਾ ਚਾਹੁੰਦੇ ਆ ਪ੍ਰੇਸਲ ਸਾਹਿਬ? ਕੀ ਕਹਿੰਦੇ ਭੈਣ ਜੀ? ਜੀ ਐਪਰੀਸ਼ੀਏਟ ਕਰ ਰਹੇ ਨੇ ਜੀ। ਕਹਿੰਦੇ ਜਿਹੜੀ ਕੱਲ ਸਪੀਚ ਹੋ ਰਹੀ ਸੀ ਟਰੰਪ ਸਾਹਿਬ ਦੀ, ਉਹਦੇ ਚ ਵੀ ਮੋਡਰੇਟਰ ਤੁਹਾਨੂੰ ਹੋਣਾ ਚਾਹੀਦਾ ਸੀਗਾ ਜੀ। ਟਰਾਈ ਕਰ ਰਹੇ ਆ ਜੀ ਬਸ, ਬਟ ਬਿਜੀ ਸਕੇਜੂਲ ਆ ਜੀ, ਜਾ ਨਹੀਂ ਸਕਦੇ ਸ਼ੋਅ, ਫਿਰ ਇਧਰੋਂ ਵੀ ਬੰਦ ਕਰਨਾ ਪੈਣਾਗਾ ਸਾਨੂੰ। ਟਰੰਪ ਇਜ਼ ਨਾਟ ਇੰਪੋਰਟੈਂਟ ਫਾਰ ਮੀ, ਇਜ਼ ਇੰਪੋਰਟੈਂਟ ਜੀ। ਬਿਲਕੁਲ ਜੀ, ਸਾਡੀ ਪੰਜਾਬੀ ਕਮਿਊਨਿਟੀ, ਹਰ ਇੱਕ ਕਮਿਊਨਿਟੀ ਦੇ ਲਈ ਮੇਰੇ ਵਾਸਤੇ ਇਸ ਵੇਲੇ ਜਿਹੜਾ ਡਿਬੇਟ ਦੇ ਵਿੱਚ ਬੁੱਟਰ ਇੰਪੋਰਟੈਂਟ ਦੈਨ ਟਰੰਪ। ਓਕੇ, ਮੈਂ ਤਾਂ ਹਾਸਾ ਕਰਦੀ ਆ। ਓਕੇ, ਥੈਂਕ ਯੂ। ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ ਜੀ। ਬਾਸੀ ਸਾਹਿਬ, ਜਿਹੜਾ ਇਹ ਬੁੱਟਰ ਹੈ ਜੀ, ਇਹ ਧੋਖਾਧੜੀ ਦਾ ਬੰਦਾ ਹੀ ਇਹੋ ਹੈ ਜੀ ਸਾਰਾ। ਪੈਸੇ ਜ਼ਰੂਰ ਘੱਟ ਹੋ ਸਕਦੇ ਆ ਜੀ, 35 ਤੋਂ 30 ਹੋ ਸਕਦਾ, ਪਰ ਬੁੱਟਰ ਦਾ ਕਸੂਰ ਜ਼ਿਆਦਾ ਹੈ ਜੀ ਇਹਦੇ ਵਿੱਚ। ਥੈਂਕ ਯੂ ਸੋ ਮਚ। ਅਗਲੀ ਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜੀ। ਜੀ ਬੋਲੋ ਜੀ ਬੋਲੋ। ਹਾਂਜੀ, ਇਹ ਜਿਹੜੀ ਮੇਰੀ ਜੱਜਮੈਂਟ ਹੈ ਵੀ ਜਿਹੜਾ ਮੁੰਡਾ ਹੈ ਨਾ, ਉਹ ਵੀ ਸੱਚਾ ਹੈ, ਕਿਉਂਕਿ ਉਹਨੇ ਇਹ ਨਹੀਂ ਕਹਿ ਸਕਦੇ ਵੀ ਉਹਨੇ 35 ਦਿੱਤਾ ਹੈ ਕਿ ਜਾਂ 17 ਦਿੱਤਾ, ਕਿੰਨੇ ਪੈਸੇ ਦਿੱਤੇ, ਲੇਕਿਨ ਦਿੱਤੇ ਨੇ। ਔਰ ਇੱਕ ਬਿਜ਼ਨਸ ਵਿਆਹ ਸੀ ਵੀ ਉਹਨੇ ਕੈਨੇਡਾ ਆਉਣਾ ਸੀ। ਤੇ ਬਾਕੀ ਜਿਹੜਾ ਬੁੱਟਰ ਸਾਹਿਬ ਤੇ ਆਪਣੀ ਬਲਵਿੰਦਰ ਕੌਰ ਤੇ ਜਿਸ ਲੜਕੀ ਨਾਲ ਮੈਰਿਜ ਕੀਤੀ ਹੈ ਨਾ, ਇਹ ਇੱਕ ਸੇਮ ਪਾਰਟੀ ਨੇ। ਇਹਨਾਂ ਨੂੰ ਪੈਸੇ ਸਾਰੇ ਨਿਕਤੇ ਇਹਨਾਂ ਨੇ ਖਾਦੇ ਨੇ।
ਤੇ ਆਪਾਂ ਜਿਹੜੀ ਲੜਕੀ ਨਾਲ ਮੈਰਿਜ ਕੀਤੀ ਉਹਨੂੰ ਵੀ ਆਪਾਂ ਸ਼ਰੀਫ ਨਹੀਂ ਕਹਿ ਸਕਦੇ ਵੀ ਹਾਂਜੀ ਬੜੀ ਬੱਚੀ ਸੀ ਜਾਂ ਉਹ ਸੀ, ਕਿਉਂਕਿ ਉਹਦਾ ਵੀ ਹੱਥ ਪੂਰਾ ਹੈ। ਕਿਉਂਕਿ ਨਹੀਂ ਹੋਲਡ ਔਨ ਸੁਣੋ ਗੱਲ ਧਿਆਨ ਨਾਲ। ਉਹ ਜਿਹੜੀ ਬੱਚੀ ਲੈ ਕੇ ਕਿਸੇ ਦੀ ਧੀ ਜਿਹੜੀ ਆ ਉਹ ਬੱਚੀ ਕੈਨੇਡੀਅਨ ਹੈ ਤੇ ਉਹ ਬੱਚੀ ਜਿਹੜੀ ਆ 18 ਸਾਲ ਦੀ ਆ। 18 ਸਾਲ ਦੇ ਬੱਚੇ ਨੂੰ ਬਲਗਾ ਲੈਣਾ, ਆਪਣੀਆਂ ਨਾਲ ਹਿਪਨੋਟਾਈਜ਼ ਕਰ ਲੈਣਾ, ਇਹ ਇਸ ਔਰਤ ਦਾ ਕੰਮ ਹੈ। ਸੋ ਅਸੀਂ ਇਸ ਔਰਤ ਨੂੰ ਲੋਕਾਂ ਸਾਹਮਣੇ ਲੈ ਕੇ ਆ ਰਹੇ ਹਾਂ। ਅਸੀਂ ਇੱਥੇ ਕੇਸ ਰਜਿਸਟਰ ਇੱਕ ਹੋਰ ਕਰਾ ਰਹੇ ਹਾਂ, ਕੈਨੇਡਾ ਵਿੱਚ ਵੀ ਕੇਸ ਰਜਿਸਟਰ ਕਰਾਵਾਂਗੇ ਕਿ ਇਹ ਬਲਵਿੰਦਰ ਕੌਰ ਨਾ ਸਾਨੂੰ ਕਾਲ ਕਰੇ, ਅਸੀਂ ਕੰਟੈਕਟ ਕਰਾਂਗਾ। ਅਸੀਂ ਇਹਨਾਂ ਨੂੰ ਇਹਦਾ ਨੰਬਰ ਲੱਭ ਕੇ ਜਿਹੜੇ ਲੋਕ ਇਹ ਗੁੜਿਆਂ ਦੀ ਹੈ ਔਰ ਆਈ ਗੋਇੰਗ ਟੂ ਫਾਈਂਡ ਆਊਟ, ਮੈਂ ਪੁਲਿਸ ਨੂੰ ਫੋਨ ਕਰਾਂਗਾ ਨਕੋਦਰ, ਇਹਦਾ ਪਤਾ ਕਰੇ ਕਿੱਥੋਂ ਦੀ ਆ, ਇਹ ਕੌਣ ਰਿਲੇਟਡ ਨੇ। ਇਹਨੇ ਵੀ ਇੰਡੀਆ ਜਾ ਕੇ 50 ਸਾਲ ਦੀ ਉਮਰ ਵਿੱਚ ਕਿਸੇ ਬੰਦੇ ਨਾਲ ਵਿਆਹ ਕਰਾ ਕੇ ਉੱਥੋਂ ਹੀ ਪੈਸੇ ਲੈ ਲਿਆ ਇਸ ਔਰਤ ਨੇ ਵੀ। ਹਾਂਜੀ, ਤੇ ਤੁਸੀਂ ਕੋਸ਼ਿਸ਼ ਕਰੋ 18 ਸਾਲ ਦੀ ਬੱਚੀ ਉਹਨੂੰ ਵੀ ਆਨਲਾਈਨ ਤੇ ਲੈਣ ਦੀ ਕੋਸ਼ਿਸ਼ ਕਰੋ। ਨਹੀਂ, ਬੱਚੇ ਨੂੰ ਨਹੀਂ ਮਿਲਿਆ ਹੋਣਾ, ਉਹਦੀ ਲਾਈਫ ਜਿਹੜੀ ਹੈ ਉਹ 18 ਸਾਲ ਦੀ ਹੋ ਚੁੱਕੀ ਹੈ ਨਾ। Excuse me, please listen to me, because she is now married. I don't want to disturb her married. ਚਲੋ that's up to you. Not up to me. ਤੁਸੀਂ ਕੋਸ਼ਿਸ਼ ਕਰੋ ਕਿ ਇੱਕ ਲੜਕੀ ਛੋਟੀ ਉਮਰ ਦੀ ਅਵਸਥਾ ਦੇ ਵਿੱਚ ਕਿਸੇ ਨੇ ਉਹਨੂੰ ਫਸਾ ਲਿਆ, ਗਲਤ ਕੰਮ ਕਰਾ ਲਿਆ, ਹੁਣ ਉਹ ਸ਼ਾਦੀशुदा ਹੋ ਚੁੱਕੀ ਆ। I don't want to touch ਉਹਦੀ ਮਤਲਬ ਲਾਈਫ ਟੱਚ ਨਹੀਂ ਮੈਂ ਕਰਨਾ ਚਾਹੁੰਦਾ। I'm so sorry. ਕਿਉਂਕਿ ਕਲੀਅਰ ਦਿਖਾਈ ਦੇ ਰਿਹਾ ਨਾ, ਪੈਸਾ ਨਾ ਸਾਰਿਆਂ ਨੇ ਖਾਦਾ ਜੀ। I know ਬੱਚੇ ਦਾ ਕਸੂਰ ਨਹੀਂ ਉਹਦੇ ਵਿੱਚ, ਕਸੂਰ ਇਹਨਾਂ ਦੋ ਆ ਜਿਹੜੇ ਬਦਮਾਸ਼ ਨੇ, ਇੱਕ ਲੜਕੀ ਅਤੇ ਇੱਕ ਬੰਦਾ। ਮਿਹਰਬਾਨੀ ਜੀ, ਥੈਂਕ ਯੂ। ਨੈਕਸਟ ਕਾਲ ਜੀ, ਸੁਖਪਾਲ ਗੋਹਟ ਜੀ। ਹਾਂਜੀ, ਬੱਚੀ ਦਾ ਕੋਈ ਕਸੂਰ ਨਹੀਂ, ਉਹ ਵੱਡਾ ਕਸੂਰ ਆ ਇਹਨਾਂ ਦਾ। ਬੱਚੀ ਨੂੰ ਬੁਲਵਾ ਕੇ ਤੇ ਨਾਲ ਲੈ ਗਏ ਆ ਜੀ। ਤੇ ਗਾਹਾਂ ਜਿਹੜਾ ਵਿਆਹ ਕੀਤਾ ਉਦੋਂ ਵੀ ਸਾਡਾ ਰੇਡੀਓ ਪ੍ਰੋਗਰਾਮ ਚੱਲਦਾ ਸੀ, ਉਦੋਂ ਤਾਂ ਇਹਨਾਂ ਨੇ ਸਾਨੂੰ ਦੱਸਿਆ ਨਹੀਂ ਵੀ ਅਸੀਂ ਪੈਸੇ ਲੈ ਕੇ ਵਿਆਹ ਕਰਨ ਚ ਲੱਗੇ ਆ। ਇਹਨਾਂ ਨੂੰ ਕੋਈ ਪੈਸਾ ਨਹੀਂ ਮਿਲਣਾ ਚਾਹੀਦਾ, ਜਿਹੜੇ ਬੁੱਟਰ ਨੇ ਦੇਤੇ, ਗਲਤੀ ਦੋਨਾਂ ਦੀ ਆ। ਓਕੇ ਜੀ, ਅਗਲੀ ਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਗਲੀ ਕਾਲ ਡੀਪੀ ਪੀਪੀਐਮ ਟਰਾਂਸਪੋਰਟ, ਬੋਲੋ ਜੀ। ਹਾਂਜੀ, ਮੈਂ ਇੱਕ ਚੀਜ਼ ਦੇਖੀ ਭਾਜੀ, ਮੈਨੂੰ ਲੱਗਦਾ ਕਿ ਦੋਨਾਂ ਚ ਪ੍ਰੋਬਲਮ ਹੈਗੀ ਆ, ਕਿਉਂਕਿ ਉਹਨਾਂ ਤੋਂ 100% ਪੈਸੇ ਲਏ ਆ ਜੀ ਦੂਜੀ ਪਾਰਟੀ ਨੇ। ਮੁੰਡੇ ਵਾਲੇ ਵੀ ਮੈਨੂੰ ਲੱਗਦਾ, ਕਿਉਂਕਿ ਜਦੋਂ ਉਹਦੇ ਮੁੰਡੇ ਦੇ ਆਪਣੇ ਫਾਦਰ ਦੇ ਨਾਲ ਦੀ ਜਿਹੜੀ ਸਟੇਟਮੈਂਟ ਆ ਉਹ ਨਹੀਂ ਮੈਚ ਕਰ ਰਹੀ। ਉਹ ਮੁੰਡਾ ਕਹਿੰਦਾ ਵੀ ਵਿਆਹ ਤੋਂ ਬਾਅਦ 2 ਦਿਨਾਂ ਬਾਅਦ ਮੈਨੂੰ ਪਤਾ ਲੱਗਾ ਉਹਨਾਂ ਨੂੰ ਲੋੜ ਪਈ ਪੈਸੇ ਦੀ। ਉਹਦੇ ਫਾਦਰ ਸਾਹਿਬ ਕਹਿੰਦੇ ਆ ਜੀ ਉਹਨਾਂ ਨੇ ਸਾਨੂੰ 2 ਦਿਨ। ਥੈਂਕ ਯੂ ਸੋ ਮਚ, ਆਈ ਗॉट ਦ ਸਟੋਰੀ, ਵੀ ਨੋ ਦ ਸਟੋਰੀ। ਥੈਂਕ ਯੂ। ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ, ਹਰਪ੍ਰੀਤ ਜੀ, ਤੁਹਾਡੀ ਆਵਾਜ਼ ਇੱਕ ਵਾਰੀ ਬੋਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ? ਹਾਂਜੀ, ਪਿੱਛੇ ਆਵਾਜ਼ ਬੰਦ ਕਰੋ ਆਪਣੀ। ਹਾਂਜੀ ਜੀ। ਬਾਸੀ ਸਾਹਿਬ, ਮੈਂ ਤੇ ਇਹ ਕਹਿਣਾ ਚਾਹਾਂਗਾ, ਜਿੱਥੇ ਚਲੋ ਪੈਸੇ ਖਾਣ ਵਾਲੇ ਦੋਸ਼ੀ, ਉਸ ਤੋਂ ਵੱਡੇ ਮੁੰਡੇ ਵਾਲੇ ਵੀ ਤਾਂ ਉਨੇ ਹੀ ਦੋਸ਼ੀ ਹੈ ਨਾ। ਆਪਾਂ ਸਾਰੇ ਕਹੀ ਤੇ ਜਾਂਦੇ ਆ ਇਹ ਦੋਸ਼ੀ ਹੈ ਤੇ ਦੋਸ਼ੀ ਹੈ ਹੀ ਐਵੇਂ। ਤੇ ਇਹਨਾਂ ਨੂੰ ਨਹੀਂ ਪਤਾ ਵੀ ਉਹ ਕੁੜੀ ਦਾ ਕੋਈ ਅੱਗੇ ਪਿੱਛੇ ਨਹੀਂ, ਕੋਈ ਮਾਂ ਬਾਪ, ਕਿਹੜਾ ਬੱਚਾ ਰਿਸ਼ਤੇ ਦਾ ਏਦਾਂ ਰਿਸ਼ਤਾ ਕਰਦਾ ਇੰਡੀਆ 'ਚ। ਆਪਾਂ ਵੀ ਸਾਰੇ ਇੰਡੀਆ ਤੋਂ ਆਏ ਆ ਜੀ। ਮੈਂ ਇਹ ਸਵਾਲ ਆਲਰੇਡੀ ਪਹਿਲਾਂ ਕੀਤਾ ਸੀ ਕਿ ਤੂੰ ਪੁੱਛਿਆ ਨਹੀਂ ਆਪਣੀ ਵਾਈਫ ਨੂੰ, ਮੰਮੀ ਡੈਡੀ ਨੇ ਮੇਰੇ ਨਾਲ ਗੱਲ ਕਰਾ। ਹਾਂਜੀ, ਸੋ ਆਪਣਾ ਉਹ ਫੋਨ ਐਕਸਚੇਂਜ ਕੀਤਾ। ਉਹ ਕਹਿੰਦੇ ਸੀ ਨਹੀਂ, ਬਲਵਿੰਦਰ ਕੌਰ ਕਹਿੰਦੀ ਹੈ ਕਿ ਮੈਂ ਆਪੇ ਤੇਰੀ ਗੱਲ ਕਰਾਇਆ ਕਰੂੰਗੀ। ਬਲਵਿੰਦਰ ਕੌਰ ਪਿੰਡ ਗੁੜਿਆਂ ਦੀ ਆ, ਔਰ ਜਿਹੜੀ ਕਿ ਕੁੜੀ ਕੈਨੇਡਾ ਵਿੱਚੋਂ ਲੈ ਕੇ ਗਈ ਆ, ਕੁੜੀ ਛੋਟੀ ਉਮਰ ਦੀ ਆ। ਹੁਣ ਅਸੀਂ ਕੁੜੀ ਦੇ ਨਾਲ ਗੱਲ ਨਹੀਂ ਕਰਨੀ, ਨਾ ਕੁੜੀ ਦੇ ਬਾਰੇ ਵਿੱਚ ਹੋਰ ਗੱਲ ਕਰਨੀ ਚਾਹੁੰਦੇ, ਕਿਉਂਕਿ ਅਸੀਂ ਉਸ ਬੱਚੇ ਦੀ ਰਿਸਪੈਕਟ ਕਰਦੇ ਆ। ਪਰ ਬਲਵਿੰਦਰ ਕੌਰ ਅਤੇ ਬੁੱਟਰ ਉਹਨਾਂ ਨੂੰ ਅਸੀਂ ਹਾਈਲਾਈਟ ਕਰਾਂਗੇ, ਕਿਉਂਕਿ ਇਹ ਜਿਹੜੇ ਨੇ ਇਹ ਵਿਕਟਮ ਨੇ ਅਤੇ ਪੁਲਿਸ ਨੂੰ ਵਾਂਟਡ ਵੀ ਨੇ ਪੰਜਾਬ ਦੇ ਵਿੱਚ। ਨਹੀਂ, ਇਹ ਤੇ ਠੀਕ ਹੈ ਬਾਸੀ ਸਾਹਿਬ, ਅਸੀਂ ਵੀ ਸਹਿਮਤ ਆ ਇਸ ਗੱਲ ਨਾਲ। ਪਰ ਤੁਸੀਂ ਕੀ ਇਹ ਗੱਲ ਮੰਨ ਸਕਦੇ ਹੋ ਵੀ 1 ਮਹੀਨਾ ਜਿਹਦੇ ਨਾਲ ਕੋਈ ਵਾਈਫ ਰਹੀ ਹੋਵੇ, ਹਸਬੈਂਡ ਵਾਈਫ ਵਾਲੇ ਰਿਲੇਸ਼ਨ ਹੋਣ, ਤੇ ਉਹਨਾਂ ਨੂੰ ਉਹਨਾਂ ਦੇ ਰਿਸ਼ਤੇ ਨਾਤਿਆਂ ਬਾਰੇ ਪਤਾ ਹੀ ਨਾ ਹੋਵੇ ਇੱਕ ਦੂਜੇ ਨੂੰ ਕੋਈ ਵੀ? ਮੈਂ ਪੁੱਛਿਆ ਔਰ ਉਹ ਜਿਹੜਾ ਗੱਲ ਸਾਫ਼ ਨਹੀਂ ਕਰ ਰਿਹਾ, ਤੇ ਉਹ ਆਪਣੇ ਘੋੜੇ ਦੌੜਾਉਂਦੇ ਆ। ਪਰ ਇਸ ਦੇ ਵਿੱਚ ਇੱਕ ਸੱਚ ਹੈ ਕਿ ਪੈਸਾ ਇਨਵੋਲਵ ਸੀ ਅਤੇ ਇੱਕ ਫਰਾਡ ਸੀ ਬਹੁਤ ਵੱਡਾ ਹੈ। ਮਿਹਰਬਾਨੀ। ਉਹ ਤੇ ਹੈ, ਉਹ ਪੈਸਾ ਫਰਾਡ ਤੇ ਹੈ ਹੀ ਹੈ, ਇਹ ਤੇ ਦੋਸ਼ੀ ਹੈ ਹੀ ਹੈ। ਬਾਜੀ ਸਾਹਿਬ, ਇਹ ਵੀ ਕਿਸੇ ਤੋਂ ਜਿਹੜੇ ਮੁੰਡਾ ਵਾਲੀ ਪਾਰਟੀ ਹੈ, ਇਹ ਵੀ ਉਨੇ ਹੀ ਦੋਸ਼ੀ ਹੈ ਜਿੰਨੇ ਉਹ ਦੋਸ਼ੀ, ਉਨੇ ਹੀ ਇਹ ਦੋਸ਼ੀ। ਇਹਨਾਂ ਨੇ ਵੀ ਇੱਕ ਜੂਆ ਖੇਡਿਆ, ਮਤਲਬ ਪੈਸੇ ਦੇ ਕੇ ਇਹਨਾਂ ਨੇ ਖਰੀਦਿਆ। ਇਹ ਚਾਹੁੰਦੇ ਸੀ ਕਿ ਅਸੀਂ ਫਟਾਫਟ ਕੈਨੇਡਾ ਚੱਲ ਜਾਈਏ। ਜੂ ਰਾਈਟ। ਹਾਂਜੀ, ਥੈਂਕ ਯੂ ਸੋ ਮਚ ਜੀ। ਅਗਲੀ ਸਤਿ ਸ਼੍ਰੀ ਅਕਾਲ ਜੀ। ਕਾਲਰ ਗੋ ਹੈਡ। ਸਤਿ ਸ਼੍ਰੀ ਅਕਾਲ ਜੀ। ਬੋਲੋ ਜੀ। ਬਾਸੀ ਸਾਹਿਬ, ਇਹ ਸਰਾਸਰ ਝੂਠਾ ਵਾ ਬੁੱਟਰਾ, ਜਿਹੜਾ ਇਹ ਕੰਮ ਹੀ ਇੱਥੇ ਜਿੰਨਾ ਲੁੱਟਿਆ ਇਹਨਾਂ ਨੇ ਜੀ, ਫੋਟੋਗ੍ਰਾਫਰਾਂ ਨੇ, ਲੀੜੇ ਵਾਲਿਆਂ ਨੇ, ਇਹਨਾਂ ਨੇ ਲੁੱਟਿਆ। ਲੋਕਾਂ ਨੂੰ ਵਿੱਚ ਫਸਾ ਲੈਂਦੇ ਆ। ਬਹੁਤ ਬੰਦੇ ਉੱਥੇ ਵਿਚਾਰੇ ਆਈ ਮਾਂਜੇ ਬੈਠੇ, ਜਿਨ੍ਹਾਂ ਦੀ ਜ਼ਮੀਨ ਪਕਾਤੀ, ਵਿਚਾਰੇ ਉੱਥੇ ਬੈਠੇ ਹੀ ਰੋਈ ਜਾਂਦੇ ਆ ਤੇ ਪੈਸੇ ਲੈ ਕੇ ਆਪ ਹੁਣ ਬਾਹਰ ਭੱਜਿਆ। ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਠੱਗੀਆਂ ਮਾਰੀਆਂ ਹੋਣਗੀਆਂ ਜੀ ਇਹਨੇ। ਝੂਠਾ ਜੀ, ਇਹ ਸਰਾਸਰ ਝੂਠਾ। ਬਾਸੀ ਸਾਹਿਬ, ਮਿਹਰਬਾਨੀ। ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ। ਹਲੋ ਜੀ। ਹਾਂਜੀ, ਬੋਲੋ ਜੀ, ਬੋਲੋ। ਬਾਸੀ ਸਾਹਿਬ, ਰੌਲਾ ਇਹ ਮੁੰਡਾ ਤੇ ਦਾ ਪੇ ਫੜ ਕੇ ਦੋਨੇ ਅੰਦਰ ਦੇਣੇ ਚਾਹੀਦੇ ਆ, ਕਰਕੇ ਇਹਨਾਂ ਨੇ 18 ਸਾਲ ਦੀ ਬੱਚੀ ਨੂੰ ਬਰਗਲਾ ਕੇ ਉਹਦੇ ਨਾਲ ਗਲਤ ਕੰਮ ਕੀਤੇ ਆ। ਪਹਿਲਾਂ ਇਹਨਾਂ ਨੂੰ ਫੜ ਕੇ ਅੰਦਰ ਦਿਓ। ਇਹਨਾਂ ਨੇ ਇੱਕ ਨਿਆਣੇ ਨੂੰ ਬਰਗਾ ਕੇ ਉਹਦੇ ਨਾਲ ਗਲਤ ਕੰਮ ਕੀਤਾ। ਨਿਆਣੇ ਇੱਥੇ 18-20 ਸਾਲ ਦੇ ਮਗਰ ਲੱਗ ਜਾਂਦੇ ਆ ਪੈਸਿਆਂ ਦੇ ਕਰਕੇ, ਕਿਉਂਕਿ ਬਹੁਤ ਲੋਕਾਂ ਨੂੰ ਇੱਥੇ ਪੈਸੇ ਦੀ ਲੋੜ ਆ। ਇਸ ਕਰਕੇ ਪਹਿਲਾਂ ਮੁੰਡੇ ਤੇ ਰੇਪ ਚਾਰਜ ਲਾਓ ਜੀ,
ਇਹ ਤੇ ਲਵਾਓ, ਮੁੰਡਾ ਫੜੋ ਜਿਹੜੇ ਲੋਕ ਕੈਨੇਡਾ ਦੇ ਰਾਜ 'ਚ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨਾਲ ਖੇਡ ਰਹੇ ਆ। ਆਈ ਐਮ ਨਾਟ ਐਗਰੀ ਬਟ ਬੱਚਾ 18 ਸਾਲ ਦੀ ਉਮਰ ਦੇ ਵਿੱਚ ਸ਼ਾਦੀ ਲੀਗਲੀ ਤੌਰ ਤੇ ਹੋ ਸਕਦੀ ਹੈ, 18 ਸਾਲ ਤੋਂ ਘੱਟ ਨਹੀਂ ਸੀਗੀ। ਕਾਰਨ ਕਿ ਬਰਵਿੰਦਰ ਕੌਰ ਕਿਸੇ ਦੀ ਬਗਾਨੀ ਚੀਜ਼ ਨੂੰ ਪੰਜਾਬ ਵਿੱਚ ਲੈ ਕੇ ਜਾਂਦੀ ਹੈ ਔਰ ਉੱਥੇ ਜਾ ਕੇ ਡੀਲ ਬਣਾਉਂਦੀ ਹੈ ਅਤੇ ਡੀਲ ਜਿਹੜੀ ਹੈ ਇੱਕ ਫੋਟੋਗ੍ਰਾਫਰ ਗੁਰਮੇਲ ਸਿੰਘ ਬੁੱਟਰ ਦੇ ਸੁੱਖੀ ਸਟੂਡੀਓ ਵਿੱਚ ਬਣਦੀ ਹੈ। ਅਤੇ ਇਹ ਹੁਣ ਕਲੇਮ ਜਦੋਂ ਲੋਕ ਕਰਦੇ ਨੇ ਤੇ ਇਹ ਕਲੇਮ ਜਿਹੜਾ ਆ ਮੈਨੂੰ ਪਤਾ ਕਿ ਵਾਧੂ ਕਰਦੇ ਨੇ, 35 ਲੱਖ ਨਹੀਂ ਹੋ ਸਕਦਾ, ਪੈਸਾ ਜ਼ਰੂਰ ਇਨਵੋਲਵ ਹੈ। ਉਹਦੇ ਮੁਤਾਬਕ 16 ਲੱਖ ਉਹ ਆਪ ਦੱਸ 16-17 ਲੱਖ ਉਹ ਕਹਿੰਦਾ ਕਿ ਇਨਵੋਲਵ ਹੈ ਪੈਸਾ ਸੀਗਾ। ਤੇ ਉਹਨੇ ਫਿਰ ਮੈਂ ਕਹਿੰਦਾ ਮੈਂ ਪੈਸਾ ਲਿਆ ਨਹੀਂ, ਮੈਂ ਜੇ ਲਿਆ ਨਹੀਂ ਤਾਂ 10 ਲੱਖ ਰੁਪਏ ਤੂੰ ਕਿਉਂ ਵਾਪਸ ਕੀਤਾ? ਇਹ ਪੈਸਾ ਸਾਰੇ ਦਾ ਸਾਰਾ ਗੁਰਮੇਲ ਸਿੰਘ ਬੁੱਟਰ ਦੇ ਹੱਥ ਵਿੱਚ ਗਿਆ ਔਰ ਉਹਨੇ ਗਾਂ ਕਿੰਨਾ ਇਹਨਾਂ ਨੇ ਸਪਲਿਟ ਕੀਤਾ, ਕਿੰਨਾ ਨੇ ਦਿੱਤਾ। ਕੁੜੀ ਨੇ ਮੁੜ ਕੇ ਜਾ ਕੇ ਗੱਲ ਨਹੀਂ ਕੀਤੀ, ਕੁੜੀ ਦਾ ਨੰਬਰ ਨਹੀਂ ਦਿੱਤਾ, ਕੁੜੀ ਦੇ ਮਾਪੇ ਨਾਲ ਗੱਲ ਨਹੀਂ ਕੀਤੀ ਮੁੰਡੇ ਨੇ, ਅਤੇ ਨਾ ਹੀ ਉਹਨਾਂ ਨੂੰ ਗੱਲ ਕਰਾਈ ਗਈ ਹੈ ਮੁੰਡੇ ਦੀ ਡਿਮਾਂਡ ਤੇ। ਸੋ ਇਸ ਲਾਸਟ ਕਾਲ ਆਵਾਂਗਾ ਆਫ ਦੀ ਸ਼ੋ। ਹਾਂਜੀ ਕਾਲਰ ਗੋ ਹੈਡ। ਹੈਲੋ। ਹਾਂਜੀ ਵਾਸੀ ਸਾਹਿਬ, ਇਸ ਮਾਮਲੇ ਦੇ ਵਿੱਚ ਮੈਂ ਸਿਰਫ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਇੱਕ ਬੰਦਾ ਫਰਾਡਸਟਰ ਸੀਗਾ, ਉਹ ਕੈਨੇਡੀਅਨ ਇਮੀਗ੍ਰੇਸ਼ਨ ਦੇ ਨਾਲ ਫਰਾਡ ਕਰਨਾ ਚਾਹੁੰਦਾ ਸੀ ਤੇ ਉਲਟਾ ਹੋ ਗਿਆ ਉਹਦੇ ਨਾਲ ਹੀ। ਸੋ ਇਸ ਕਰਕੇ ਦੋਵੇਂ ਗਿਲਟੀ ਆ ਤੇ ਇਹਨਾਂ ਦੇ ਪੈਸੇ ਵਾਪਸ ਨਹੀਂ ਮਿਲਣੇ ਚਾਹੀਦੇ। ਆਈ ਸੀ, ਵੈਰੀ ਗੁੱਡ। ਠੀਕ ਹੈ ਜੀ। ਪੈਸੇ ਇਹਨੂੰ ਕਹਿੰਦੇ ਆ ਜੀ ਚੋਰਾਂ ਨੂੰ ਮੋਰ ਪੈਣੇ। ਆਈ ਸੀ। ਚੋਰਾਂ ਨੂੰ ਮੋਰ। ਹਾਂਜੀ, ਚੋਰਾਂ ਨੂੰ ਮੋਰ ਪੈ ਗਏ ਆ ਜੀ। ਹਾਂ, ਚੋਰਾਂ ਨੂੰ ਮੋਰ ਪੈ ਗਿਆ। ਇਮੀਗ੍ਰੇਸ਼ਨ ਦੇ ਨਾਲ ਫਰਾਡ ਕਰਨਾ ਚਾਹੁੰਦਾ ਸੀ ਤੇ ਉਲਟਾ ਉਹਦੇ ਨਾਲ ਹੀ ਫਰਾਡ ਹੋ ਗਿਆ। ਪਰ ਮੋਰ ਜਿਹੜੇ ਚੋਰਾਂ ਨੂੰ ਨਹੀਂ ਪੈਂਦੇ ਕਦੇ, ਮੈਂ ਹੈਰਾਨ ਆ। ਚੋਰਾਂ ਨੂੰ ਮੋਰ ਪੈ ਗਏ ਨਾ ਤੇ ਏਦਾਂ ਪੈਂਦੇ ਆ ਨਾ। ਆਈ ਸੀ, ਮਿਹਰਬਾਨੀ ਜੀ। ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ, ਬੋਲੋ ਕਾਲਰ। ਹੈਲੋ ਜੀ, ਬੋਲੋ, ਪ੍ਰੋਸੀਡ ਕਰੋ। ਹਾਂਜੀ ਸਤਿ ਸ਼੍ਰੀ ਅਕਾਲ ਭਾਈ, ਮੈਂ ਪੁੱਛਣਾ ਜਿਹੜੀ ਜਨਾਨੀ ਹੈ ਜਲੰਧਰ ਕੋਲੇ ਖੜੇ ਦੀ ਆ ਜਾਂ ਚੌਂਕੀਮਾਨ ਕੋਲੇ ਗੁੜੇ ਆ ਉੱਥੋਂ ਦੀ? ਨਹੀਂ ਗੁੜੇ ਆ ਜਿਹੜੇ ਆਪਣੇ ਸ਼ੰਕਰ ਦੇ ਕੋਲ ਗੁੜੇ ਆ ਜੀ। ਚੌਂਕੀਮਾਨ ਕੋਲੇ ਜਾਂ ਜਗਰਾਉਂ ਕੋਲੇ? ਢਾਲੀਵਾਲ ਨਹੀਂ ਹੈ, ਜੜਿਆਲਾ ਢਾਲੀਵਾਲ ਗੁੜੇ ਉਹ ਆ ਇਹ। ਉਹ ਗੁੜੇ ਠੀਕ ਆ। ਓਕੇ ਸੌਰੀ, ਮੇਰਾ ਪਿੰਡ ਗੁੜੇ ਲੁਧਿਆਣੇ ਕੋਲੇ ਸੀ ਚੌਂਕੀਮਾਨ। ਨਹੀਂ ਉਹ ਨਹੀਂ ਹੈ, ਪੁੱਛਿਆ ਸੀ ਉਹ ਨਹੀਂ। ਓਕੇ ਥੈਂਕ ਯੂ। ਓਕੇ ਥੈਂਕ ਯੂ ਵਾਸੀ ਸਾਹਿਬ, ਥੈਂਕ ਯੂ ਸੋ ਮਚ। ਸੋ ਅਜੀਬ ਸਟੋਰੀ ਸੀ ਗੋਨਾ ਪੰਜਾਬ ਵਿੱਚ। ਆਈ ਸੀ ਆਪਣੇ ਗੁਰਦੀਪ, ਤੁਸੀਂ ਲਾਈਨ ਤੇ ਹੋ? ਹਾਂਜੀ ਸਰ ਜੀ। ਗੁਰਦੀਪ ਜੀ, ਇੱਕ ਮੈਂ ਤੁਹਾਡੇ ਕੋਲ ਬੇਨਤੀ ਕਰਨੀ ਚਾਹਾਂਗਾ, ਜੇ ਸੱਚ ਦੱਸੋਗੇ ਤਾਂ ਤੁਹਾਡਾ ਪੈਸਾ ਜਿਹੜਾ ਬਾਕੀ ਦਾ ਉਹ ਮੈਂ ਦਿਵਾਉਣ ਦੀ ਕੋਸ਼ਿਸ਼ ਵਿੱਚ ਸਫਲਤਾ ਜ਼ਰੂਰ ਸਾਨੂੰ ਮਿਲ ਸਕਦੀ ਹੈ, ਕਿਉਂਕਿ ਕਮਿਊਨਿਟੀ ਮੇਰੇ ਨਾਲ ਹੈ। ਕਾਨੂੰਨ ਦੇ ਮੁਤਾਬਕ ਤੁਹਾਨੂੰ ਇਨਸਾਫ ਦਿਵਾਇਆ ਜਾ ਸਕਦਾ ਹੈ। ਪੁਲਿਸ ਨੇ ਆਲਰੇਡੀ ਚਾਰਜ ਕਰ ਲਏ ਨੇ, ਭਗੌੜਾ ਕਰਾ ਦਿੱਤੇ ਗਏ ਨੇ ਅਤੇ ਇਹ ਕੋਰਟ ਦੇ ਵਿੱਚ ਤੁਸੀਂ ਕਲੇਮ ਕੀਤਾ 70 ਲੱਖ ਦਾ। ਇਹ 70 ਲੱਖ ਤੁਹਾਨੂੰ ਪ੍ਰੂਫ ਵੀ ਕਰਨਾ ਪੈਣਾ ਜਾਂ ਸਾਹਮਣੇ ਕਿ 70 ਲੱਖ ਤੁਸੀਂ ਜਾਂ 35 ਲੱਖ 10 ਸਾਲ ਦਾ 40 ਲੱਖ ਦਾ ਵਿਆਜ ਦਾ ਜਾਂ ਮੇਰੀ ਕੋਈ ਉਮਰ ਦਾ ਮਹਿੰਗੀ ਉਹਨੇ ਨੇ ਮੇਰੀ, ਇਹਨਾਂ ਨੇ 10 ਸਾਲ। ਆਈ ਅੰਡਰਸਟੈਂਡ। ਜਦੋਂ ਲਿਟੀਗੇਸ਼ਨ ਕੇਸ ਦੇ ਵਿੱਚ ਬਹੁਤ ਕੁਝ ਕਾਊਂਟ ਕਰਕੇ ਪਲੱਸ ਬਣ ਕੇ 70 ਲੱਖ ਲਿਟੀਗੇਸ਼ਨ ਤੱਕ ਚਲੇਗਾ। ਆਈ ਅੰਡਰਸਟੈਂਡ, ਪਰ ਟੈਲ ਮੀ ਟਰੂ ਵਨ ਥਿੰਗ, ਲਾਸਟ ਵਿੱਚ ਝੂਠੀ ਬੋਲਣਾ। ਇਹ ਤੈਨੂੰ ਪਤਾ ਸੀ ਬੇਟਾ ਕਿ ਇਹ ਕੁੜੀ ਜਿਹੜੀ ਆਈ ਹੈ ਉਹਦੇ ਮਾਂ-ਬਾਪ ਨਹੀਂ ਹੈ? ਇਹ ਮੰਨਣ ਨੂੰ ਤਿਆਰ ਆ ਕਿ ਹੋਰੇ ਕਿਸੇ ਦੇ ਨਾਲ ਕੁੜੀ ਆਈ ਤੇ ਕੁੜੀ ਕਿਸੇ ਦੀ ਆ? ਇਹ ਸਰ ਤੁਸੀਂ ਕਹਿਣਾ ਜੀ? ਹਾਂਜੀ, ਔਰ ਤੁਸੀਂ ਸੱਚ ਬੋਲੋਗੇ ਔਰ ਮੈਂ ਤੁਹਾਡਾ ਸਾਥ ਦੇਵਾਂਗਾ। ਦੂਜੀ ਗੱਲ ਇਹ ਆ ਕਿ 35 ਲੱਖ ਤੋਂ ਰਕਮ ਜਿਹੜੀ ਆ ਘੱਟ ਹੋਣੀ ਆ, ਜਿਹੜੀ ਕਿ ਤੁਸੀਂ 35 ਲੱਖ ਬਣਾ ਲਈ। ਕੋਈ ਕਿੱਥੇ ਵਕੀਲ ਤੁਹਾਡੇ ਕਹਿੰਦੇ ਹਿੰਦੁਸਤਾਨ ਦੇ ਕਿ ਤੁਸੀਂ ਇੰਨਾ ਕਹਿ ਦੋ, ਤੁਸੀਂ ਕਹਿਤਾ ਟੈਲ ਮੀ ਟਰੂ ਕਿ 20 ਲੱਖ ਸੀ ਜਾਂ 25 ਲੱਖ ਸੀ? ਜਸਟ ਟੈਲ ਮੀ ਟਰੂ, ਆਈ ਹੈਲਪ ਯੂ ਆਊਟ। ਮੈਂ ਤੁਹਾਨੂੰ ਪੂਰੀ ਹੈਲਪ ਕਰੂੰਗਾ, ਮੈਂ ਤੁਹਾਨੂੰ ਵਾਅਦਾ ਕਰਦਾ। ਨਹੀਂ ਉਹ ਕੋਈ ਗੱਲ ਨਹੀਂ, ਮੈਂ ਤੁਹਾਡੇ ਨਾਲ ਗੱਲ ਸਹਿਮਤ ਹਾਂ ਸਰ ਜੀ। ਮੈਂ ਤੁਹਾਡਾ ਇੱਕ ਮਿੰਟ ਗੱਲ ਸੁਣੋ ਗਰੀਬ, ਆਈ ਟੈਲ ਯੂ ਟਰੂ, ਮੈਂ ਤੁਹਾਨੂੰ ਵਾਅਦਾ ਕਰਦਾ ਮੈਂ ਜਹਾਜ਼ ਫੜ ਕੇ ਹੁਣੇ ਆਉਂਦਾ ਔਰ ਪੈਸੇ ਜੇ ਨਾ ਦੇਣਗੇ ਮੈਂ ਆਪਣੇ ਕੋਲ ਦੇਵਾਂਗਾ। ਟੈਲ ਮੀ ਟਰੂ ਕਿ ਇਹਦੇ ਵਿੱਚ ਸਹੀ ਅਮਾਉਂਟ ਕਿੰਨਾ? ਟੈਲ ਮੀ ਟਰੂ, ਝੂਠ ਨਾ ਬੋਲੀ। ਤੈਨੂੰ ਗੁਰੂ ਗ੍ਰੰਥ ਸਾਹਿਬ ਦੀ ਕਸਮ ਲੱਗੀ ਤੈਨੂੰ, ਜਸਟ ਟੈਲ ਮੀ ਟਰੂ। ਮੈਨੂੰ ਇਹਨਾਂ ਨੇ ਜੀ, ਮੇਰਾ ਸੁਣ ਲਓ, ਮੈਂ ਝੂਠ ਨਹੀਂ ਬੋਲਦਾ ਹੈਗਾ। ਇਹਨਾਂ ਨੇ 30 ਲੱਖ ਰੁਪਈਆ ਮੰਨ ਲਓ ਇਹ ਮੇਰਾ ਜ਼ਮੀਨ ਦਾ ਇਹ ਲੈ ਕੇ ਗਏ ਆ ਜੀ। ਜਿਹੜਾ ਉੱਪਰਲਾ 5 ਲੱਖ ਰੁਪਈਆ ਮੇਰੇ ਵਿਆਹ ਦਾ ਇਹਨਾਂ ਨੇ ਮੰਨ ਲਓ ਇਹ ਜਦੋਂ ਅਸੀਂ ਉਹ ਮੰਨ ਲਓ ਕਰਾਈ ਆ, ਸੌਰੀ ਇਹਨਾਂ ਦੇ FRI ਕਰਾਈ ਆ, ਉਦੋਂ ਉਹਨਾਂ ਨੇ 40 ਲੱਖ ਦਾ ਪਰਚਾ ਤਿਆਰ ਕਰਿਆ। ਨਹੀਂ, 40 ਲੱਖ ਦਾ ਪਰਚਾ ਤਿਆਰ ਕਰਨਾ ਕੋਰਟ ਵਿੱਚ ਕੀ ਕਹਿਣਾ? ਇਹ ਜਿਹੜੇ ਵਕੀਲ ਨੇ ਉਹ ਬੜਾ ਗਲਤ ਇਨਸਿਸਟ ਕਰਦੇ ਨੇ ਹਿੰਦੁਸਤਾਨ ਦੇ ਵਿੱਚ। ਟਰੂ ਐਂਡ ਸੁਣੋ ਗੱਲ ਮੇਰੀ, ਹੋਲਡ ਔਨ। ਤੁਹਾਡਾ ਖਰਚਾ ਕਿੰਨਾ ਹੋਇਆ ਵਿਆਹ ਤੇ? ਤੁਸੀਂ ਸਾਊਂਡ ਸਿਸਟਮ ਕਿਹੋ ਜਿਹਾ ਕੀਤਾ? ਤੁਸੀਂ ਸਿੰਗਰ ਸੱਦੇ ਆ? ਤੁਸੀਂ ਟੈਂਟ ਕਿਹੋ ਜਿਹਾ ਲਾਏ ਆ? ਕਿਹੜੇ ਹਾਲ ਚ ਕੀਤਾ? ਕਿੰਨੇ ਲੋਕ ਆ? ਸਾਰਿਆਂ ਨੂੰ ਖਸਮਾਂ ਨੂੰ ਖਾਵੇ। ਇੱਕ ਮੇਰੀ ਬੇਨਤੀ, ਜੇ ਮੇਰੀ ਮਦਦ ਚਾਹੁੰਦਾ ਗੁਰਦੀਪ ਸਿੰਘ, ਜੇ ਮੇਰੀ ਮਦਦ ਚਾਹੁੰਦਾ ਆ ਤੇ ਮੇਰੇ ਕੰਨ 'ਚ ਹੌਲੀ ਜਿਹੀ ਫੂਕ ਮਾਰ ਦੇ ਕਿ 20 ਲੱਖ ਦਿੱਤਾ ਜਾਂ 25। ਟੈਲ ਮੀ ਟਰੂ, ਜਸਟ ਉਸ ਤੋਂ ਬਾਅਦ ਗੱਲ ਖਤਮ। ਮੈਂ ਤੁਹਾਡੀ ਮਦਦ ਕਰੂੰਗਾ। ਜਸਟ ਝੂਠ ਨਹੀਂ ਬੋਲਦਾ, ਮੈਂ ਸੱਚ ਕਹਿਣਾ। 30 ਲੱਖ ਰੁਪਏ ਇਹਨਾਂ ਨੂੰ ਦਿੱਤਾ ਜੀ, ਪੂਰਾ ਕੈਸ਼ ਦਿੱਤਾ। ਮੈਂ ਉਵੇਂ ਹੀ ਦਿੱਤਾ, ਮੈਂ ਝੂਠ ਨਹੀਂ ਬੋਲਦਾ ਸਰ। ਓਕੇ, ਤੁਸੀਂ ਤੇ ਹੁਣ 35 ਤੋਂ 30 ਤੇ ਆ ਗਏ। ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਸੋ ਮਚ। ਹਾਂ ਮੈਂ ਸੱਚ ਬੋਲਦਾ, ਝੂਠ ਨਹੀਂ ਇਹ ਗੱਲ ਦਾ ਬੋਲਦਾ। ਓਕੇ, ਸੋ ਤੁਸੀਂ ਇਹ ਕਹਿ ਰਹੇ ਹੋ 35 ਪਹਿਲਾਂ ਕਿਹਾ ਸੀ, ਹੁਣ ਤੁਸੀਂ 30 ਕਹਿਤਾ। ਮਿਹਰਬਾਨੀ। ਹਾਂਜੀ 35 ਹਾਂਜੀ 35 ਨਹੀਂ, ਯੂ ਟੋਲਡ ਮੀ ਜਸਟ 30 ਨਾਓ। ਤੁਸੀਂ ਝੂਠ ਬੋਲ ਰਹੇ ਹੋ ਗੁਰਦੀਪ, ਤੁਸੀਂ ਝੂਠ ਬੋਲ ਰਹੇ ਹੋ। ਮੈਂ ਤੁਹਾਨੂੰ ਲਾਸਟ ਮਿੰਟ ਹੁਣ ਆਪਣੀ ਗੱਲ ਹੋ ਗਈ ਆ, ਮੈਂ ਤੁਹਾਡੇ ਨਾਲ ਤੁਹਾਡਾ ਕੱਲਾ ਪੈਸਾ ਦਿਵਾਉਣ ਨੂੰ ਤਿਆਰ ਹਾਂ, ਪਰ ਤੁਸੀਂ ਮੈਨੂੰ ਦੱਸ ਦਿਓ ਠੀਕ ਹੈ ਕਿਤੇ ਵਿਆਜ ਪਿਆ, 10 ਸਾਲ ਤੁਹਾਡੀ ਜ਼ਿੰਦਗੀ ਬਰਬਾਦ ਹੋਈ ਆ, ਇੰਨੇ ਪੈਸੇ ਨੂੰ ਕਿੰਨਾ ਵਿਆਜ ਲੱਗਣਾ ਸੀ ਉਹ ਵੀ ਕੈਲਕੂਲੇਸ਼ਨ ਕਰਕੇ ਮੈਂ ਮੰਨਦਾ ਆ, ਪਰ ਮੇਰੇ ਕਹਿਣ ਦਾ ਭਾਵ ਹੈ ਕਿ ਉਸ ਵੇਲੇ ਤੁਸੀਂ ਰਕਮ ਜਿਹੜੀ ਆ ਉਹ 25 ਦਿੱਤੀ ਹੈ ਜਾਂ 20 ਦਿੱਤੀ ਹੈ, 18 ਦਿੱਤੀ, ਕਿੰਨੀ ਦਿੱਤੀ ਆ? ਸਰ ਜੀ ਇਹਨਾਂ ਨੂੰ ਝੂਠ ਨਹੀਂ ਬੋਲਦਾ ਮੈਂ ਜੀ, ਮੇਰੇ ਪੈਲੀ ਦਾ ਪੂਰਾ ਪੈਸਾ ਇਹਨਾਂ ਨੇ ਇਹ ਬੰਦੇ ਨੇ ਦਿੱਤਾ, 4 ਦਿਨਾਂ ਦੇ ਵਿੱਚ ਦੀ ਪੈਸਾ ਲੈਤਾ ਇਹ ਬੰਦੇ ਨੇ। ਨਹੀਂ, ਕਿੰਨਾ ਦਿੱਤਾ? ਇਹਨੂੰ ਦੁਬਾਰੇ ਹਾਂਜੀ ਕਿੰਨਾ ਦਿੱਤਾ? 30 ਦਿੱਤਾ ਜਾਂ 28 ਦਿੱਤਾ ਜਾਂ 20 ਦਿੱਤਾ ਜੀ, ਮੇਰੇ ਸਾਹਮਣੇ ਦੀ ਗੱਲ ਹੋਈ ਹੈ, 30 ਲੱਖ ਰੁਪਏ ਮੇਰੇ ਸਾਹਮਣੇ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਧੰਨਵਾਦ।